ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਮੂਲ ਮੰਤਰ ਦੀ ਵਿਚਾਰ ਚੱਲ ਰਹੀ ਹੈ। ਪਿੱਛੇ ਦੋ ਅਰਥ ਹੋ ਚੁੱਕੇ ਹਨ। ਤੀਸਰਾ ਅਰਥ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ ਜਿਸ ਪ੍ਰਕਾਰ ਇਹ ਵਿਚਾਰ ਹੈ, ਇਹਦੇ ਵਿੱਚ ਮੂਲ ਮੰਤਰ ਦੇ ਉੱਤਰ ਪ੍ਰਸ਼ਨਾਂ ਦੇ ਨਾਲ ਗੂੜੀ ਗੱਲ ਗਿਆਨ ਦੀ ਸਮਝਾਈ ਗਈ ਹੈ। ਸਿੱਧਾਂ ਵੱਲੋਂ ਪ੍ਰਸ਼ਨ ਅਤੇ ਸਤਿਗੁਰਾਂ ਵੱਲੋਂ ਉੱਤਰ। ਜਦੋਂ ਪ੍ਰਸ਼ਨ ਨਵਾਂ ਆਉਂਦਾ ਹੈ ਅਤੇ ਉਸ ਵੇਲੇ ਫਿਰ ਮਹਾਰਾਜ ਸਾਹਿਬ ਜੀ ਉਹਦੇ ਪ੍ਰਸ਼ਨ ਦਾ ਉੱਤਰ ਜਿਹੜਾ ਹੈ ਮੂਲ ਮੰਤਰ ਦੇ ਵਿੱਚੋਂ ਹੀ ਸਤਿਗੁਰੂ ਮਹਾਰਾਜ ਸਾਹਿਬ ਜੀ ਫਿਰ ਉਹ, ਕਿਉਂਕਿ ਉਹਨਾਂ ਦਾ ਪ੍ਰਸ਼ਨ ਵੀ ਮੂਲ ਮੰਤਰ ਵਿੱਚੋਂ ਹੀ ਆ ਅਤੇ ਉੱਤਰ ਵੀ ਮੂਲ ਮੰਤਰ ਦੇ ਵਿੱਚੋਂ। ਜਦੋਂ ਪ੍ਰਸ਼ਨ ਬਦਲਦਾ ਹੈ ਫਿਰ ਉਹਦੇ 'ਚ ਮੂਲ ਮੰਤਰ ਦੇ ਅਰਥ ਜਿਹੜੇ ਨੇ ਪਹਿਲੇ ਅਰਥਾਂ ਨਾਲੋਂ ਤਬਦੀਲ ਹੋ ਜਾਂਦੇ। ਹੁਣ ਸਿੱਧਾਂ ਦਾ ਪ੍ਰਸ਼ਨ ਹੈ ਕਿ ਹੇ ਤਪਾ ਜੀ, ਕਿਉਂ ਉਹਨਾਂ ਦਾ ਯਤਨ ਸੀ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਨੀਵਾਂ ਦਿਖਾਇਆ ਜਾ। ਹੇ ਤਪਾ ਜੀ, ਚਲੋ ਤੁਸੀਂ ਪਿੱਛੇ ਸਾਰੀਆਂ ਵਿਚਾਰਾਂ ਸਿੱਧ ਕਰ ਦਿੱਤਾ ਵੀ ਏਕਾ ਕਿਉਂ ਲਾਇਆ ਹੈ ਊੜੇ ਦੇ ਅੱਗੇ ਅਦਵੈਤ ਸਰੂਪ ਹੋਣ ਕਰਕੇ। ਪਰ ਹੁਣ ਸਾਡਾ ਇੱਕ ਨਵਾਂ ਪ੍ਰਸ਼ਨ ਹੈ ਵੀ ਦੋ ਤਰ੍ਹਾਂ ਦੇ ਲੱਖਣ ਹੁੰਦੇ ਨੇ। ਇੱਕ ਨੇ ਜਿਨ੍ਹਾਂ ਨੂੰ ਸਰੂਪ ਲੱਖਣ ਕਿਹਾ ਜਾਂਦਾ ਹੈ ਅਤੇ ਦੂਸਰਿਆਂ ਦਾ ਨਾਮ ਹੈ ਤਟਸਥੀ ਲੱਖਣ। ਇਹ ਦੋ ਸ਼ਬਦ ਇੰਨਾ ਕਹਿਣ ਦੇ ਨਾਲ ਕਿਸੇ ਦੇ ਵੀ ਕੁਝ ਪੱਲੇ ਪੈਣ ਨੂੰ ਨਹੀਂ ਹੈ। ਅਤੇ ਇਹਦੇ ਲਈ ਫਿਰ ਹਰ ਸ਼ਬਦ ਦੀ ਵਿਆਖਿਆ ਅਤੇ ਕਥਾ ਹੋਰ ਕਿਸ ਦਾ ਨਾਮ ਹੈ, ਕਥਾ ਵੀ ਇਸੇ ਦਾ ਨਾਮ। ਅਤੇ ਸਰੂਪ ਦਾ ਗਿਆਨ ਕਰਾਉਣ ਦੇ ਲਈ ਜਿਹੜੇ ਲੱਖਣ ਸਦਾ ਕਾਇਮ ਰਹਿਣ ਉਹ ਸਰੂਪ ਲੱਖਣ ਹੁੰਦੇ ਨੇ। ਸਰੂਪ ਦਾ ਗਿਆਨ ਕਰਾਉਣ, ਮੈਂ ਫਿਰ ਬੇਨਤੀ ਕਰਦਾ, ਜਿਹੜੇ ਲੱਖਣ ਸਦਾ ਹੀ ਕਾਇਮ ਰਹਿਣ, ਬਦਲ ਨਾ, ਉਹ ਸਰੂਪ ਲੱਖਣ। ਅਤੇ ਜਿਵੇਂ ਵਾਹਿਗੁਰੂ ਦੇ ਜਿਹੜੇ ਬ੍ਰਹਮ ਦੇ ਲੱਖਣ ਸਤ, ਚੇਤਨ, ਆਨੰਦ, ਸਦਾ ਸੱਚ ਦਾ ਆਨੰਦ, ਅਸਤੀ, ਭ੍ਰਾਂਤੀ, ਪ੍ਰੈਤਾ, ਇਹ ਜਿਹੜੇ ਲੱਖਣ ਇਹ ਸਦਾ ਰਹਿਣ ਵਾਲੇ ਨੂੰ ਕਦੇ ਬਦਲਣਗੇ ਨਹੀਂ ਇਹ। ਅਤੇ ਇਸ ਕਰਕੇ ਇਹਨਾਂ ਨੂੰ ਸਰੂਪ ਲੱਖਣ ਕਿਹਾ ਹੈ। ਅਤੇ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਸਾਡੇ ਇਸ ਸ਼ਬਦ ਦੇ ਵਿੱਚ ਸਰੂਪ ਲੱਖਣ ਵਾਹਿਗੁਰੂ ਦੇ ਬ੍ਰਹਮ ਦੇ ਮੌਜੂਦ। ਉਹ ਕਹਿੰਦੇ ਜੀ ਸਿੱਧ ਕਰੋ। ਤਾਂ ਉਸ ਵੇਲੇ ਫਿਰ ਇਹ ਸਤਿਗੁਰੂ ਮਹਾਰਾਜ ਸਾਹਿਬ ਜੀ ਇਸੇ ਸ਼ਬਦ ਦੇ ਵਿੱਚ, ਅਤੇ ਜਿਵੇਂ ਪਹਿਲਾਂ ਇੱਕ ਓਅੰਕਾਰ ਦਾ ਊੜਾ ਛੱਡ ਦਿੱਤਾ ਜਾਏਗਾ, ਏਕਾ ਲਿਆ ਜਾਏਗਾ, ਫਿਰ ਸੱਤ ਸ਼ਬਦ ਲਿਆ ਜਾਊਗਾ। ਤੋ ਇਸ ਕਰਕੇ ਅਤੇ ਉਹ ਜਿਹੜੇ ਅੱਖਰ, ਕਿਉਂਕਿ ਸਰੂਪ ਲੱਖਣ ਦੇ ਨਾਲ ਜਿਹੜੇ ਲੱਗਣਦੇ ਨੇ ਉਹ ਮੂਲ ਮੰਤਰ 'ਚੋਂ ਲੈਣੇ ਪੈਣੇ ਨੇ ਆਪਾਂ ਨੂੰ। ਉਹਦੇ 'ਚ ਮਹਾਰਾਜ ਕਹਿੰਦੇ ਵੀ ਜਿਹੜਾ ਅਸੀਂ ਇੱਕ ਲਾਇਆ ਹੈ ਸਰੂਪ ਲੱਖਣ ਦੇ ਵਿੱਚ, ਕਹਿੰਦੇ ਅਸੀਂ ਜਿਵੇਂ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਇੱਥੇ ਤੱਕ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ, ਜਿੰਨੇ ਮੰਗਲ ਮੰਗਲ ਵੀ ਇਹਦੇ ਵਿੱਚੋਂ ਮਹਾਰਾਜ ਸਾਹਿਬ ਜੀ ਨੇ ਬਣਾਏ। ਗਰੀਬ ਨਾਲ ਕਹਿੰਦੇ ਜਿਹੜਾ ਅਸੀਂ ਏਕਾ ਲਾਇਆ ਹੈ ਉਹ ਅਦਵੈਤ ਦਾ ਬੋਧਕ ਹੈ। ਪਰਮਾਤਮਾ ਪਿੱਛੇ ਵੀ ਅਦਵੈਤ ਸਰੂਪ ਸੀ, ਅੱਜ ਵੀ ਅਦਵੈਤ ਸਰੂਪ ਹੈ, ਅੱਗੇ ਨੂੰ ਵੀ ਅਦਵੈਤ ਸਰੂਪ ਹੀ ਹੋਊਗਾ। ਇਸ ਕਰਕੇ ਵੀ ਇਹ ਸਰੂਪ ਲੱਖਣ ਹੈ ਇਕਲਾ ਜਿਹੜਾ ਅਦਵੈਤ ਸਰੂਪ ਹੈ। ਅਤੇ ਉਸ ਤੋਂ ਬਾਅਦ ਸੱਤ ਸ਼ਬਦ ਲਿਆ, ਨਾਸ ਤੋਂ ਰਹਿਤ ਹੈ। ਕਦੇ ਪਰਮਾਤਮਾ ਦਾ ਨਾਸ ਨਹੀਂ ਹੁੰਦਾ, ਅਜੂਨੀ ਜੂਨਾਂ ਤੋਂ ਰਹਿਤ ਹੈ, ਜਨਮ ਹੈ। ਤੋ ਇਸ ਕਰਕੇ ਸਹਿਪੰਗ ਸੁਤੇ ਪ੍ਰਕਾਸ਼ ਹੈ। ਇੱਕ ਸਤ, ਅਜੂਨੀ, ਸਹਿਪੰਗ, ਅਕਾਲ ਅਤੇ ਮੂਰਤ। ਇਹ ਧਿਆਨ ਦੇ ਨਾਲ ਪੋਥੀਆਂ 'ਚ ਤੁਸੀਂ ਦੇਖੋ, ਊੜੇ ਦੇ ਮੂਹਰੇ ਇਕੱਲਾ ਏਕਾ, ਇੱਕ ਓਅੰਕਾਰ ਨਹੀਂ ਮੈਂ ਕਿਹਾ ਜੇ, ਇੱਕ ਸਤ, ਅਜੂਨੀ, ਸਹਿਪੰਗ, ਅਕਾਲ, ਮੂਰਤ। ਇਹ ਸਰੂਪ ਲੱਖਣ ਮਹਾਰਾਜ ਨੇ ਸਿੱਧ ਕੀਤੇ, ਇਹ ਸਦਾ ਹੀ ਕਾਇਮ ਰਹਿਣਗੇ। ਤੋ ਇਸ ਕਰਕੇ ਉਹ ਪਰਮੇਸ਼ਰ ਦੇ ਬ੍ਰਹਮ ਦੇ ਇਹ ਲੱਖਣ ਕੀਤੇ ਹੈ। ਸਤ ਚਿਤ ਆਨੰਦ ਪਰਮੇਸ਼ਰ ਹੈ ਅਤੇ ਚੇਤਨ ਸਰੂਪ ਹੈ, ਇਹ ਬ੍ਰਹਮ ਦੇ ਲੱਖਣ। ਅਤੇ ਸਰੂਪ ਲੱਖਣ ਉਹੀ ਹੁੰਦੇ ਨੇ ਜਿਹੜੇ ਸਦਾ ਕਾਇਮ ਰਹਿਣ, ਇਹ ਸਦਾ ਹੀ ਕਾਇਮ ਰਹਿਣਗੇ।
ਕਹਿੰਦੇ ਜੀ ਤਟਸਥੀ ਲੱਖਣ ਦੱਸੋ। ਤਟਸਥੀ ਲੱਖਣ ਕਹਿੰਦੇ ਨੇ ਜਿਹੜੇ ਕਦੇ ਹੋਣ ਤੇ ਕਦੇ ਨਾ ਹੋਣ, ਕਦੇ ਰਹਿਣ ਕਦੇ ਨਾ ਰਹਿਣ, ਪਰ ਸਾਰਿਆਂ ਤੋਂ ਵਸਤੂ ਨੂੰ ਵੱਖਰਾ ਕਰਕੇ ਜਣਾ ਦੇਣ ਤੇ ਉਹ ਸਰੂਪ ਤੋਂ ਵੱਖਰੇ ਹੋਣ ਤੇ ਤਟਸਥੀ ਲੱਖਣ ਕਹਿੰਦੇ। ਜਿਵੇਂ ਇਹ ਸੌਖੀ ਸਮਝ ਆਏਗੀ ਗੱਲ ਇਹ ਤਟਸਥੀ ਲੱਖਣ ਦੀ, ਕਿਉਂਕਿ ਇਹ ਸ਼ਬਦ ਇਹ ਗੂੜ ਗਿਆਨ ਦੇ ਸ਼ਬਦ ਨੇ, ਦਾਰਸ਼ਨਿਕ ਬੋਲੀ ਦੇ ਸ਼ਬਦ ਨੇ। ਜਦੋਂ ਅਸੀਂ ਗਿਆਨ ਦੀ ਗੱਲ ਕਰਦੇ ਹਾਂ ਤਾਂ ਗਿਆਨ ਨਾ ਗੱਲੀ ਢੂੰਡੀ ਹੈ। ਅੱਜ ਸਮੱਸਿਆ ਕਿੱਥੇ ਖੜੀ ਹੈ ਵੀ ਗਿਆਨ ਨੂੰ ਗੱਲਾਂ ਨਾਲ ਲੱਭਣ ਦਾ ਯਤਨ ਹੋ ਰਿਹਾ, ਵੀ ਜਿਹੜੀ ਗੱਲ ਮੈਂ ਕਰ ਰਿਹਾ ਤੇ ਉਹ ਇਸ ਤਰੀਕੇ ਨਾਲ ਕਰਾਂ ਜਿਹੜੀ ਲੋਕਾਂ ਨੂੰ ਪਸੰਦ ਹੋਵੇ। ਗਿਆਨ ਦੀ ਸਮੱਸਿਆ ਇਹ ਹੈ ਵੀ ਲੋਕਾਂ ਨੂੰ ਪਸੰਦ ਹੋਵੇ ਨਾ ਹੋਵੇ, ਪਰ ਗੱਲ ਗਿਆਨ ਦੀ ਹੋਵੇ। ਹੁਣ ਅਗਿਆਨ ਨੂੰ ਇੰਨਾ ਮਿਲਾ ਦਿੱਤਾ ਗਿਆਨ ਦੇ ਨਾਲ, ਤੇ ਗਿਆਨ ਤਾਂ ਗਿਆਨ ਰਹਿਣੇ ਨਹੀਂ ਦਿੱਤਾ, ਗਿਆਨ ਦੀ ਗੱਲ ਸਮਝਾਉਣ ਤੋਂ ਹਟ ਗਈ। ਤੋ ਇਸ ਕਰਕੇ ਵੀ ਭਾਵੇਂ ਯਤਨ ਗੁਰੂ ਸਾਹਿਬ ਨੇ ਇਹ ਬੜੇ ਕੀਤੇ ਆ ਵੀ ਗੱਲ ਔਖੀ ਸੌਖੇ ਤਰੀਕੇ ਨਾਲ, ਸੌਖੀ ਭਾਸ਼ਾ ਵਿੱਚ, ਸੰਸਕ੍ਰਿਤ ਦੇ ਵੀ ਜਿਹੜੀਆਂ ਗੱਲਾਂ ਸੀ ਮਹਾਰਾਜ ਨੇ ਉਹ ਗੁਰਮੁਖੀ ਲਿਪੀ ਵਿੱਚ ਕੀਤੀਆਂ ਸੌਖੀਆਂ। ਹੁਣ ਤਟਸਥੀ ਲੱਖਣ ਦਾ ਸਰੂਪ ਇਹ ਹੈ, ਸਮਝ ਲਓ ਕਲਪਨਾ ਕੀਤੀ ਜਾਂਦੀ ਹੈ ਵੀ ਇੱਕ ਬੰਦਾ ਕਿਸੇ ਬੰਦੇ ਨੂੰ ਮਿਲਣ ਜਾਂਦਾ ਹੈ, ਉਹਦਾ ਨਾਮ ਹੈ ਰਾਮ ਸਰੂਪ। ਉਹ ਰਾਮ ਸਰੂਪ ਦੇ ਘਰ ਦਾ ਉਹਨੂੰ ਪਤਾ ਨਹੀਂ ਹੈ, ਉਹਨੂੰ ਇੰਨਾ ਪਤਾ ਵੀ ਇਸ ਗਲੀ ਦੇ ਵਿੱਚ ਰਾਮ ਸਰੂਪ ਦਾ ਘਰ ਹੈ। ਉਹਨੇ ਉੱਥੇ ਖੜ੍ਹ ਕੇ ਕਿਸੇ ਨੂੰ ਪੁੱਛਿਆ, ਕਹਿੰਦੇ ਵੀ ਰਾਮ ਸਰੂਪ ਦਾ ਘਰ ਕਿਹੜਾ ਹੈ? ਉਹ ਬੰਦਾ ਉਂਗਲ ਕਰਕੇ ਘਰ ਕੰਨੀ ਨੂੰ, ਹੁਣ ਉਨੀ ਗੱਲ ਦੇ ਨਾਲ ਉਹਨੂੰ ਵਿਚਾਰੇ ਨੂੰ ਪਤਾ ਨਹੀਂ ਲੱਗਿਆ। ਕਹਿੰਦਾ ਵੀ ਉਹ ਜਿਹੜਾ ਘਰ ਹੈ ਨਾ ਸਾਹਮਣੇ, ਜਿਹਨੂੰ ਕਲੀ ਕੀਤੀ ਹੋਈ, ਉਹ ਰਾਮ ਸਰੂਪ ਦਾ ਘਰ ਹੈ। ਚਲੇ ਉਹ ਗਲੀ ਵਿੱਚ ਵੜਿਆ ਤਾਂ ਉੱਥੇ ਸਾਰੀ ਗਲੀ ਦੇ ਵਿੱਚ ਦੀਵਾਲੀ ਦਾ ਮੌਕਾ ਸੀ, ਸਾਰਿਆਂ ਨੇ ਕਲੀ ਕੀਤੀ ਹੋਈ। ਉਹ ਪਜ਼ਲ ਹੋ ਗਿਆ, ਕਹਿੰਦਾ ਵੀ ਰਾਮ ਸਰੂਪ ਦਾ ਘਰ ਕਿਹੜਾ ਹੋਏ, ਵੀ ਕਲੀ ਤਾਂ ਸਾਰਿਆਂ ਨੂੰ ਹੀ ਕੀਤੀ ਹੋਈ ਹੈ। ਉਹਨੇ ਦੁਬਾਰੇ ਕਿਸੇ ਸਿਆਣੇ ਬੰਦੇ ਨੂੰ ਪੁੱਛਿਆ, ਕਹਿੰਦਾ ਵੀ ਮੈਂ ਜਾਣਾ ਰਾਮ ਸਰੂਪ ਦੇ ਘਰ, ਵੀ ਇੰਨਾ ਕੁ ਤਾਂ ਮੈਨੂੰ ਪਤਾ ਲੱਗ ਗਿਆ ਵੀ ਇਸ ਦੇ ਵਿੱਚ ਹੀ ਹੋਊਗਾ ਘਰ। ਦੱਸਣ ਵਾਲੇ ਨੇ ਦੱਸਿਆ ਸੀ ਵੀ ਜਿਹਨੂੰ ਕਲੀ ਕੀਤੀ ਹੋਈ ਹੈ, ਇੱਥੇ ਤਾਂ ਕਲੀ ਸਾਰਿਆਂ ਮਕਾਨਾਂ ਨੂੰ ਹੈ, ਵੀ ਤੂੰ ਮੈਨੂੰ ਰਾਮ ਸਰੂਪ ਦਾ ਘਰ ਦੱਸ ਦੇ। ਉਹ ਕਹਿੰਦਾ ਭਾਈ ਉਹ ਸਾਹਮਣੇ ਜਿਹੜੇ ਮਕਾਨ ਦੇ ਉੱਤੇ ਕਾਂ ਬੈਠਾ ਦਿਸਦਾ? ਕਹਿੰਦਾ ਹਾਂ। ਕਹਿੰਦਾ ਇਹ ਰਾਮ ਸਰੂਪ ਦਾ ਘਰ ਹੈ। ਉਹ ਚਲਾ ਗਿਆ। ਹੁਣ ਤਟਸਥੀ ਲੱਖਣ ਕੀ ਹੈ? ਹੁਣ ਜਿਹੜਾ ਕਾਂ ਸੀ ਉਹਨੇ ਹਮੇਸ਼ਾ ਤਾਂ ਬੈਠੀ ਨਹੀਂ ਰਹਿਣਾ, ਕਾਂ ਦਾ ਤਾਂ ਸੁਭਾਅ ਉਸੇ ਵੇਲੇ ਉੱਡ ਜਾਂਦਾ। ਕਾਂ ਉੱਥੇ ਨਹੀਂ ਰਿਹਾ, ਕਾਂ ਉੱਡ ਗਿਆ, ਲੇਕਿਨ ਰਾਮ ਸਰੂਪ ਦਾ ਘਰ ਤਾਂ ਦੱਸ ਗਿਆ ਨਾ ਵੱਖਰਾ ਕਰਕੇ, ਵੀ ਸਾਰੇ ਮਹੱਲੇ ਤੋਂ ਵੱਖਰਾ ਘਰ ਹੈ ਜਿਹੜਾ ਇਹ ਰਾਮ ਸਰੂਪ ਦਾ ਘਰ ਹੈ। ਇਹਨੂੰ ਭਾਈ ਮੈਂ ਸਾਰੇ ਤੁਹਾਡੇ ਵਿੱਚੋਂ ਜਿਨ੍ਹਾਂ ਨੇ ਵੀ ਅੱਗੇ ਪੰਥ ਦੀ ਸੇਵਾ ਕਰਨੀ ਹੈ, ਤੁਹਾਡੇ ਵਿੱਚੋਂ ਪਤਾ ਨਹੀਂ ਕਿਹੜੇ 'ਤੇ ਕਿਰਪਾ ਹੋਏਗੀ ਵੀ ਕਿਹੜੇ ਨੇ ਕਿਹੋ ਜਿਹਾ ਗਿਆਨੀ ਬਣ ਜਾਣਾ, ਇਹਨੂੰ ਧਿਆਨ ਦੇ ਨਾਲ ਸਾਰੇ, ਇਹਨੂੰ ਕਹਿੰਦੇ ਤਟਸਥੀ ਲੱਖਣ। ਤੋ ਇਸ ਕਰਕੇ ਜਿਹੜਾ ਵੱਖਰਾ ਕਰਕੇ ਜਣਾ ਦੇਵੇ ਪਰ ਸਦਾ ਕਾਇਮ ਨਾ ਰਹੇ, ਜਿਵੇਂ ਕਾਂ ਸਦਾ ਕਾਇਮ ਨਹੀਂ ਰਿਹਾ। ਅਤੇ ਇਸ ਕਰਕੇ ਉਹਦੇ ਵਿੱਚ ਸੁਰਤੀਆਂ ਦੇ ਵਿੱਚ ਕਦਾਚਿਤ ਸਤੇਸਿਆਂ ਅਨਵਿਅਕਤਿਆਂ ਕਤਿਆਂ ਤਟਸਥੀ ਲੱਖਣੇ, ਇਸ ਤਰ੍ਹਾਂ ਮੈਂ ਉਹ ਸੁਰਤੀਆਂ ਚਲੋ ਬੋਲਣ ਤੋਂ ਸੰਕੋਚ ਹੀ ਕਰਦਾ। ਅਤੇ ਜਿਹੜਾ ਪਰਮੇਸ਼ਰ ਹੈ, ਹੁਣ ਗੱਲ ਤਾਂ ਰੱਬ ਦੀ ਹੋ ਰਹੀ ਹੈ, ਇੱਥੇ ਰਾਮ ਸਰੂਪ ਦੇ ਘਰ ਦੀ ਤਾਂ ਕਲਪਨਾ ਕੀਤੀ ਗਈ ਹੈ। ਉਹ ਤਾਂ ਉਹ ਕੀ ਹੈ ਵੀ ਜਿਹੜਾ ਇੱਕ ਤੋਂ ਬਾਅਦ ਓਅੰਕਾਰ ਸ਼ਬਦ ਹੈ, ਆਪਾਂ ਨੂੰ ਛੱਡ ਦਿੱਤਾ ਸੀ ਨਾ ਉਹਦਾ ਓਅੰਕਾਰ, ਹੁਣ ਉਹ ਲਿਆ ਜਾਊਗਾ। ਪਹਿਲਾਂ ਇੱਕ ਲਿਆ ਸੀ, ਉਹ ਸਰੂਪ ਲੱਖਣਾਂ 'ਚ ਲਿਆ ਸੀ। ਓਅੰਕਾਰ ਨਾਮ ਕਰਤਾ ਪੁਰਖ। ਮੈਂ ਫਿਰ ਇੱਕ ਵਾਰੀ ਬੋਲਦਾ, ਓਅੰਕਾਰ ਨਾਮ ਕਰਤਾ ਪੁਰਖ, ਇਹ ਤਟਸਥੀ ਲੱਖਣ ਨੇ। ਪਹਿਲੇ ਸਰੂਪ ਲੱਖਣੀ, ਇਹ ਤਟਸਥੀ ਲੱਖਣ। ਤੋ ਇਸ ਕਰਕੇ ਇਹ ਬ੍ਰਹਮ ਨੂੰ ਵੱਖਰਾ ਕਰਕੇ ਜਣਾਉਂਦੇ ਨੇ, ਕਿਉਂਕਿ ਜਦੋਂ ਪਰਮੇਸ਼ਰ ਸੰਸਾਰ ਨੂੰ ਰਚਦਾ ਹੈ ਉਦੋਂ ਹੀ ਕਰਤਾ ਕਹਾਂਗੇ। ਜਦੋਂ ਸੰਸਾਰ ਖਤਮ ਕਰ ਦਿੱਤਾ ਕਰਤਾਪਣ ਵੀ ਨਾਲ ਗਿਆ। ਉਹ ਕਾਂ ਦੀ ਤਰ੍ਹਾਂ, ਜਿਵੇਂ ਕਾਂ ਉੱਡ ਗਿਆ ਉਹਦਾ ਕਰਤਾਪਣ ਵੀ ਸਮਾਪਤ ਹੋ ਗਿਆ ਰੱਬ ਦਾ। ਅਤੇ ਪੁਰਖ ਵੀ ਤਾਂ ਹੀ ਕਹਾਂਗੇ ਵੀ ਵਿਆਪਕ, ਜੋ ਸ੍ਰਿਸ਼ਟੀ ਰਚ ਕੇ ਉਹਦੇ ਵਿੱਚ ਵਿਆਪਕ ਹੁੰਦਾ। ਤੋ ਇਸ ਕਰਕੇ ਪਰਮੇਸ਼ਰ ਦੇ ਇਹ ਜਿਹੜੇ ਤਟਸਥੀ ਲੱਖਣ ਕੀਤੇ ਹੈ, ਅਤੇ ਇੱਕ ਮੰਤਰ ਦੇ 'ਚ ਓਅੰਕਾਰ ਨਾਮ ਕਰਤਾ ਪੁਰਖ ਤਸੇ। ਤੋ ਇਸ ਕਰਕੇ ਉਹ ਸੰਸਾਰ ਨੂੰ ਜਦੋਂ ਰਚਦਾ ਉਸ ਵੇਲੇ ਉਹ ਪੁਰਖ ਵਿਆਪਕ ਹੈ,
ਕਰਤਾ ਹੈ ਅਤੇ ਉਸ ਕਰਕੇ ਫਿਰ ਉਹਦਾ ਮਤਲਬ ਨਾਮ ਹੈ। ਅਤੇ ਇਹ ਤਟਸਥੀ ਲੱਖਣ। ਇਸ ਤੋਂ ਅੱਗੇ ਪਾਦੇ ਜਿਹੜੇ ਨੇ, ਅਤੇ ਹੁਣ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਸ਼ਬਦ ਤੋਂ ਹੁਣ ਅੱਗੇ ਜਿਹੜੀ ਵਿਚਾਰ ਹੋਊਗੀ ਉਹਦੇ ਵਿੱਚ ਪਰਮਾਤਮਾ ਦੀ ਉਸਤਤ ਹੈ। ਅੱਜ ਇਹਦੇ ਇੰਨੇ ਵੱਖਰੇ ਕਰਕੇ ਅਰਥ ਨੇ। ਇਸ ਤੋਂ ਅੱਗੇ ਨਿਰਭਉ ਤੋਂ, ਹਾਂਜੀ ਬੋਲਿਓ ਜੀ। ਨਿਰਭਉ, ਨਿਰਭਉ, ਨਿਰਵੈਰ, ਇਹ ਦੋ ਅੱਖਰ ਬੋਲਣੇ। ਇਹ ਤੋਂ ਅੱਗੇ ਜਿਹੜਾ ਵਾਹਿਗੁਰੂ ਪ੍ਰਵੇਸ਼ ਨਿਰਭਉ, ਡਰ ਤੋਂ ਰਹਿਤ ਹੈ। ਪਰਮਾਤਮਾ ਡਰਦਾ ਨਹੀਂ ਕਿਸੇ ਤੋਂ, ਕੱਲਾ ਪਰਮਾਤਮਾ ਹੀ ਹੈ। ਨਾਨਕ ਨਿਰਭਉ ਨਿਰੰਕਾਰ, ਇੱਕ ਉਹੀ ਹੈ। ਨਿਰਵੈਰ, ਵੈਰ ਤੋਂ ਰਹਿਤ ਹੈ, ਉਹਦਾ ਕਿਸੇ ਨਾਲ ਵੈਰ ਨਹੀਂ ਹੈ। ਅਕਾਲ ਮੂਰਤ, ਤੇ ਕਾਲ ਤੋਂ ਰਹਿਤ ਉਸ ਦਾ ਸਰੂਪ ਹੈ, ਉਹਦੇ ਤੇ ਕਾਲ ਨਹੀਂ ਆਉਣਾ। ਐਸਾ ਪਰਮੇਸ਼ਰ ਵਾਹਿਗੁਰੂ ਹੈ। ਅਜੂਨੀ ਸੈਭੰ, ਤੇ ਉਹ ਜੂਨਾਂ ਤੋਂ ਰਹਿਤ ਹੈ, ਅਜੂਨੀ ਹੈ, ਕਿਸੇ ਜੂਨ ਦੇ ਵਿੱਚ ਨਹੀਂ ਆਉਂਦਾ। ਐਸਾ ਪਰਮੇਸ਼ਰ ਹੈ। ਸਹਿ ਭੰਗ ਸੁਤੇ ਪ੍ਰਕਾਸ਼ ਹੈ। ਗੁਰ ਪ੍ਰਸਾਦ, ਤੇ ਫਿਰ ਗੁਰੂ ਦੀ ਪ੍ਰਸਾਦ ਕੀ, ਕਿਰਪਾ ਦੇ ਨਾਲ ਵਾਹਿਗੁਰੂ ਪ੍ਰਾਪਤ ਹੁੰਦਾ ਹੈ। ਤੇ ਉਹ ਗੁਰੂ ਦੀ ਕਿਰਪਾ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦਾ ਹੈ। ਐਸਾ ਜੋ ਵਾਹਿਗੁਰੂ ਹੈ। ਜਪ, ਤੇ ਉਹ ਜਪ ਕੀ, ਜਪਣ ਯੋਗ ਹੈ। ਆਦਿ ਸੱਚ, ਤੇ ਜਪ ਦਾ ਦੂਸਰਾ ਅਰਥ ਹੈ ਪਵਿੱਤਰ ਰੂਪ ਹੈ। ਆਦਿ ਸੱਚ, ਸੰਸਾਰ ਦੇ ਆਦਿ ਕੀ ਮੁੱਢ ਦੇ ਵਿੱਚ ਵੀ ਸੱਚ ਸਰੂਪ ਸੀ। ਹਾਂਜੀ, ਜੁਗਾਦ ਸੱਚ, ਜੁਗ ਆਦਿ ਰਚੇ ਗਏ ਤਾਂ ਵੀ ਸੱਚ ਰੂਪ ਹੈ। ਇਹ ਉਹੀ ਅਰਥ ਨੇ ਲਗਭਗ ਜਿਹੜੇ ਪਹਿਲਾਂ ਹੋਏ ਹਨ। ਹੈ ਵੀ ਸੱਚ, ਹੁਣ ਵੀ ਸੱਚ ਸਰੂਪ ਹੈ। ਨਾਨਕ ਹੋਸੀ ਵੀ ਸੱਚ, ਉਹ ਅੱਗੇ ਨੂੰ ਵੀ ਸੱਚ ਸਰੂਪ ਹੋਏਗਾ। ਇਹ ਸੀ ਜਿਹੜੇ ਅਰਥ ਤੀਸਰੇ ਅਰਥ ਦੇ ਵਿੱਚ ਸਰੂਪ ਲੱਖਣ ਤੇ ਤਟਸਥੀ ਲੱਖਣਾਂ ਨੂੰ ਸਿੱਧ ਕਰਨ ਵਾਸਤੇ। ਹੁਣ ਇਸ ਤੋਂ ਬਾਅਦ ਸਿੱਧਾਂ ਦਾ ਪ੍ਰਸ਼ਨ ਬਦਲਦਾ। ਸਿੱਧ ਕਹਿਣ ਲੱਗੇ ਨੇ ਵੀ ਇਹ ਜਿਹੜਾ ਤੁਹਾਡਾ ਮੰਤਰ ਹੈ, ਵੀ ਇਹਦਾ ਇਹ ਦੱਸੋ ਵੀ ਇਹਦਾ ਫਲ ਕੀ ਹੈ। ਹਰ ਚੀਜ਼ ਦਾ, ਸ਼ਬਦ ਦਾ ਕੋਈ ਨਿੱਕਾ ਜਿਹਾ ਪੌਦਾ ਲਾਉਂਦਾ, ਉਹਦਾ ਕੋਈ ਫਲ ਹੁੰਦਾ ਵੀ ਇਹਨੂੰ ਵੱਡਾ ਹੋ ਕੇ ਆਹ ਫਲ ਲੱਗੂ। ਇਹਦਾ ਫਲ ਦੱਸੋ ਕੀ ਹੈ। ਸਿੱਧਾਂ ਨੇ ਇਹ ਪ੍ਰਸ਼ਨ ਕੀਤਾ। ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਿਹੜਾ ਇਹਦਾ ਉੱਤਰ ਦਿੱਤਾ ਹੈ, ਉਹ ਅਨਮੇ ਰੀਤ ਕਰਕੇ ਮੈਂ ਸੰਖੇਪ ਨਾਲ ਹੀ ਕਹਿ ਦੇਣਾ ਹੈ। ਅਤੇ ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ, ਸਿੱਧੋ ਇਹ ਮੰਤਰ ਦਾ ਫਲ ਇਹ ਹੈ। ਅਨਮੇ ਰੀਤ ਉਹ ਹੁੰਦੀ ਹੈ ਵੀ ਅਰਥ ਕਰਨ ਵਾਸਤੇ ਅੱਖਰ ਅੱਗੇ ਅਤੇ ਪਿੱਛੇ ਕਰ ਲੈਣੇ ਤੁਕਾਂ ਦੇ, ਇਹਨੂੰ ਅਨਮੇ ਰੀਤ ਕਹਿੰਦੇ ਆ। ਪਿੱਛੇ ਹੋ ਕੇ ਅਸੀਂ ਪਦੇ ਹਸ਼ਦਾ ਪਦਾਰਥ ਕਤ, ਉਹਦੇ 'ਚ ਦੱਸਿਆ ਸੀ ਨਾ ਵੀ ਵਿਖਿਆਨ ਦੇ ਖੱਟ ਅੰਗ ਹੁੰਦੇ। ਇਹਦੇ ਅਨੁਸਾਰ ਨਿਰਵੈਰ, ਅਜੂਨੀ, ਸਹਿਪੰਗ, ਇਹ ਜਿਹੜਾ ਸਹਿਪੰਗ ਪਰਮੇਸ਼ਰ ਹੈ, ਇਹਦਾ ਅਰਥ ਇਸ ਤਰ੍ਹਾਂ ਨਿਰਵੈਰ, ਅਜੂਨੀ, ਸਹਿਪੰਗ ਪਰਮੇਸ਼ਰ, ਜਾਣੀ ਇੱਕ ਓਂਕਾਰ ਸਤਨਾਮ ਰੂਪ ਮੰਤਰ ਦਾ ਜਿਹੜਾ ਪੁਰਖ ਇੱਥੇ ਜੀਵ ਦਾ ਅਰਥ ਲਾਉਣਾ ਹੈ। ਅੱਗੇ ਪੁਰਖ ਵਿਆਪਕ ਵਾਹਿਗੁਰੂ ਦਾ ਹੈ। ਜਿਹੜਾ ਪੁਰਖ ਕੀ ਜੀਵ ਗੁਰ ਪ੍ਰਸਾਦ ਕੀ ਗੁਰਾਂ ਦੀ ਕਿਰਪਾ ਦੇ ਨਾਲ ਅਭਿਆਸ ਸਤਨਾਮ ਦਾ ਕਰਦਾ ਹੈ, ਉਹਨੂੰ ਨਿਰਭਉ ਅਕਾਲ ਮੂਰਤ ਕਰਤਾ, ਭੈ ਤੋਂ ਰਹਿਤ, ਕਾਲ ਤੋਂ ਰਹਿਤ ਸਰੂਪ ਕਰ ਦਿੰਦਾ ਹੈ ਵਾਹਿਗੁਰੂ। ਜੋ ਵੀ ਇਸ ਦਾ ਮੰਤਰ ਦਾ ਜਪ ਕੀ ਜਪਣਾ ਕਰਦਾ ਹੈ ਅਤੇ ਉਹਦਾ ਸਰੂਪ ਹੀ ਹੋ ਜਾਂਦਾ ਹੈ। ਮੂਰਤ ਸਰੂਪ ਦਾ ਨਾਮ ਹੈ। ਜੋ ਵਾਹਿਗੁਰੂ ਸਾਰੀ ਸ੍ਰਿਸ਼ਟੀ ਦਾ ਆਦਿ ਕੀ ਮੁੱਢ ਸਰੂਪ ਹੈ, ਸੱਚ ਕੀ ਇਹ ਸਤ ਸਰੂਪ ਹੈ। ਜੁਗਾਦ ਜੁਗਾਂ ਆਦਿ ਦੇ ਵਿੱਚ ਵੀ ਸੱਚ ਸਰੂਪ ਹੀ, ਹੁਣ ਵੀ ਸੱਚ ਹੈ, ਅੱਗੇ ਨੂੰ ਵੀ ਸੱਚ ਹੋਊਗਾ। ਆਦਿ ਸੱਚ, ਜੁਗਾਦ ਸੱਚ ਹੈ, ਪੀ ਸੱਚ, ਨਾਨਕ ਹੋਸੀ ਪੀ ਸੱਚ, ਅੱਗੇ ਨੂੰ ਵੀ ਸੱਚ ਸਰੂਪ ਹੋਊਗਾ। ਅਤੇ ਐਸਾ ਜਿਹੜਾ ਸੱਚ ਸਰੂਪ ਹੈ, ਉਹਦਾ ਫਲ ਇਹ ਹੈ ਵੀ ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਿਲਾਲੇ। ਮਹਾਰਾਜ ਕਹਿੰਦੇ ਸਿੱਧੋ ਇਹਦਾ ਇਹੀ ਫਲ ਹੈ ਕਿ ਜਿਹੜਾ ਉਸ ਨੂੰ ਜਪਦਾ ਹੈ ਉਹਦਾ ਸਰੂਪ ਬਣਾਉਂਦਾ। ਉਹਦੇ ਵਿੱਚ ਦੱਸ ਦਿੱਤਾ ਵੀ ਉਹ ਕਾਲ ਤੋਂ ਰਹਿਤ ਹੋ ਜਾਂਦਾ ਹੈ, ਮੂਰਤ ਉਹਦਾ ਸਰੂਪ ਹੋ ਜਾਂਦਾ ਹੈ, ਅਤੇ ਇਹ ਇਹਦਾ ਫਲ ਹੈ। ਸਿੱਧਾਂ ਨੇ ਦੇਖਿਆ ਵੀ ਬੜੇ ਔਖੇ ਤੋਂ ਔਖੇ ਪ੍ਰਸ਼ਨ ਕਰਕੇ ਦੇਖ ਲਏ ਵੀ ਤਪਾ ਜੀ ਹਰੇਕ ਗੱਲ ਦੇ ਵਿੱਚ ਇੱਕੋ ਹੀ ਸ਼ਬਦ ਦੇ ਵਿੱਚ ਸਾਨੂੰ ਉੱਤਰ ਦੇ ਕੇ ਨਿਰੁੱਤਰ ਕਰੀ ਜਾਂਦੇ ਨੇ। ਹੁਣ ਜਦੋਂ ਕੋਈ ਸਵਾਲ ਕਰਨ ਵਾਲੇ ਨੂੰ ਸਵਾਲ ਉਹ ਕਰੇ ਫਸਾਉਣ ਵਾਸਤੇ, ਉਲਝਾਉਣ ਵਾਸਤੇ, ਅੱਗੇ ਨਾ ਅਲਝੇ, ਉਹਨੂੰ ਥੋੜ੍ਹਾ ਜਿਹਾ ਕ੍ਰੋਧ ਵੀ ਆ ਜਾਂਦਾ ਵੀ ਮੈਂ ਜਿਹੜਾ ਕੰਮ ਆਪਾਂ ਕਰੀਏ ਜੇ ਉਹ ਨਾ ਹੋਵੇ, ਕਈ ਵਾਰੀ ਗੁੱਸਾ ਨਹੀਂ ਆ ਜਾਂਦਾ ਆਪਣੇ ਆਪ 'ਤੇ। ਹੁਣ ਸਿੱਧ ਵੀ ਥੋੜ੍ਹੀ ਜਿਹੀ ਤਲਖੀ ਦੇ ਵਿੱਚ ਨੇ। ਉਹ ਕਹਿੰਦੇ ਚਲੋ ਜੀ ਬਾਕੀ ਗੱਲਾਂ ਛੱਡੋ, ਵੀ ਤੁਸੀਂ ਇਹ ਦੱਸੋ। ਸਿੱਧਾਂ ਨੇ ਨਵਾਂ ਪ੍ਰਸ਼ਨ ਕੀਤਾ ਹੈ ਵੀ
ਦੋਸ਼ ਹੁੰਦੇ ਨੇ ਕਈ ਮੰਤਰਾਂ ਦੇ ਵਿੱਚ, ਜਿਵੇਂ ਅਤੀ ਵਿਆਪਤੀ ਦੋਸ਼ ਹੁੰਦਾ ਹੈ, ਆਵਿਆਪਤੀ ਦੋਸ਼ ਹੁੰਦਾ ਹੈ, ਗੌਰਵਤਾ ਦੋਸ਼ ਹੁੰਦਾ ਹੈ, ਅਸੰਭਵ ਦੋਸ਼ ਹੁੰਦਾ ਹੈ। ਵੀ ਤੁਹਾਡੀ ਕਥਨੀ ਦੇ ਵਿੱਚ ਸਾਨੂੰ ਦੋਸ਼ ਲੱਗਦੇ, ਦੋਸ਼ ਤੋਂ ਰਹਿਤ ਨਹੀਂ ਹੈ ਤੁਹਾਡਾ ਇਹ ਸ਼ਬਦ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਮੇਰੇ ਇਸ ਕਥਨੀ ਦੇ ਵਿੱਚ ਕੋਈ ਵੀ ਦੋਸ਼ ਨਹੀਂ ਹੈ, ਕੋਈ ਇੱਕ ਵੀ ਦੋਸ਼ ਤੁਸੀਂ ਸਾਬਤ ਨਹੀਂ ਕਰ ਸਕਦੇ, ਕਿਉਂਕਿ ਇਹਦੇ ਵਿੱਚ ਹੈ ਨਹੀਂ। ਤੇ ਪਹਿਲਾਂ ਦੋਸ਼ਾਂ ਬਾਰੇ, ਕਿਉਂਕਿ ਸਿੱਧਾਂ ਦਾ ਸਵਾਲ ਹੈ ਇਹ, ਅਤੀ ਵਿਅਪਤੀ ਦੋਸ਼ ਜਿਹੜਾ ਹੁੰਦਾ ਹੈ, ਤੇ ਉਹਦੇ ਵਿੱਚ ਜਿਹੜਾ ਲਕਸ਼ ਵਿੱਚ ਵਰਤ ਕੇ ਅਲਕਸ਼ ਵਿੱਚ ਵਰਤੇ, ਸ਼ਾਸਤਰਕ ਬੋਲੀ ਵੀ ਆਪਾਂ ਨੂੰ ਬੋਲਣੀ ਪਊਗੀ, ਤੇ ਉਹਦੇ ਨਾਲ ਆਪਣੀ ਬੋਲੀ ਜਿਹਦੇ 'ਚ ਅਸੀਂ ਸਮਝ ਸਕਦੇ ਹਾਂ, ਮੈਂ ਉਹ ਵੀ ਨਾਲ ਨਾਲ ਆਪਣੀ, ਜਿਹੜਾ ਲਕਸ਼ ਵਿੱਚ ਵਰਤੇ ਅਲਕਸ਼ ਵਿੱਚ ਵਰਤ ਜਾਵੇ, ਤੇ ਉਹਨੂੰ ਕਹਿੰਦੇ ਨੇ ਅਤੀ ਵਿਅਪਤੀ ਦੋਸ਼। ਹੁਣ ਲਕਸ਼ ਕੀ ਹੈ? ਲਕਸ਼ ਹੁੰਦਾ ਦੱਸੀ ਹੋਈ ਚੀਜ਼, ਦੱਸ ਦਿੱਤੀ ਵੀ ਉਹ ਫਲਾਨੀ ਚੀਜ਼, ਇਹ ਹੋ ਗਿਆ ਲਕਸ਼। ਤੀਰ ਮਾਰਨ ਵਾਲੇ ਦਾ ਲਕਸ਼, ਉਹ ਕਹਿੰਦੇ ਨੇ ਦਰੋਣਾਚਾਰੀਆ ਕਹਿੰਦੇ ਅਰਜਨ ਲਕਸ਼ ਸਾਹਿਬ ਨਿਸ਼ਾਨਾ। ਤੇ ਜਿਹੜੀ ਦੱਸੀ ਹੋਈ ਵਸਤੂ ਹੈ ਉਹ ਹੈ ਲਕਸ਼। ਜਿਹੜੀ ਦੱਸੀ ਹੋਈ ਵਸਤੂ ਵਿੱਚ ਵਰਤ ਕੇ ਨਾ ਦੱਸੀ ਹੋਈ ਵਸਤੂ ਦੇ ਵਿੱਚ ਵੀ ਵਰਤ ਜਾਵੇ, ਤੇ ਉਹਨੂੰ ਕਿਹਾ ਜਾਂਦਾ ਵੀ ਅਤੀ ਵਿਅਪਤੀ ਦੋਸ਼ ਹੈ। ਤੇ ਦੂਸਰਾ ਜਿਹੜਾ ਦੋਸ਼ ਹੈ ਉਹ ਅਤੀ ਵਿਅਪਤੀ ਦੋਸ਼ ਤੇ ਆਵਿਅਪਤੀ, ਇਹ ਪਹਿਲਾਂ ਅਤੀ ਵਿਅਪਤੀ, ਹੁਣ ਆਵਿਅਪਤੀ ਦੋਸ਼ ਹੈ। ਜੋ ਲਕਸ਼ ਦੇ ਇੱਕ ਦੇਸ਼ ਵਿੱਚ ਵਰਤੇ, ਯਾਨੀ ਇੱਕ ਹਿੱਸੇ ਵਿੱਚ ਵਰਤੇ, ਤੇ ਸਾਰੇ ਵਿੱਚ ਨਾ ਵਰਤੇ, ਤੇ ਉਸ ਨੂੰ ਕਹਿੰਦੇ ਨੇ ਵੀ ਇਹ ਜਿਹੜਾ ਆਵਿਅਪਤੀ ਦੋਸ਼ ਹੈ। ਤੇ ਗੌਰਵਤਾ ਦੋਸ਼ ਕਹਿੰਦੇ ਜਿਹੜਾ ਥੋੜ੍ਹੇ ਪਦਾਂ ਦੇ ਵਿੱਚ ਗੱਲ ਕਰ ਹੋ ਜਾਵੇ, ਉਹਨੂੰ ਬਹੁਤੇ ਹੀ ਪਦ ਇਕੱਠੇ ਕਰ ਲੈਣੇ, ਬਹੁਤੀ ਸਮੱਗਰੀ ਇਕੱਠੀ ਕਰਨੀ। ਤੇ ਫਿਰ ਚੌਥਾ ਹੁੰਦਾ ਅਸੰਭਵ ਦੋਸ਼। ਅਸੰਭਵ ਦੋਸ਼ ਹੁੰਦਾ ਜਿਹੜਾ ਲਕਸ਼ ਮੱਤ 'ਚ ਵਰਤੇ ਹੀ ਨਾ, ਉਹਨੂੰ ਅਸੰਭਵ ਦੋਸ਼ ਕਹਿੰਦੇ ਨੇ। ਤੋ ਇਸ ਕਰਕੇ ਉਹ ਕਹਿੰਦੇ ਵੀ ਤੁਹਾਡੇ ਇਹਦੇ ਵਿੱਚ ਸਾਨੂੰ ਇਹ ਦੋਸ਼ 4 ਲੱਗਦੇ ਆ ਤੁਹਾਡੇ ਮੂਲ ਮੰਤਰ ਦੇ ਵਿੱਚ। ਇਹਨੂੰ ਇੱਕ ਸੌਖੇ ਤਰੀਕੇ ਨਾਲ ਸਮਝੋ। ਕਲਪਨਾ ਹੈ ਵੀ ਕਿਸੇ ਥਾਂ 'ਤੇ ਆਚਾਰੀਆ ਦੇ ਕੋਲ ਸ਼ਿਸ਼ ਪੜ੍ਹਦੇ ਸੀ, ਤੇ ਉਹਨੇ ਸਮਝਾਉਣਾ ਸੀ ਵੀ ਅਤੀ ਵਿਅਪਤੀ ਦੋਸ਼ ਕਿਹੜਾ ਹੁੰਦਾ ਹੈ, ਆਵਿਅਪਤੀ ਦੋਸ਼ ਕਿਹੜਾ ਹੁੰਦਾ ਹੈ, ਅਸੰਭਵ ਦੋਸ਼ ਕੋਈ ਹੁੰਦਾ ਹੈ, ਤੇ ਅਤ ਸਮੱਗਰੀ ਗੌਰਵ ਦੋਸ਼ ਕਿਹੜਾ। ਇਹ ਚਾਰੇ ਚੀਜ਼ਾਂ ਸਮਝਾਉਣੀਆਂ ਸੀ ਜਿਹੜੇ ਤੁਸੀਂ ਸੁਣੀ। ਉਹ ਸ਼ਿਸ਼ ਕਹਿੰਦੇ ਨੇ ਗੁਰਦੇਵ ਸਾਨੂੰ ਕਿਸੇ ਦ੍ਰਿਸ਼ਟਾਂਤ ਨਾਲ ਸਮਝਾਓ। ਉਹ ਕਹਿੰਦੇ ਠੀਕ, ਸਮਾਂ ਆਉਣ ਦਿਓ, ਤੁਹਾਨੂੰ ਮੈਂ ਇਹਨੂੰ ਸਮਝਾ। ਜਿਵੇਂ ਗੁਰੂ ਸਾਹਿਬ ਨੂੰ, ਗੁਰੂ ਹਰਿਰਾਏ ਸਾਹਿਬ ਨੂੰ ਕਿਹਾ ਸੀ ਜੀ ਇਹ ਬਾਣੀ ਪੜ੍ਹਨ ਦਾ, ਨਾਮ ਜਪਣ ਦਾ ਲਾਭ ਕੀ ਹੈ। ਮਹਾਰਾਜ ਨੇ ਕਿਹਾ ਵੀ ਸਮਾਂ ਆਏ ਤੇ ਸਮਝਾਵਾਂਗੇ। ਫਿਰ ਉਹ ਡੀਕਰੀਆਂ ਦੁਆਰਾ, ਜਿਹੜਾ ਥੰਦੀਆਂ ਡੀਕਰੀਆਂ ਮਹਾਰਾਜ ਨੇ ਉਹ ਵੀ ਇਸ ਤਰ੍ਹਾਂ ਨਾਮ ਇਹਦੇ 'ਚ ਰਿਹਾ, ਘੀ ਦੇ ਕੁੱਜੇ ਦੀਆਂ ਡੀਕਰੀਆਂ ਤੋਂ ਪ੍ਰਮਾਣ ਦਿੱਤਾ ਸੀ। ਸਤਿਪੁਰਸ਼ ਕਰਦੇ ਨੇ ਇਸ ਤਰ੍ਹਾਂ। ਉਹਨੇ ਗਵਾਲੇ ਨੂੰ ਬੁਲਾਇਆ ਵੀ ਮੈਂ ਤੇਰੇ ਕੋਲ ਵਾਰੀ ਵਾਰੀ ਆਪਣੇ 3 ਸ਼ਿਸ਼ ਭੇਜੂੰਗਾ, ਤੂੰ ਆਹ ਤਰੀਕੇ ਦੇ ਨਾਲ ਉਹਨੂੰ ਦੇ। ਕਹਿੰਦਾ ਜੀ ਠੀਕ ਹੈ। ਉਹਨੇ ਆਪਣੇ ਇੱਕ ਸ਼ਿਸ਼ ਨੂੰ ਕਿਹਾ ਵੀ ਉਹ ਸਾਹਮਣੇ ਗਵਾਲਾ ਹੈ, ਆਮ ਕਰਕੇ ਅੱਗੇ ਗਾਵਾਂ ਮੱਝਾਂ ਚਾਰਨ ਵਾਲੇ ਪਿੰਡਾਂ ਦੇ ਅੰਦਰ ਚਰਾਂਦਾ ਹੁੰਦੀਆਂ ਸੀ। ਸਾਰਾ ਪਿੰਡ ਸਮਾਣੇ ਦੇ ਵਿੱਚ ਆਪਣੀ ਆਪਣੀ ਗਾਵਾਂ ਛੱਡਦਾ ਤੇ ਉਹਨੂੰ ਦਾਣੇ ਬੰਨੇ ਹੁੰਦੇ ਸੀ। ਉਹਦੇ ਵਿੱਚ ਗਾਵਾਂ ਵੀ ਮੱਝਾਂ ਵੀ, ਕਈ ਵਾਰੀ ਬੱਕਰੀਆਂ ਚਾਰਨ ਵਾਲੇ, ਸਾਰਾ ਕੁਝ ਉੱਥੇ ਇਕੱਠੇ ਹੋ ਜਾਂਦੇ ਪਾਲੀ। ਉਹ ਗਿਆ ਜਾ ਕੇ ਕਹਿੰਦਾ ਵੀ ਮੇਰੇ ਗੁਰਦੇਵ ਨੇ ਭੇਜਿਆ ਵੀ ਮੈਨੂੰ ਦੱਸੋ ਵੀ ਮੈਨੂੰ ਗਾਂ ਦਾ ਗਿਆਨ ਨਹੀਂ ਹੈ, ਵੀ ਗਾਂ ਦਾ ਮੈਂ ਪ੍ਰਤੱਖ ਰੂਪ ਦੇਖਣਾ ਚਾਹੁੰਦਾ। ਸਾਡੇ ਗ੍ਰੰਥਾਂ 'ਚ ਗਾਂ ਆਉਂਦੀ ਸੀ ਬਾਰ-ਬਾਰ। ਉਹ ਕਹਿੰਦਾ ਲੈ ਇਹ ਤਾਂ ਸੌਖੀ ਜੀ। ਕਹਿੰਦਾ ਸੰਗਿਆ ਤਿਉਂ ਗਾਤਿਉਂ, ਗਾਂ ਉਹ ਹੁੰਦੀ ਹੈ ਜਿਸ ਦੇ ਸਿੰਘ ਹੋਣ। ਉਹਨੇ ਧਿਆਨ ਮਾਰਿਆ, ਗਾਵਾਂ ਤੋਂ ਦੇਖ ਲਿਆ, ਗਾਵਾਂ ਦੇ ਵੀ ਸਿੰਘ ਨੇ। ਹੁਣ ਬਲਦਾਂ ਦੇ ਵੀ ਸਿੰਘ ਹੁੰਦੇ ਨੇ, ਬਲਦਾਂ ਨੂੰ ਵੀ ਗਾਂ ਸਮਝ ਲਿਆ। ਬੱਕਰੀਆਂ ਦੇ ਵੀ ਸਿੰਘ ਹੁੰਦੇ ਨੇ, ਬੱਕਰੀਆਂ ਵੀ ਗਾਂ ਸਮਝ ਲਿਆ। ਤੇ ਜਿੰਨੇ ਵੀ ਗਾਵਾਂ ਵਾਲੇ ਸੀ, ਮੱਝਾਂ ਦੇ ਜਿਹੜੀਆਂ ਚਰਦੀਆਂ ਸੀ ਉਹਨਾਂ ਨੂੰ ਵੀ ਗਾਂ ਸਮਝ ਲਿਆ। ਉਹ ਕਹਿੰਦਾ ਗੁਰਦੇਵ ਵੀ ਮੈਂ ਦੇਖਿਆ ਵੀ ਇੱਕ ਗਾਂ ਦੇ ਤਾਂ 2 ਹੀ ਥਣ ਸੀ, ਤੇ ਇੱਕ ਗਾਂ ਦੇ ਥਾਣੇ ਹੈ ਨਹੀਂ ਸੀ। ਉਹ ਬਲਦ ਦੇਖ ਲਿਆ ਕਿਤੇ ਉਹਨੇ। ਇੱਕ ਗਾਂ ਜਮੇ ਕਾਲੇ ਰੰਗ ਦੀ ਸੀ, ਉਹਦੇ ਵਾਲ ਹੈ ਨਹੀਂ ਸੀ। ਉਹਨੇ ਕਿਹਾ ਮੂਰਖ ਨਹੀਂ ਕਿਸੇ ਟਿਕਾਣੇ ਦਾ, ਬਹਿ ਜਾ ਇੱਥੇ। ਕਹਿੰਦਾ ਉਹ ਦੂਜੇ ਨੂੰ ਕਹਿੰਦਾ ਜਾ ਤੂੰ ਜਾ ਕੇ। ਉਹ ਕਹਿੰਦਾ ਜੀ ਗਾਂ ਦੇ ਬਾਰੇ ਪੁੱਛਣਾ ਹੈ।
ਉਹ ਕਹਿੰਦਾ ਕਪਲਤਿਉਂ ਗੌਤਿਉਂ, ਗਾਂ ਉਹ ਹੁੰਦੀ ਹੈ ਜੋ ਕਪਲਾਂ ਹੋਵੇ। ਕਪਲ ਗਾਏ ਨਾਮੇ ਦੋਹਿਆਨੀ, ਤੁਹਾਨੂੰ ਅੱਗੇ ਬਾਣੀ ਚ ਆਉਣਾ। ਕਪਲ ਗਾਂ ਦਾ ਮਤਲਬ ਹੈ ਜਿਹਦੇ ਥਾਣਾ ਦੇ ਉੱਤੇ ਕਿਤੇ ਨਾ ਕਾਲਾ ਚਟਾਕ ਹੋਵੇ ਜਾਂ ਥਾਣ ਕਾਲੇ ਹੋਣ, ਉਹਨੂੰ ਕਪਲਾਂ ਗਊ ਕਹਿੰਦੇ ਨੇ। ਤੇ ਉਹਨੇ ਦੇਖਿਆ ਤੇ ਹੁਣ ਗਾਂ ਦਾ ਲਕਸ਼ਣ ਕੀਤਾ, ਤੇ ਉਹ ਕਪਲਾਂ ਗਾਂ ਜੇ ਇੱਕ ਅੱਧੀ ਗਾਂ ਸੀ ਉਹ ਸਾਰੀ ਇਸ ਤਰ੍ਹਾਂ ਦੀ, ਉਹ ਜਿਹੜੀਆਂ ਸਾਰੀਆਂ ਗਾਵਾਂ ਸੀ ਉਹਨਾਂ ਨੂੰ ਮੱਝਾਂ ਹੀ ਸਮਝ ਲਿਆ ਉਹਨੇ। ਹੁਣ ਲਕਸ਼ ਦੇ ਇੱਕ ਹਿੱਸੇ ਵਿੱਚ ਵਰਤਿਆ ਤੇ ਇਸ ਕਰਕੇ ਉਹ ਵਾਪਸ ਆ ਗਿਆ। ਤੀਸਰੀ ਨੂੰ ਭੇਜਿਆ ਤੇ ਉਹ ਗਾਂ ਗਵਾਲਾ ਬੜਾ ਸ਼ੈਤਾਨ ਸੀ, ਜਿਵੇਂ ਉਹ ਦੱਸਿਆ ਹੋਇਆ ਸੀ ਗੁਰਦੇਵ ਨੇ ਉਹਦੇ ਅਨੁਸਾਰ ਹੀ ਦੱਸਦਾ ਸੀ। ਉਹ ਕਹਿੰਦਾ ਵੀ ਗਾਂ ਕਿਸ ਤਰ੍ਹਾਂ ਹੁੰਦੀ ਹੈ, ਕਹਿੰਦਾ ਏਕ ਸਪਟਿਉਂ ਗੰਤਿਉਂ, ਕਹਿੰਦਾ ਗਾਂ ਉਹ ਹੁੰਦੀ ਹੈ ਜਿਹਦੇ ਇੱਕ ਸੁੰਮ ਹੋਵੇ, ਜਿਹੜੇ ਹੇਠਾਂ ਪੈਰ ਹੁੰਦੇ ਨਾ। ਜਿਹੜੀ ਗਾਂ ਹੈ, ਮੱਝ ਹੈ ਜਾਂ ਹੋਇਆ, ਇਹਦੇ ਗਾਂ ਦੀ ਤਾਂ ਦੋ ਅਲੱਗ-ਅਲੱਗ ਵਿਚਾਲੇ ਥੋੜ੍ਹੀ ਜਿਹੀ ਤਰੇੜ ਹੈ, ਦੋ ਹਿੱਸਿਆਂ ਦੇ ਵਿੱਚ ਗਾਂ ਦਾ ਖੁਰ ਹੁੰਦਾ ਹੈ। ਜਿਹੜਾ ਘੋੜਾ ਹੁੰਦਾ ਹੈ, ਖੋਤਾ ਹੁੰਦਾ ਹੈ, ਖੋਤੀ ਹੈ, ਘੋੜੀ ਹੈ, ਇਹਨਾਂ ਦਾ ਇੱਕ ਸੁੰਮ ਹੁੰਦਾ। ਉਹ ਕਹਿੰਦਾ ਇੱਕ ਸੌਤਿਉਂ ਗੌਤਿਉਂ, ਤੇ ਉਹ ਗਾਂ ਘੋੜੇ ਨੂੰ, ਗਧੇ ਨੂੰ, ਇਹਨੂੰ ਗਾਂ ਸਮਝ ਕੇ ਆ ਗਿਆ। ਇਹ ਨਾ ਦੋਸ਼ ਜਿਹੜਾ ਪਹਿਲਾਂ ਗਿਆ ਸੀ ਉਹ ਲਕਸ਼ ਵਿੱਚ ਵਰਤ ਕੇ ਅਲਕਸ਼ ਵਿੱਚ ਵਰਤਿਆ। ਲਕਸ਼ਣਾ ਗਊ ਦਾ ਕੀਤਾ ਸੀ, ਉਹ ਬੇਟਾਂ ਭਗਰੀਆਂ ਜਿਹੜੀਆਂ ਬੱਕਰੀਆਂ ਸੀ ਉਹਨਾਂ 'ਚ ਵੀ, ਭੇਡਾਂ 'ਚ ਵੀ, ਮੱਝਾਂ 'ਚ ਵੀ ਸਾਰੇ ਵਰਤ ਗਿਆ। ਤੇ ਦੂਸਰਾ ਜਿਹੜਾ ਕਿ ਸੀ, ਤੇ ਉਹ ਜਿਹੜਾ ਲਕਸ਼ ਦੇ ਇੱਕ ਹਿੱਸੇ ਵਿੱਚ ਵਰਤੇ, ਦੱਸੀ ਹੋਈ ਵਸਤੂ ਦੇ ਵਿੱਚ ਕਪਲਾਂ ਗਾਂ ਵੀ ਹੁੰਦੀ ਹੈ ਤੇ ਇੱਕ ਹਿੱਸੇ 'ਚ ਵਰਤਿਆ, ਬਾਕੀ ਗਾਵਾਂ 'ਚ ਵਰਤਿਆ ਨਹੀਂ। ਤੇ ਤੀਸਰਾ ਜਿਹੜਾ ਸੀ, ਜਿਹੜਾ ਲਕਸ਼ ਮੱਤ ਵਿੱਚ ਵਰਤੇ ਹੀ ਨਾ, ਲਕਸ਼ਣ ਕੀਤਾ ਗਾਂ ਦਾ, ਵਰਤ ਗਿਆ ਜਾ ਕੇ ਘੋੜੇ ਦੇ ਵਿੱਚ, ਇਹਨੂੰ ਕਹਿੰਦੇ ਨੇ। ਤੇ ਇਹ ਜਿਹੜੇ ਦੋਸ਼ ਅਤੀ ਵਿਆਪਤੀ, ਆਵਿਆਪਤੀ ਤੇ ਅਸੰਭਵ ਦੋਸ਼, ਜਿਹੜਾ ਦਸੀ ਵਰਤੂ ਦੇ ਲਕਸ਼ ਮਾਤਰ 'ਚ ਵਰਤੇ ਹੀ ਨਾ, ਤੇ ਅਤੀ ਸਮਗਰੀ ਗੌਰਵਤਾ ਦੋਸ਼, ਜਿਹੜਾ ਥੋੜ੍ਹੇ ਪਦਾਂ ਵਿੱਚ ਸਰ ਜਾਵੇ ਉਹਦੇ ਵਿੱਚ। ਉਹ ਕਹਿੰਦੇ ਵੀ ਤੁਹਾਡੇ ਤਾਂ ਇਹਦੇ ਵਿੱਚ ਇਹ ਸਾਰਾ ਕੁਛ ਜਿਹੜਾ ਸਾਨੂੰ ਦਿਸਦਾ, ਤੇ ਮਹਾਰਾਜ ਕਹਿੰਦੇ ਨਹੀਂ, ਇਹਦੇ 'ਚ ਇੱਕ ਵੀ ਦੋਸ਼ ਨਹੀਂ ਆ ਜਿਹੜੇ ਤੁਸੀਂ ਕਹਿੰਦੇ ਫਿਰ ਸਿੱਧ ਕਰੋ। ਹੁਣ ਸਵਾਲ ਐਡਾ ਗਹਿਰਾ ਤੇ ਇਹਦੇ ਅਰਥ ਕਿੰਨੇ ਸੌਖੇ ਹੋ ਜਾਣਗੇ? ਸਵਾਲ ਦੇ ਆਧਾਰ 'ਤੇ ਹੀ ਉੱਤਰ ਹੁੰਦਾ। ਤੇ ਇਸ ਕਰਕੇ ਫਿਰ ਉਹਨਾਂ ਦਾ ਪਹਿਲਾ ਪ੍ਰਸ਼ਨ ਹੈ, ਕਹਿੰਦੇ ਵੀ ਤੁਸੀਂ ਪਰਮਾਤਮਾ ਨੂੰ ਇੱਕ ਲਿਖਿਆ। ਕਹਿੰਦੇ ਜਦੋਂ ਇੱਕ ਲਿਖ ਦਿੱਤਾ ਫਿਰ ਤੁਸੀਂ ਓਅੰਕਾਰ ਲਿਖਣ ਦੀ ਕੀ ਲੋੜ ਸੀ? ਅਤੀ ਗੌਰਵਤਾ ਰੂਪ ਦੋਸ਼, ਇਹਦੀ ਅਤ ਸਮਗਰੀ ਗੌਰਵਤ ਰੂਪ ਦੋਸ਼ ਹੈ ਤੁਹਾਡੇ ਵਿੱਚ, ਇਹ ਸਿੱਧ ਕਰੋ। ਹੁਣ ਇਹ ਅਰਥ ਇਹਦੇ ਨਾਲ ਚੱਲਣਗੇ। ਹਾਂਜੀ ਬੋਲੇ ਜੀ। ਇੱਕ ਓੰਕਾਰ। ਤੇ ਮਹਾਰਾਜ ਸਾਹਿਬ ਜੀ ਨੂੰ ਉਹਨਾਂ ਨੇ ਕਿਹਾ ਵੀ ਇੱਕ ਕਿਉਂ ਲਿਖਿਆ? ਇੱਕ ਕਹਿ ਦਿੱਤਾ, ਇਹ ਅਸੀਂ ਸਮਝ ਲਈ ਵੀ ਅਦਵੈਤ ਸਰੂਪ ਹੈ, ਤੇ ਓੰਕਾਰ ਪਦ ਤੁਹਾਡਾ ਇਹ ਵਾਧੂ ਹੈ, ਇਹਦੀ ਕੋਈ ਲੋੜ ਨਹੀਂ ਸੀ। ਗੁਰੂ ਸਾਹਿਬ ਜੀ ਕਹਿੰਦੇ ਜੇ ਮੈਂ ਇੱਕ ਕਹਿ ਕੇ ਓੰਕਾਰ ਨਾ ਕਹਿੰਦਾ, ਕਹਿੰਦਾ ਫਿਰ ਇਹਦੇ ਵਿੱਚ ਇੱਕ ਤਾਂ ਮਾਇਆ ਵੀ ਹੈ, ਇੱਕ ਆਕਾਸ਼ ਵੀ ਹੈ, ਇਹ ਵੀ ਤਾਂ ਇੱਕੋ ਹੀ ਆਕਾਸ਼, ਮਾਇਆ ਵੀ ਇੱਕੋ ਹੀ ਹੈ। ਤੋ ਇਸ ਕਰਕੇ ਫਿਰ ਲੱਛਣ ਜਿਹੜਾ ਹੈ ਬ੍ਰਹਮ ਦਾ ਕਰਨਾ ਸੀ, ਤੇ ਜਾ ਕੇ ਆਕਾਸ਼ ਤੇ ਮਾਇਆ 'ਚ ਵਰਤ ਜਾਣਾ ਸੀ। ਇਸ ਕਰਕੇ ਅਸੀਂ ਇੱਕ ਦੇ ਨਾਲ ਕਿਹਾ ਓੰਕਾਰ। ਅਸੀਂ ਓੰਕਾਰ ਤਾਂ ਕਿਹਾ ਹੈ ਕਿਉਂਕਿ ਆਕਾਸ਼ ਤੇ ਮਾਇਆ ਬ੍ਰਹਮ ਦੀ ਸੱਤਾ ਤੋਂ ਬਿਨਾਂ ਜੜਨ, ਪਰ ਪਰਮਾਤਮਾ ਜਿਹੜਾ ਨਾ ਉਹ ਪ੍ਰਕਾਸ਼ ਰੂਪ ਹੈ। ਓੰਕਾਰ ਦਾ ਮਤਲਬ ਹੈ ਪ੍ਰਕਾਸ਼ ਰੂਪ। ਆਕਾਸ਼ ਪ੍ਰਕਾਸ਼ ਰੂਪ ਨਹੀਂ ਹੈ, ਮਾਇਆ ਪ੍ਰਕਾਸ਼ ਰੂਪ ਨਹੀਂ ਹੈ। ਇੱਕ ਦੇ ਨਾਲ ਤਾਂ ਓੰਕਾਰ ਕਿਹਾ ਹੈ। ਸਤਨਾਮ। ਉਹ ਕਹਿਣ ਲੱਗੇ ਜੀ ਫਿਰ ਚਲੋ ਠੀਕ ਹੈ ਵੀ ਤੁਸੀਂ ਓੰਕਾਰ, ਇਹ ਸਾਡੇ ਗੱਲ ਸਮਝ ਵਿੱਚ ਆ ਗਈ ਵੀ ਤੁਸੀਂ ਓੰਕਾਰ ਕਹਿ ਦਿੱਤਾ ਸੀ, ਫਿਰ ਸੱਤ ਕਹਿਣ ਦੀ ਕੀ ਲੋੜ ਪੈਗੀ ਤੁਹਾਨੂੰ? ਫਿਰ ਸੱਤ ਵਾਧੂ ਹੈ। ਇਹ ਸਵਾਲ ਸੀ ਉਹਨਾਂ ਦਾ। ਮਹਾਰਾਜ ਜੀ ਕਹਿੰਦੇ ਪ੍ਰਕਾਸ਼ ਰੂਪ ਸ਼ਾਸਤਰਾਂ ਨੇ, ਓੰਕਾਰ ਦਾ ਅਰਥ ਪ੍ਰਕਾਸ਼ ਨੇ, ਪ੍ਰਕਾਸ਼ ਰੂਪ ਸ਼ਾਸਤਰਾਂ ਨੇ ਖਟ ਜੋਤੀਆਂ ਮੰਨੀਆਂ ਨੇ। ਖਟ ਦਾ ਮਤਲਬ 6 ਚੀਜ਼ਾਂ ਮੰਨੀਆਂ। ਕਿਹੜੀਆਂ ਕਿਹੜੀਆਂ? ਬੁੱਧੀ, ਬਿਜਲੀ, ਚੰਦ, ਸੂਰਜ, ਤਾਰੇ, ਅਗਨੀ। ਇਹ ਆਪਣੇ ਆਪ ਇਹਨਾਂ ਦਾ ਪ੍ਰਕਾਸ਼ ਹੈ। ਇਹਦੇ 'ਚ ਤੇਲ ਬੱਤੀ ਨਹੀਂ ਪਾਉਣੀ ਪੈਂਦੀ। ਸ਼ਾਸਤਰਾਂ ਨੇ ਇਹ ਕਰੀ ਹੈ।
ਖਟ ਜੋਤੀਆਂ ਦੇ ਵਿੱਚ ਇੰਨਾ ਕੁ ਭੇਦ ਹੈ ਵੀ ਕਈਆਂ ਨੇ ਬੁੱਧੀ ਨੂੰ ਮੰਨਿਆ ਅਤੇ ਕਈਆਂ ਨੇ ਟਟਿਆਣੇ ਨੂੰ ਮੰਨਿਆ, ਅਤੇ ਇਹਦਾ ਥੋੜ੍ਹਾ ਜਿਹਾ ਫਰਕ ਹੈ। ਕਈਆਂ ਨੇ ਜਿਵੇਂ ਗਿਆਨੀ ਕਿਰਪਾਲ ਸਿੰਘ ਜੀ ਨੇ ਅੰਮ੍ਰਿਤਸਰ ਵਾਲੇ ਸਟੀਕ ਦੇ ਵਿੱਚ ਉਹਨਾਂ ਨੇ ਬਾਣੀ ਨੂੰ 6ਵਾਂ ਥਾਂ 'ਤੇ ਰੱਖਿਆ। ਇੰਨਾ ਕੁ ਅੰਤਰਾ ਹੋ ਸਕਦਾ ਹੈ, ਪਰ ਇਹ ਬੁੱਧੀ, ਬਿਜਲੀ, ਚੰਦ, ਸੂਰਜ, ਤਾਰੇ, ਅਗਨੀ ਖਟ ਜੋਤੀਆਂ ਅਤੇ ਪ੍ਰਕਾਸ਼ ਰੂਪ ਤਾਂ ਇਹ ਵੀ ਮੰਨੀਆਂ ਨੇ ਖਟ ਜੋਤੀਆਂ ਵਾਲਿਆਂ ਨੇ। ਫਿਰ ਅਸੀਂ ਬ੍ਰਹਮ ਦਾ ਲਕਸ਼ਣ ਜਿਹੜਾ ਕੀਤਾ ਸੀ ਓਂਕਾਰ ਦਾ, ਜੇ ਓਂਕਾਰ ਸੱਤ ਨਾ ਕਹਿੰਦੇ, ਇਹ ਖਟ ਜੋਤੀਆਂ ਸੱਤ ਨਹੀਂ ਹਨ, ਨਾਸ ਹੋ ਜਾਣਗੀਆਂ। ਤੋ ਇਸ ਕਰਕੇ ਤਾਂ ਅਸੀਂ ਸੱਤ ਕਿਹਾ ਵੀ ਪਰਮੇਸ਼ਰ ਹੈ ਜਿਹੜਾ ਅਦਵੈਤ ਰੂਪ ਹੈ, ਪ੍ਰਕਾਸ਼ ਰੂਪ ਹੈ ਅਤੇ ਸੱਤ ਰੂਪ ਵੀ ਹੈ। ਸੱਤ ਤਾਂ ਕਿਹਾ। ਉਹ ਕਹਿੰਦੇ ਜੀ ਚਲੋ ਮੰਨ ਲਈ ਤੁਹਾਡੀ ਗੱਲ ਵੀ ਤੁਸੀਂ ਸੱਤ ਕਹਿ ਦਿੱਤਾ, ਸਿੱਧ ਵੀ ਹੋ ਗਿਆ, ਅਸੀਂ ਸਮਝ ਗਏ ਸੱਤ। ਇਹ ਫਿਰ ਨਾਮ ਕਹਿਣ ਦੀ ਕੀ ਲੋੜ ਸੀ? ਤੁਸੀਂ ਤਾਂ ਸੱਤ ਦੇ ਨਾਲ ਨਾਮ ਵੀ ਕਿਹਾ, ਇਹ ਵਾਧੂ ਪਦ ਹੈ। ਮਹਾਰਾਜ ਕਹਿੰਦੇ ਜੇਕਰ ਅਸੀਂ ਇੱਕ ਓਅੰਕਾਰ ਕੇਵਲ ਸੱਤ ਹੀ ਜਿਹੜਾ ਕਹਿ ਦਿੱਤਾ ਵੀ ਇੱਕ ਓਅੰਕਾਰ, ਅਤੇ ਇੰਨਾ ਹੀ ਕੇਵਲ ਸੱਤ ਹੀ ਕਹਿ ਦਿੱਤਾ ਵੀ ਸੱਤ ਹੈ, ਤੁਸੀਂ ਕਿਹਾ ਵੀ ਇਹ ਪਦ ਵਾਧੂ ਹੈ, ਵੀ ਨਾਮ ਪਦ ਹੈ ਜਿਹੜਾ ਇਹ ਵਾਧੂ ਹੈ। ਕਹਿੰਦੇ ਫਿਰ ਇਹਦੇ ਵਿੱਚ ਤਾਂ ਇੱਕ ਹੋਰ ਬੜਾ ਦੋਸ਼ ਹੋ ਜਾਣਾ ਸੀ। ਉਹ ਕਹਿੰਦੇ ਵੀ ਦੱਸੋ ਕੀ? ਉਹ ਕਹਿੰਦੇ ਤੁਹਾਡੇ ਵਿੱਚ ਨਿਆਏ ਸ਼ਾਸਤਰ ਪੜ੍ਹੇ ਹੋਏ ਕੁਛ ਲੋਕ ਬੈਠੇ ਹੋਣਗੇ ਸਿੱਧ, ਨਿਆਏ ਸ਼ਾਸਤਰ ਵਾਲੇ ਜਾਤੀ ਅਤੇ ਆਕਾਸ਼ ਨੂੰ ਸੱਤ ਮੰਨਦੇ। ਨਿਆਇਕਾਂ ਦੇ ਅਨੁਸਾਰ ਜਾਤੀ ਮਨੁੱਖ ਤੋਂ ਮਨੁੱਖ ਬਣਦਾ, ਜਿਵੇਂ ਪਿਤਾ ਤੋਂ ਪੁੱਤਰ ਪੈਦਾ ਹੋ ਗਿਆ, ਪਿਤਾ ਦੀ ਮੌਤ ਹੋ ਗਈ, ਪੁੱਤ ਹੈਗਾ, ਪੋਤਰਾ ਹੋ ਗਿਆ, ਕਿ ਇਹ ਮਨੁੱਖ ਜਾਤੀ ਬਣੀ ਰਹਿੰਦੀ ਹੈ। ਮਨੁੱਖ ਜਾਤੀ ਨੂੰ ਨਿਆਏ ਸ਼ਾਸਤਰ ਵਾਲੇ ਕਹਿੰਦੇ ਵੀ ਹਮੇਸ਼ਾ ਰਹਿੰਦੀ ਹੈ। ਤੋ ਇਸ ਕਰਕੇ ਨਿਆਇਕ ਸ਼ਾਸਤਰੀ ਮਨੁੱਖ ਜਾਤੀ ਨੂੰ ਮਨੁੱਖ ਤੋਂ ਬਣਦਾ ਕਹਿ ਕੇ ਵੀ ਪੁੱਤ ਪੋਤਰਾ ਅੱਗੇ ਬਣਿਆ, ਮਨੁੱਖ ਜਾਤੀ ਬਣੀ ਰਹਿੰਦੀ ਹੈ। ਨਿਆਇਕ ਅਨੁਸਾਰ ਜਾਤੀ ਵੀ ਸੱਤ ਹੈ ਅਤੇ ਉਹਨਾਂ ਨੇ ਆਕਾਸ਼ ਨੂੰ ਵੀ ਸੱਤ ਮੰਨਿਆ। ਜਿਹੜਾ ਜੜ ਹੈ ਅਤੇ ਤਮੋ ਗੁਣ ਦਾ ਵਾਚਕ ਹੈ, ਆਕਾਸ਼ ਨੂੰ ਨਿਆਇਕਾਂ ਨੇ ਸੰਤ ਬੰਨਿਆ, ਇਹ ਉਹਨਾਂ ਦਾ ਮਤ ਹੈ। ਮਨੁੱਖ ਜਾਤੀ ਅਤੇ ਆਕਾਸ਼ ਨੂੰ ਸੱਤ ਕਹਿਣ ਵਾਲਿਆਂ ਨੂੰ ਅਗਿਆਨ ਕਰਕੇ ਕਿਹਾ, ਨਾ ਮਨੁੱਖ ਜਾਤੀ ਨੇ ਸਦਾ ਸੱਤ ਰਹਿਣਾ ਅਤੇ ਨਾ ਆਕਾਸ਼ ਨੇ ਰਹਿਣਾ, ਇਹਨਾਂ ਦਾ ਨਾਸ ਹੋ ਜਾਣਾ। ਅਤੇ ਅਸੀਂ ਸੱਤ ਦੁਆਰਾ ਬ੍ਰਹਮ ਦਾ ਲੱਖਣ ਕੀਤਾ ਸੀ ਕਿ ਹਮੇਸ਼ਾ ਰਹਿਣ ਵਾਲਾ ਹੈ, ਪਰ ਨਿਆਇਕਾਂ ਦੇ ਅਨੁਸਾਰ ਜਾਤੀ ਅਤੇ ਆਕਾਸ਼ ਵਿੱਚ ਘਟ ਜਾਣਾ ਸੀ। ਇਸ ਕਰਕੇ ਬਈ ਅਸੀਂ ਨਾਮ ਕਿਹਾ, ਅਤੇ ਇੱਕ ਓਅੰਕਾਰ ਨੂੰ ਨਾਮ ਤੱਕ ਇਹ ਅੱਖਰ, ਇੱਕ ਓਅੰਕਾਰ ਸੱਤ ਨਾਮ, ਤਾਂ ਉਹਨੂੰ ਨਾਮ ਕਿਹਾ। ਇਹ ਸਰੂਪ ਲੱਖਣ ਕਹਿ ਦਿੱਤਾ ਹੈ। ਮਾਇਆ ਦੇ ਨਾਮ ਅਤੇ ਰੂਪ ਜਿਹੜੇ ਉਹ ਪਰਮੇਸ਼ਰ ਦਾ ਸਰੂਪ ਸੱਚਾ ਹੈ, ਮਾਇਆ ਦੇ ਨਾਮ ਅਤੇ ਰੂਪ ਨਾਸਵਾਨ। ਕੱਪੜ ਰੂਪ ਸੁਹਾਵਣਾ, ਛੜ ਦੁਨੀਆ ਅੰਦਰ ਜਾਵਣਾ, ਉਹ ਨਾਸ ਹੋ ਜਾਣਗੇ। ਹੁਣ ਪ੍ਰਸ਼ਨ ਫੇਰ ਚੱਲਦਾ ਅੱਗੇ, ਅਤੇ ਉਹ ਪ੍ਰਸ਼ਨ ਅੱਗੇ ਕਰਨਗੇ। ਅੱਗੇ ਤੋਂ ਹੈ ਜੀ ਕਰਤਾ ਪੁਰਖ। ਉਹ ਕਹਿੰਦੇ ਜੀ ਨਾਮ ਕਹਿ ਦਿੱਤਾ, ਅਤੇ ਨਾਮ ਤੋਂ ਬਾਅਦ ਫਿਰ ਤੁਸੀਂ ਨਾਲ ਕਰਤਾ ਸ਼ਬਦ ਵੀ ਤਾਂ ਕਿਹਾ, ਫਿਰ ਕਰਤਾ ਸ਼ਬਦ ਵਾਧੂ ਹੈ। ਸਿੱਧਾਂ ਦੀ ਅਤ ਦਰਜੇ ਦੀ ਫਸਾਉਣ ਦੀ ਵਿਉਂਤ ਵੀ ਉਹ ਇੱਕ ਪਦ ਫੜ ਲੈਂਦੇ ਆ, ਆਹ ਵਾਧੂ ਹੈ ਜੀ, ਉਹ ਸਿੱਧ ਕਰ ਦਿੰਦੇ ਨੇ ਮਹਾਰਾਜ, ਫਿਰ ਅਗਲਾ ਪਦ ਫੜ ਲੈਂਦੇ ਨੇ। ਤੁਸੀਂ ਕਰਤਾ ਸ਼ਬਦ ਕਿਹਾ, ਇਹ ਵਾਧੂ ਹੈ। ਮਹਾਰਾਜ ਸਾਹਿਬ ਕਹਿੰਦੇ ਅਸੀਂ ਕਰਤਾ ਸ਼ਬਦ ਇਸ ਕਰਕੇ ਕਿਹਾ, ਇਹ ਵਾਧੂ ਨਹੀਂ ਹੈ। ਨਾਮ ਤਾਂ ਸਾਰੇ ਸਰੀਰ ਧਾਰੀਆਂ ਦੇ ਵੱਖਰੇ ਵੱਖਰੇ ਨੇ। ਹਿੰਦੂ, ਮੁਸਲਮਾਨ, ਭਿੰਨ ਭਿੰਨ ਜਾਤੀਆਂ ਕਲਪਨਾ ਕੀਤੀਆਂ ਜਾਂਦੀਆਂ ਨੇ, ਅਤੇ ਇਸ ਕਰਕੇ ਵੀ ਅਸੀਂ ਨਾਲ ਕਰਤਾ ਇਸ ਕਰਕੇ ਕਿਹਾ ਕਿ ਇਹ ਸਾਰੇ ਨਾਮ ਤਾਂ ਵੱਖਰੇ ਵੱਖਰੇ ਜ਼ਰੂਰ ਨੇ, ਪਰ ਇਹ ਸੰਸਾਰ ਦੇ ਕਰਤਾ ਨਹੀਂ ਹਨ। ਇਸ ਕਰਕੇ ਉਹ ਪਰਮੇਸ਼ਰ ਹੈ ਜਿਹੜਾ ਸੰਸਾਰ ਦੇ ਕਰਨ ਵਾਲਾ ਹੈ, ਪਰਮੇਸ਼ਰ ਹੈ। ਇਸ ਕਰਕੇ ਕਰਤਾ ਸ਼ਬਦ ਅਸੀਂ ਗਲਤ ਨਹੀਂ ਕਿਹਾ ਹੈ। ਨਾਮ ਤਾਂ ਸਾਰੇ ਲੋਕਾਂ ਦੇ ਹੈਗੇ, ਪਰ ਇਹ ਕਰਤੇ ਥੋੜ੍ਹੀ ਬਣ ਗਏ, ਰੱਬ ਥੋੜ੍ਹੀ ਬਣ ਗਏ। ਕਰਤਾ ਪਰਮੇਸ਼ਰ ਹੈ, ਕਰਨ ਵਾਲਾ। ਕਹਿੰਦੇ ਜੀ ਫਿਰ ਅੱਗੇ ਪ੍ਰਸ਼ਨ ਉਹਨਾਂ ਨੇ ਕੀਤਾ ਵੀ ਠੀਕ ਹੈ ਵੀ ਤੁਸੀਂ ਇੱਥੇ ਤੱਕ ਸਾਡੀ ਗੱਲ ਸਮਝ ਆ ਗਈ। ਕਰਤਾ ਸ਼ਬਦ ਦੇ ਨਾਲ ਫਿਰ ਤੁਸੀਂ ਨਾਲ ਪੁਰਖ ਨਹੀਂ ਕਿਹਾ? ਹਾਂਜੀ। ਨਿਰਭਉ ਨਿਰਵੈਰ। ਅਤੇ ਉਹ ਜਿਹੜਾ ਪੁਰਖ ਸ਼ਬਦ ਹੈ, ਕਹਿੰਦੇ ਫਿਰ ਤੁਸੀਂ ਪੁਰਖ ਕਹਿ ਕੇ ਮਹਾਰਾਜ ਕਹਿੰਦੇ ਵੀ ਸ੍ਰਿਸ਼ਟੀ ਦੇ ਵਿੱਚ ਬਹੁਤ ਸਾਰੇ ਲੋਕ ਐਸੇ ਹੈ ਕਿ ਜਿਵੇਂ ਪਿੱਛੇ ਇਹ ਸ਼ਬਦ ਕਿਹਾ ਵੀ ਜੀਵਾਂ ਦੇ ਭਿੰਨ ਭਿੰਨ ਨਾਮ ਕਰਤਾ ਸੀ, ਫਿਰ ਉਹ
ਪ੍ਰਸ਼ਨ ਉਹਨਾਂ ਦਾ ਵੀ ਕਰਤਾ ਸ਼ਬਦ ਕਹਿ ਕੇ ਨਾਲ ਪੁਰਖ ਨਹੀਂ ਸੀ ਕਹਿਣਾ। ਤੇ ਮਹਾਰਾਜ ਨੇ ਉੱਤਰ ਦਿੱਤਾ ਕਿ ਅਸੀਂ ਪੁਰਖ ਸ਼ਬਦ ਇਸ ਕਰਕੇ ਵਰਤਿਆ, ਸੰਸਾਰ ਦੇ ਵਿੱਚ ਛੋਟੀਆਂ ਛੋਟੀਆਂ ਚੀਜ਼ਾਂ ਦੇ ਵੀ ਲੋਕ ਕਰਦੇ। ਹੁਣ ਘੜੇ ਦਾ ਕਰਤਾ ਘੁਮਿਆਰ ਹੈ, ਤੇ ਸ਼ਸਤਰ ਦਾ ਕਰਤਾ ਲੁਹਾਰ ਹੈ, ਬਸਤਰ ਦਾ ਕਰਤਾ ਜੁਲਾਹਾ ਹੈ। ਪਰ ਇਹ ਜਿਹੜੇ ਲਕਸ਼ਣ ਕੀਤੇ ਨੇ, ਅਸੀਂ ਬ੍ਰਹਮ ਦੇ ਲਕਸ਼ਣ ਕੀਤੇ ਨੇ ਵੀ ਇਹ ਸਾਰੀਆਂ ਸਾਰੀਆਂ ਚੀਜ਼ਾਂ ਬਣਾ ਲਓ। ਇਹ ਬਾਕੀ ਸੁਪਨਮਈ ਸ੍ਰਿਸ਼ਟੀ ਦੇ ਅੰਦਰ ਜੀਵ ਅਨੇਕਾਂ ਤਰ੍ਹਾਂ ਦੀ ਉਹ ਰਚਨਾ ਕਰਦਾ, ਉਹ ਵੀ ਕਰਤਾ ਹੈ। ਤੇ ਇਸ ਕਰਕੇ ਇਹ ਕਰਤੇ ਤਾਂ ਹੈ ਸਾਰੇ, ਵੀ ਪੁਰਖ ਕੀ ਇਹ ਵਿਆਪਕ ਨਹੀਂ ਹੈ, ਇਹਦੇ ਨਾਲ ਕਰਤਾ ਇਸ ਕਰਕੇ ਕਿਹਾ। ਹੁਣ ਚਲੋ ਮੱਕੜੀ ਦਾ ਹੀ ਲਓ, ਮੱਕੜੀ ਜਾਲਾ ਤਣਦੀ ਹੈ। ਮੱਕੜੀ ਦਾ ਸੂਖਮ ਸਰੀਰ ਜਿਹੜਾ ਉਹ ਜਾਲੇ ਦਾ ਨਿਮਿਤ ਕਾਰਨ ਹੈ, ਤੇ ਅਸਥੂਲ ਸਰੀਰ ਦਾ ਉਪਾਦਾਨ ਕਾਰਨ ਹੈ। ਦੋ ਹੁੰਦੇ ਨੇ, ਉਪਾਦਾਨ ਕਾਰਨ ਤੇ ਨਿਮਿਤ ਕਾਰਨ, ਅੱਗੇ ਆ ਜਾਣਗੇ, ਆਪਾਂ ਇੱਥੇ ਨਹੀਂ ਅਜੇ ਕਹਿੰਦੇ। ਤੇ ਆਪ ਹੀ ਨੇ ਆਪ ਸਾਜੇ, ਆਪ ਹੀ ਨੇ ਰਚਿਓ ਨਾ। ਉਹ ਮੱਕੜੀ ਹੈ, ਮੱਕੜੀ ਵੀ ਕਰਤਾ ਹੋ ਗਈ, ਜਾਲਾ ਉਹਨੇ ਰਚਿਆ। ਤੇ ਅਰ ਜਾਲਾ ਰਚਣ ਵੇਲੇ ਕਿਸੇ ਗਮਾਂਡੀਆਂ ਤੋਂ ਸੂਤ ਮੰਗ ਕੇ ਨਹੀਂ ਲੈ ਕੇ ਆਉਂਦੀ ਉਹ, ਵੀ ਤੁਸੀਂ ਸੂਤ ਦਿਓ, ਮੈਂ ਧਾਗਿਆਂ ਦੇ ਨਾਲ ਆਪਣਾ ਜਾਲਾ ਤਿਆਰ ਕਰਨਾ। ਆਪਣੇ ਮੂੰਹ ਦੇ ਵਿੱਚੋਂ ਹੀ ਥੋਕ ਕੱਢ ਕੇ ਉਹ ਜਾਲਾ ਤਣਦੀ ਹੈ। ਤੇ ਘੁਮਿਆਰ ਜਿਹੜਾ ਉਹ ਘੜਾ ਬਣਾਉਂਦਾ ਹੈ, ਲੁਹਾਰ ਸ਼ਸਤਰ ਬਣਾਉਂਦਾ ਹੈ, ਜੁਲਾਹਾ ਵਸਤਰ ਬਣਾਉਂਦਾ ਹੈ। ਇਹ ਕਰਤੇ ਹੈਗੇ ਸਾਰੇ, ਮੱਕੜੀ ਵੀ ਕਰਦਾ ਹੈ। ਹੁਣ ਕਰਤਾ ਤਾਂ ਹੈ, ਪਰ ਇਹ ਪੁਰਖ ਕੀ ਇਹ ਵਿਆਪਕ ਨਹੀਂ ਹੈ। ਕਿਵੇਂ? ਹੁਣ ਘੁਮਿਆਰ ਨੇ ਘੜਾ ਬਣਾਇਆ ਹੈ, ਜੇ ਆਪਾਂ ਕਹੀਏ ਵੀ ਘੁਮਿਆਰ ਘੜੇ ਦੇ ਵਿੱਚ ਤਾਂ ਨਹੀਂ ਵੜਿਆ ਬੈਠਾ, ਘੜਾ ਅਲੱਗ ਹੈ, ਘੁਮਿਆਰ ਅਲੱਗ ਹੈ। ਲੁਹਾਰ ਨੇ ਸ਼ਸਤਰ ਬਣਾਤੇ, ਸ਼ਸਤਰ ਦੇ ਵਿੱਚ ਤਾਂ ਨਹੀਂ ਆਪ ਹੈ ਉਹ। ਬਸਤਰ ਬਣਾਇਆ ਜੁਲਾਹੇ ਨੇ, ਬਸਤਰ ਦੇ ਵਿੱਚ ਆਪ ਤਾਂ ਨਹੀਂ ਹੈ ਉਹ। ਮੱਕੜੀ ਨੇ ਜਾਲਾ ਬਣਾਇਆ, ਤੇ ਜਾਲਾ ਮੱਕੜੀ ਦਾ ਰੂਪ ਨਹੀਂ ਹੈ। ਕਿਉਂ? ਮੱਕੜੀ ਉਹਦੇ 'ਚ ਵਿਆਪਕ ਨਹੀਂ ਹੈ, ਬਲਕਿ ਤੁਸੀਂ ਦੇਖਿਆ ਹੋਊਗਾ ਉਹ ਵਿੱਚ ਫਸ ਕੇ ਮਰਦੀ ਦੇਖੀ ਹੈ, ਜਾਲੇ 'ਚ ਫਸ ਕੇ ਆਪ ਹੀ ਮਰ ਜਾਂਦੀ ਹੈ। ਤੇ ਮਹਾਰਾਜ ਕਹਿੰਦੇ ਵੀ ਅਸੀਂ ਪੁਰਖ ਇਸ ਕਰਕੇ ਕਿਹਾ ਬਈ ਪਰਮਾਤਮਾ ਕਰਤਾ ਵੀ ਹੈ। ਇਹਨਾਂ ਕਰਤਿਆਂ ਵਰਗੇ ਜੇ ਅਸੀਂ ਕਰਤਾ ਇਕੱਲਾ ਹੀ ਕਹਿ ਦਿੰਦੇ ਤਾਂ ਮੱਕੜੀ, ਘੁਮਿਆਰ, ਜੁਲਾਹਾ ਇਹ ਸਾਰੇ ਕਰਤੇ ਹੀ ਨਹੀਂ, ਇਹਨਾਂ 'ਚ ਟੁਕ ਜਾਣਾ ਸੀ ਮੇਰੇ ਬ੍ਰਹਮ ਦਾ ਲਕਸ਼ਣ। ਮੈਂ ਕਹਿਤਾ ਪੁਰਖ ਵਿਆਪਕ ਹੈ, ਇਹ ਵਿਆਪਕ ਨਹੀਂ ਹੈ, ਇਸ ਕਰਕੇ ਮੈਂ ਇਹ ਪੁਰਖ ਕਿਹਾ। ਹੁਣ ਉਹ ਉਸੇ ਸ਼ਬਦ ਨੂੰ ਫੜ ਲੈਂਦੇ, ਉਹ ਕਹਿੰਦੇ ਜੀ ਫਿਰ ਤੁਸੀਂ ਪੁਰਖ ਸ਼ਬਦ ਤਾਂ ਕਹਿ ਦਿੱਤਾ, ਤੁਸੀਂ ਤਾਂ ਨਾਲ ਨਿਰਭਉ ਵੀ ਕਿਹਾ। ਨਿਰਭਉ ਕਿਉਂ ਕਿਹਾ? ਤੇ ਉਹ ਤੁਸੀਂ ਇਹ ਪੁਰਖ ਸ਼ਬਦ ਹੀ ਰਹਿਣ ਦਿੰਦੇ, ਇਹਦੀ ਕੀ ਲੋੜ ਸੀ? ਗੁਰੂ ਸਾਹਿਬ ਜੀ ਕਹਿੰਦੇ ਸਾਖ ਮਤ ਵਾਲਿਆਂ ਨੇ ਜੀਵ ਨੂੰ ਪੁਰਖ ਮੰਨਿਆ, ਅਸੰਗੋ ਹੀ ਪੁਰਖਾ ਆਇਓ, ਇਸ ਤਰ੍ਹਾਂ ਬੋਲੇ ਉਹਨੇ ਉਹ। ਤੇ ਉਹ ਅਸੰਗ ਪੁਰਖ, ਅਸੰਗਿਓ ਹੂੰ ਪੁਰਖਾ ਕਹਿੰਦੇ ਵੀ ਇਹ ਪੁਰਖ ਜੀਵ ਨੂੰ ਕਹਿੰਦੇ ਨੇ। ਉਹਦੀ ਸੁਰਤੀ ਹੈ 24 ਤੱਤਵਾਦੀ ਨੇ, 5 ਗਿਆਨ ਇੰਦਰੇ, 5 ਕਰਮ ਇੰਦਰੇ, 5 ਸੂਖਮ ਤੱਤ, 5 ਸਥੂਲ ਤੱਤ, 1 ਮਨ, ਤ੍ਰਿਦਾ ਹੰਕਾਰ, ਮਹੀ ਤੱਤ ਤੇ ਪ੍ਰਧਾਨ। ਇਹ 24 ਤੱਤਾਂ ਨੂੰ ਤੇ ਉਹ 24ਵਾਂ ਜਿਹੜਾ ਇਹਨਾਂ ਦੇ ਵਿੱਚ 25ਵਾਂ ਪੁਰਖ ਨੂੰ ਮੰਨਦੇ ਆ। ਅਸੰਗੋ ਹੀ ਪੁਰਖਾ ਜਿਹੜਾ ਕਿਹਾ, ਉਹ ਕਿਸੇ ਦਾ ਕਰਤਾ ਜਾਂ ਕਾਰਜ ਨਹੀਂ ਮੰਨਦੇ। ਜੇਕਰ ਅਸੀਂ ਕਹਿੰਦੇ ਪੁਰਖ ਹੀ ਕਹਿ ਦਿੰਦੇ ਤੇ ਫਿਰ ਸਾਂਖੀਆਂ ਦੇ ਮਤ ਅਨੁਸਾਰ ਪੁਰਖ ਦਾ ਲਖਣ ਹੋ ਜਾਣਾ ਸੀ, ਜਿਹੜਾ ਅਤਿਅੰਤ ਅਲਪੱਗ ਹੈ। ਜਦੋਂ ਬ੍ਰਹਮੰਡ ਨੂੰ ਹਿਰਨ ਕਰੋ ਭਖਸ਼ਣ ਕਰ ਜਾਂਦਾ ਹੈ, ਸਾਂਖੀਆਂ ਦੇ ਕਲਪੇ ਹੋਏ ਪੁਰਖ ਦੀਆਂ ਤਾਂ ਚੀਕਾਂ ਨਿਕਲ ਜਾਂਦੀਆਂ, ਕਿਉਂਕਿ ਉਹ ਨਿਰਭਉ ਨਹੀਂ ਹੈ। ਪੁਰਖ ਤਾਂ ਹੈਗਾ, ਨਿਰਭਉ ਨਹੀਂ ਹੈ। ਇਸ ਕਰਕੇ ਨਿਰਭਉ ਸ਼ਬਦ ਕਿਹਾ ਕਿ ਲਖਣ ਬ੍ਰਹਮਣ ਦਾ ਕੀਤਾ ਸੀ। ਕਿਤੇ ਬ੍ਰਹਮ ਦਾ ਲੇਖਣ ਜਿਹੜਾ ਉਹ ਕਿਤੇ ਸਾਂਖੀਆਂ ਦੇ ਕਰਤੇ ਉਹਦੇ ਪੁਰਖ ਦੇ ਵਿੱਚ ਨਾ ਕਲਪਨਾ ਕੀਤੀ ਜਾਏ। ਤੇ ਪੁਰਖ ਦਾ ਮਨੁੱਖ ਨੂੰ ਵੀ ਕਹਿੰਦੇ ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂ, ਬਿਨ ਪਿਰ ਪੁਰਖ ਨਾ ਜਾਣੇ। ਔਰਤ ਨੂੰ ਕਿਹਾ ਵੀ ਆਪਣੇ ਪਤੀ ਦੇ ਬਿਨਾਂ ਪੁਰਖ ਹੀ ਨਾ ਸਮਝੀ ਕਿਸੇ ਨੂੰ। ਇਹ ਬੰਦੇ ਦਾ ਲਕਸ਼ਣ ਹੋ ਗਿਆ, ਔਰਤਾਂ ਦੇ ਮੁਕਾਬਲੇ ਪੁਰਖ ਕਿਹਾ ਜਾਂਦਾ ਹੈ ਮਨੁੱਖ ਨੂੰ। ਨਾਰੀ ਤੇ ਜੋ ਪੁਰਖ ਕਰਾਵੇ ਪੁਰਖਨ ਤੇ ਜੋ ਨਾਰੀ, ਇੱਥੇ ਵੀ ਤਾਂ ਪੁਰਖ ਤੇ ਨਾਰੀ ਦਾ ਅਲੱਗ-ਅਲੱਗ ਭੇਦ ਕਰਿਆ ਮਹਾਰਾਜ ਨੇ। ਸੋ ਇਸ ਕਰਕੇ ਮਨੁੱਖ ਕਾਲ ਦੇ ਭੈ ਦੇ ਵਿੱਚ ਨਾ, ਸਾਂਖੀਆਂ ਦਾ ਪੁਰਖ ਵੀ ਘੈ ਦੇ ਵਿੱਚ ਹੈ। ਤੋ ਇਸ ਕਰਕੇ ਅਸੀਂ ਨਿਰਭਉ ਕਿਹਾ ਕਿ ਉਹ ਬ੍ਰਹਮ ਦਾ ਲਕਸ਼ਣ ਹੈ ਜਿਹੜਾ ਪੁਰਖ ਦੇ ਨਾਲ ਨਿਰਭਉ ਸ਼ਬਦ ਤਾਂ ਕਿਹਾ। ਇਹ ਸਿੱਧ ਕਰਤਾ ਮਹਾਰਾਜ ਨੇ। ਹੁਣ ਪ੍ਰਸ਼ਨ ਅੱਗੇ ਚੱਲਿਆ, ਤੇ ਉਹ ਪ੍ਰਸ਼ਨ ਉਹਨਾਂ ਦਾ ਕੀ ਹੈ ਵੀ ਮਹਾਰਾਜ ਤੁਸੀਂ ਫਿਰ
ਜਿਹੜਾ ਪੁਰਖ ਕਿਹਾ ਹੈ ਇਹੀ ਰਹਿਣ ਦੇ, ਅਗਲਾ ਪਦ ਕਿਉਂ ਕਿਹਾ ਹੈ ਦੱਸਦੇ ਹਨ ਜੇ। ਨਿਰਵੈਰ ਕਹਿੰਦੇ ਤੁਸੀਂ ਨਿਰਭਉ ਸ਼ਬਦ ਕਹਿ ਦਿੱਤਾ, ਇਹਦੇ ਨਾਲ ਇਹ ਸਿੱਖਣਾ ਫਿਰ ਨਿਰਵੈਰ ਕਹਿਣ ਦੀ ਕੀ ਲੋੜ ਸੀ। ਮਹਾਰਾਜ ਕਹਿੰਦੇ ਸਿੱਧੋ ਅਸੀਂ ਨਿਰਵੈਰ ਸ਼ਬਦ ਇਸ ਕਰਕੇ ਕਿਹਾ, ਸੰਸਾਰ ਦੇ ਵਿੱਚ ਨਿਰਭਉ ਸ਼ਬਦ ਜਿਹੜਾ ਕੱਲਾ ਜੇ ਰਹਿਣ ਦਿੰਦੇ ਨਿਰਵੈਰ ਨਾ ਕਹਿੰਦੇ। ਨਿਰਭਉ ਤਾਂ ਫਿਰ ਰਾਵਣ ਵੀ ਹੋਇਆ, ਕੀ ਤੋਂ ਡਰਦਾ ਸੀ ਰਾਵਣ। ਸਵਾਸ ਬੀਰਜ ਹੋਇਆ, ਹਰਨਾਕਸ਼ ਹੋਇਆ, ਹਰਨਕਸ਼ਪ ਹੋਇਆ, ਜਲੇ ਹਰਨਾਥ ਥਲੇ ਹਰਨਾਕਸ਼ ਦਾ ਜਾਪ ਜਪਾ ਗਏ ਇਹ। ਉਹ ਕਿਸੇ ਤੇ ਜਿਹੜਾ ਰਾਮ ਜੀ ਨੂੰ ਤਾਂ ਇਹ ਦੱਸਦਾ ਸੀ ਵੀ ਇਹ ਬਨਵਾਸੀ ਹੈ, ਇਹ ਭਿਖਾਰੀ ਤੁਰੇ ਫਿਰਦੇ ਨੇ, ਤੇ ਪਰ ਉਹ ਨਿਰਭਉ ਤਾਂ ਸੀ, ਨਿਰਵੈਰ ਨਹੀਂ ਸੀ। ਰਾਮ ਜੀ ਦੇ ਨਾਲ ਬੈਰ ਨਹੀਂ ਕੀਤਾ ਉਸਨੇ। ਕੀ ਹਰਨਾਕਸ਼ ਨੇ ਆਪਣੇ ਪੁੱਤਰ ਪ੍ਰਹਲਾਦ ਨਾਲ ਬੈਰ ਨਹੀਂ ਕੀਤਾ। ਨਿਰਭਉ ਸੀ ਪਰ ਨਿਰਵੈਰ ਨਹੀਂ ਸੀ। ਅਸੀਂ ਬ੍ਰਹਮ ਦਾ ਲਕਸ਼ਣ ਕੀਤਾ ਤੇ ਵਾਹਿਗੁਰੂ ਜਿਹੜਾ ਹੈ ਨਾ ਉਹ ਬੈਰ ਤੋਂ ਰਹਿਤ ਹੈ, ਕਿਸੇ ਨਾਲ ਵੈਰ ਨਹੀਂ ਕਰਦਾ ਹੈ। ਇਸ ਕਰਕੇ ਇਹ ਲੱਛਣ ਅਸੀਂ ਨਿਰਵੈਰ ਕਿਹਾ ਹੈ। ਅਕਾਲ ਮੂਰਤ ਉਹ ਕਹਿੰਦੇ ਫਿਰ ਚਲੋ ਨਿਰਵੈਰ ਕਹਿ ਦਿੱਤਾ, ਸਾਡੇ ਸਮਝ ਆ ਗਈ ਗੱਲ। ਫਿਰ ਅਕਾਲ ਵਾਧੂ ਪਾਦਾ ਤੁਹਾਡਾ ਇਹ ਅਕਾਲ ਸ਼ਬਦ ਕਿਉਂ ਕਿਹਾ। ਕਹਿੰਦੇ ਸਿੱਧੋ ਤੁਹਾਡੇ ਪ੍ਰਸ਼ਨਾਂ 'ਤੇ ਮੈਨੂੰ ਹੈਰਾਨੀ ਵੀ ਹੁੰਦੀ ਹੈ ਵੀ ਕਿਸ ਤਰੀਕੇ ਨਾਲ ਕਰਦੇ ਹੋ ਤੁਸੀਂ। ਕਦੇ ਕਦੇ ਮੈਨੂੰ ਮਹਿਸੂਸ ਹੁੰਦਾ ਵੀ ਜਿਵੇਂ ਬੱਚਿਆਂ ਦੀਆਂ ਗੱਲਾਂ ਕਰਦੇ ਹੁੰਦੇ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ। ਮਹਾਰਾਜ ਕਹਿੰਦੇ ਚਲੋ ਜੇ ਤੁਸੀਂ ਪ੍ਰਸ਼ਨ ਕੀਤਾ ਹੈ ਮੈਂ ਇਹਦਾ ਉੱਤਰ ਦਿੰਦਾ ਵੀ ਨਿਰਭਉ ਦੇ ਨਾਲ ਨਿਰਵੈਰ ਤੁਸੀਂ ਕਿਹਾ ਪਦ ਵਾਧੂ ਹੈ। ਤੇ ਹੁਣ ਫਿਰ ਸੰਸਾਰ ਦੇ ਵਿੱਚ ਜਿਹੜੇ ਸੰਤ ਨੇ ਦੱਸੋ ਕਿਹਦੇ ਨਾਲ ਵੈਰ ਕਰਦੇ ਨੇ ਉਹ। ਸ਼ਸਤਰ ਤੀਖਣ ਕਾਟ ਡਾਰਿਓ, ਮਨ ਨਾ ਕੀਨੋ ਰੋਸ, ਕਾਜ ਆਕੋ ਲੈ ਸਵਾਰਿਓ, ਤਿਲ ਨਾ ਦੀਨੋ ਦੋਸ। ਸੰਤ ਕਰੇ ਨੇ ਬੈਰ ਕਹੂੰ, ਸਭ ਕੇ ਹਿਤ ਮੇਂ ਵਰਤੈ, ਅਥ ਸਾਰ ਕਿਤਾਬਲੀ 'ਚ ਲਿਖਿਆ। ਸੰਤ ਕਿਸੇ ਨਾਲ ਵੈਰ ਨਹੀਂ ਕਰਦੇ। ਨਿਰਵੈਰ ਤਾਂ ਫਿਰ ਸੰਤ ਵੀ ਹੈਗੇ ਪਰ ਅਕਾਲ ਨਹੀਂ ਹਨ ਉਹ। ਕਾਲ ਸੰਤਾਂ ਦੇ ਵੀ ਆਉਣਾ। ਹੁਣ ਜੇ ਸੰਤਾਂ ਤੇ ਕਾਲ ਨਾ ਆਵੇ ਭਾਈ ਬਰਸੀਆਂ ਕਾਹਤੇ ਮਨਾਉਂਦੇ ਨੇ ਲੋਕ ਫਿਰ। ਉਹ ਕਾਲ ਦੇ ਅਧੀਨ। ਇਸ ਕਰਕੇ ਪਰ ਜਿਹੜਾ ਅਕਾਲ ਪੁਰਖ ਹੈ ਉਹ ਬੈਰ ਤੋਂ ਰਹਿਤ ਤਾਂ ਹੈ ਹੀ ਹੈ, ਲੇਕਿਨ ਉਹਦੇ ਵਿੱਚ ਅਕਾਲ ਕਾਲ ਤੋਂ ਰਹਿਤ, ਉਹਦੇ ਉੱਤੇ ਕਾਲ ਨਹੀਂ ਆਏਗਾ। ਅਸੀਂ ਇਹ ਅਕਾਲ ਇਸ ਕਰਕੇ ਕਿਹਾ ਹੈ ਮੂਰਤ। ਤੇ ਕਹਿੰਦੇ ਤੇ ਬਾਜੀ ਫਿਰ ਤੁਸੀਂ ਅਕਾਲ ਸ਼ਬਦ ਕਹਿ ਰਹਿਣ ਦਿੰਦੇ, ਮੂਰਤ ਸ਼ਬਦ ਕਾਹਨੂੰ ਕਿਹਾ। ਮਹਾਰਾਜ ਕਹਿੰਦੇ ਸਿੱਧੋ ਜੇਕਰ ਅਸੀਂ ਮੂਰਤ ਸ਼ਬਦ ਨਾਮ ਵਰਤਦੇ ਤਾਂ ਕਾਲ ਦਾ ਜਿਹੜਾ ਕਾਲ ਸਮੇਂ ਦਾ ਲੱਖਣ ਹੋ ਜਾਣਾ ਸੀ। ਉਹਦਾ ਕਾਰਨ ਕੀ ਹੈ। ਭੂਤ ਕਾਲ, ਭਵਿੱਖਤ ਕਾਲ, ਵਰਤਮਾਨ। ਕਾਲਵਾਦੀ ਵਿਸ਼ੇਸ਼ਕ 6 ਸ਼ਾਸਤਰਾਂ ਦੇ ਸਾਖ, ਨਿਆਏ, ਵਿਸ਼ੇਕ, ਪੂਰਨਵਾਸਾ, ਪਤੰਜਲ, ਵਿਦਾਂਤ 6 ਸ਼ਾਸਤਰ ਨੇ ਇਹ। 16 ਨਾਮ ਦੀ ਬਾਣੀ 'ਚ ਪੜ੍ਹਦੇ ਹਾਂ 6 ਕਰ 6 ਗੁਰ 6 ਉਪਦੇਸ਼। ਉਹ ਜਿਹੜੇ ਵਿਸ਼ੇਸ਼ਕ ਨੇ ਉਹ ਕਾਲ ਨੂੰ ਅਕਾਲ ਮੰਨਦੇ ਨੇ ਪਰ ਕਾਲ ਨੂੰ ਅਮੂਰਤ ਹੈ। ਕਾਲ ਅਮੂਰਤ ਹੈ, ਮੂਰਤੀਵਾਨ ਪਦਾਰਥ ਹੈ। ਜਿਹੜਾ ਕਾਲ ਅਮੂਰਤ ਨਹੀਂ ਹੈ, ਮੂਰਤੀਵਾਨ ਕਿਉਂ। ਨਿਮਕ, ਪਲ, ਘੜੀਆਂ, ਪਹਿਰ, ਦਿਨ, ਮਹੀਨਾ, ਬਰਾ ਇਹ ਸਾਰਾ ਮੂਰਤੀਵਾਨ ਹੀ ਹਨ। ਹੁਣ ਇੱਥੇ ਇੱਕ ਹੋਰ ਗੁੱਝ ਭੇਦ ਹੈ ਵੀ ਵਿਆਕਰਨ ਦੇ ਅਨੁਸਾਰ ਹਰੇਕ ਅੱਖਰ ਵਿੱਚ ਐੜਾ ਅੱਖਰ ਅਤੇ ਸਿਹਾਰੀ ਵਾਲਿਆਂ ਦੇ ਵਿੱਚ ਈੜੀ ਅੱਖਰ, ਔਂਕੜ ਦੇ ਵਿੱਚ ਊੜਾ ਅੱਖਰ। ਵਿਆਕਰਨ ਦੀ ਰੀਤ ਅਨੁਸਾਰ ਇੱਥੇ ਮਾਂ ਦੇ ਵਿੱਚ ਆੜਾ ਮੰਨ ਕੇ ਤੇ ਇਸ ਪ੍ਰਕਾਰ ਅਮੂਰਤ ਸ਼ਬਦ ਹੈ। ਇਸ ਲਈ ਅਸੀਂ ਬ੍ਰਹਮ ਦਾ ਲੱਖਣ ਕਰਕੇ ਮੂਰਤ ਸ਼ਬਦ ਕਹਿ ਦਿੱਤਾ ਹੈ ਵੀ ਤਾਂ ਕਿ ਇਹ ਸਾਡੀ ਬਾਤ ਬ੍ਰਹਮ ਦੀ ਜਿਹੜੀ ਸ਼ਬਦ ਹੋ ਜਾਵੇ। ਫਿਰ ਉਹਦੇ 'ਚ ਨਾ 5 ਭਾਵ ਹੁੰਦੇ ਨੇ। ਬਸ ਅੱਜ ਦੀ ਕਥਾ 'ਚ ਇਹੀ ਇੰਨੀ ਕੁ ਗੂੜਤਾ ਜ਼ਿਆਦਾ ਆਊਗੀ। ਤੇ ਉਹ ਪਹਿਲਾ ਹੈ ਪ੍ਰਧੁੰਸਾ ਭਾਵ, ਤੇ ਦੂਜਾ ਪ੍ਰਗਿਆ ਭਾਵ, ਤੀਸਰਾ ਅਨਯੋਨਯ ਭਾਵ, ਚੌਥਾ ਅਤਿਅੰਤਾ ਭਾਵ, ਪੰਜਵਾਂ ਸਮੈਕਿਆ ਭਾਵ। ਉਹ ਕਹਿੰਦੇ ਵੀ ਇਹਦੇ ਵਿੱਚ ਨਿਆਇਕ ਮਤ ਵਾਲੇ ਪ੍ਰਧੁੰਸਾ ਭਾਵ, ਪ੍ਰਗਿਆ ਭਾਵ ਨੂੰ ਅਕਾਲ ਮੰਨਦੇ ਨੇ। ਉਹ ਕੀ ਹੈ, ਸੌਖੀ ਮਸਾਲਾ ਵੀ ਘੜਾ ਟੁੱਟ ਗਿਆ, ਘੜਾ ਟੁੱਟ ਕੇ ਡੀਕਰੀਆਂ ਹੋ ਗਈਆਂ। ਉਹ ਕਹਿੰਦੇ ਵੀ ਅਸੀਂ ਘੜੇ ਨੂੰ ਇਹ ਨਹੀਂ ਮੰਨਦੇ ਵੀ ਨਾਸ ਹੋ ਗਿਆ ਘੜੇ ਦਾ, ਕਹਿੰਦੇ ਡੀਕਰੀਆਂ ਪਈਆਂ ਨੇ। ਤੇ ਦੂਸਰਾ ਉਹ ਜਿਹੜਾ ਦੂਜਾ ਪ੍ਰਗਾ ਭਾਵ ਨੂੰ ਕਹਿੰਦੇ ਨੇ ਵੀ ਘੜੇ ਦੀਆਂ ਦੋਨੇ ਕਪਾਲਾਂ, ਘਮਿਆਰ ਜਦੋਂ ਬਣਾਉਂਦਾ 2 ਹਿੱਸੇ ਹੁੰਦੇ ਨੇ, ਜਿੱਥੇ ਚੱਪਣ ਧਰਦੇ ਉਹ ਅਲੱਗ ਹੁੰਦਾ, ਦੂਆ ਅਲੱਗ ਹੁੰਦਾ। ਉਹ ਜਿੰਨਾ ਚਿਰ ਉਹ ਬਣਿਆ ਨਹੀਂ 2 ਕਪਾਲਾਂ ਉਹਦੀਆਂ ਵੱਖਰੀਆਂ ਵੱਖਰੀਆਂ, ਇਹ ਪ੍ਰਗਾ ਭਾਵ ਕਹਿੰਦੇ ਨੇ।
ਉਹ ਕਹਿੰਦੇ ਜਿਹੜਾ ਪ੍ਰਦੁੰਸਾ ਭਾਵ ਵੀ ਠੀਕਰੀਆਂ ਬਣਨੀਆਂ, ਉਹ ਸਰੀਰਾਂ ਦੇ ਨਾਸ ਹੋਣ ਦਾ ਵੀ ਪ੍ਰਦੁੰਸਾ ਭਾਵ ਹੀ ਕਹਿੰਦਾ ਉਹ ਸ਼ਾਸਤਰ ਜਿਹੜਾ। ਅਤੇ ਪ੍ਰਗਾ ਭਾਵ ਅਤੇ ਉਹ ਜਿਵੇਂ ਘੜੇ ਦੀਆਂ ਕਪਾਲਾਂ ਬਣੀ ਰਹੀਆਂ, ਉਹ ਅਕਾਲ ਇਸ ਤਰ੍ਹਾਂ ਲੋਕਾਂ ਨੂੰ ਸਮੇਂ ਨੂੰ ਅਕਾਲ ਮੰਨ ਲੈਣਾ ਕਿ ਜਦੋਂ ਸੂਖਮ ਤੱਤ ਹੀ ਬਣੇ ਰਹਿੰਦੇ ਨੇ, ਉਹ ਕਹਿੰਦੇ ਸੂਖਮ ਤੱਤ, ਅਸਥੂਲ ਤੱਤ, ਅਤੇ ਇਹ ਅਮੂਰਤ ਨਹੀਂ ਹੈ। ਇਸ ਕਰਕੇ ਅਸੀਂ ਮੂਰਤ ਕਹਿ ਕੇ ਬ੍ਰਹਮ ਦਾ ਲੱਖਣ ਕੀਤਾ ਹੈ। ਅਤੇ ਇਹ ਜਿਹੜਾ ਪ੍ਰਾਗਾ ਭਾਵ ਦੇ ਵਿੱਚ ਹੋਰ ਇਹਨੂੰ ਸਪਸ਼ਟ ਕਰ ਲਈਏ ਵੀ ਘੜੇ ਦੀਆਂ ਕਪਾਲਾਂ ਬਣੀਆਂ ਹੋਈਆਂ ਪਰ ਜੋੜਨ ਤੋਂ ਇਕੱਠੀਆਂ ਕੀਤੀਆਂ ਨਾ ਹੋਣ, ਉਸ ਨੂੰ ਪ੍ਰਗਾ ਭਾਵ। ਇਸ ਤਰ੍ਹਾਂ ਲੋਕ ਉਸ ਸਮੇਂ ਅਕਾਲ ਮੰਨ ਲੈਣਾ ਸੀ ਜਦੋਂ ਸੂਖਮ ਤੱਤ ਹੀ ਬਣੇ ਸਨ, ਤਾਂ ਅਸੂਲ ਤੱਤ ਨਹੀਂ ਸੀ ਬਣਿਆ ਜੇ, ਉਹ ਅਮੂਰਤ ਨਹੀਂ ਸੀ। ਇਸ ਕਰਕੇ ਅਸੀਂ ਮੂਰਤ ਕਹਿ ਕੇ ਬ੍ਰਹਮ ਦਾ ਲੱਖਣ ਕੀਤਾ। ਤੀਸਰਾ ਅਨਯੋਨਾ ਭਾਵ ਹੁੰਦਾ, ਪਰਸਪਰ ਭਾਵ। ਜਿਵੇਂ ਘੜਾ ਪਿਆ ਹੈ, ਉਹ ਘੜੇ ਨੂੰ ਕੋਈ ਇਹ ਕਹੇ ਵੀ ਇਹ ਬਸਤਰ ਪਿਆ, ਬਿਲਕੁਲ ਹੀ ਗਲਤ ਹੈ ਨਾ। ਜੇ ਕੋਈ ਜਾਂ ਫਿਰ ਬਸਤਰ ਨੂੰ ਕਹੇ ਵੀ ਇਹ ਘੜਾ ਪਿਆ, ਘੜੇ ਦੇ ਵਿੱਚ ਬਸਤਰ ਦਾ, ਬਸਤਰ ਵਿੱਚ ਘੜੇ ਦਾ, ਇਹ ਸਾਧ ਸੰਗਤ ਜੀ ਇਸ ਨੂੰ ਅਤਿਅੰਤਾ ਭਾਵ ਕਿਹਾ ਜਾਂਦਾ, ਅਨਯੋਨਿਆ ਭਾਵ ਕਿਹਾ ਜਾਂਦਾ। ਘਟ ਦੇ ਵਿੱਚ ਪੜਦਾ, ਪਟ ਦੇ ਵਿੱਚ ਘਟਦਾ। ਚੌਥਾ ਅਤਿਅੰਤਾ ਭਾਵ ਇਹ ਹੈ, ਇਹ ਬੰਝਿਆ ਇਸਤਰੀ ਉਹਨੂੰ ਕਹਿੰਦੇ ਨੇ ਜਿਹਦੇ ਔਲਾਦ ਨਾ ਜੰਮੀ ਅਤੇ ਨਾ ਜੰਮ ਸਕੇ। ਬੰਝਿਆ ਦਾ ਪੁੱਤਰ, ਜੇ ਕੋਈ ਕਹੇ ਬੰਝਿਆ ਦਾ ਪੁੱਤਰ ਹੈ, ਜਾਂ ਕੋਈ ਕਹੇ ਆਕਾਸ਼ ਦੇ ਵਿੱਚ ਫੁੱਲ ਬੜੇ ਸੋਹਣੇ ਖਿੜੇ ਹੋਏ ਨੇ, ਬੜੀ ਸੁਗੰਧੀ ਹੈ, ਇਹ ਅਤਿਅੰਤਾ ਭਾਵ ਹੈ। ਨਾ ਆਕਾਸ਼ ਦੇ ਫੁੱਲ ਕਿਹੜੇ ਖਿੜੇ ਨੇ, ਨਾ ਉਹਨਾਂ 'ਚ ਸੁਗੰਧੀ ਆਉਣੀ ਹੈ, ਅਤੇ ਨਾ ਹੀ ਕਦੇ ਬੰਝਿਆ ਦਾ ਜਿਹੜਾ ਪੁੱਤਰ ਹੋਇਆ, ਇਹ ਅਤਿਅੰਤਾ ਭਾਵ ਹੈ। ਅਤੇ ਇਸ ਕਰਕੇ ਇਸ ਗੱਲ ਨੂੰ ਇਹ ਸਿੱਧ ਕੀਤਾ ਹੈ। ਅਤੇ ਜਿਵੇਂ ਪੰਜਵਾਂ ਜਿਹੜਾ ਹੈ ਸਮੱਕਿਆ ਭਾਵ ਜਿਹੜਾ ਹੈ, ਉਹ ਸਮੇਂ ਦੇ ਭੇਦ ਦੇ ਨਾਲ ਦੱਸਦੇ ਹੈ। ਇਹਦੇ ਵਿੱਚ ਅਤਿਅੰਤਾ ਭਾਵ ਦੇ ਵਿੱਚ ਇਹ ਵੀ ਕਿਹਾ ਵੀ ਕਿਸੇ ਬੰਦੇ ਨੇ ਕਿਹਾ ਵੀ ਇੱਕ ਸਾਹਾ ਦੇਖਿਆ ਸੀ ਮੈਂ, ਉਹ ਸਾਹੇ ਦੇ ਗਿੱਠ ਗਿੱਠ ਦੇ ਸਿੰਘ ਸੀ, ਕੌਣ ਮੰਨੂਗਾ? ਇਹ ਅਤਿਅੰਤਾ ਭਾਵ ਮਤਲਬ ਮੰਨਿਆ ਜਾਂਦਾ ਹੈ। ਅਤੇ ਪੰਜਵਾਂ ਜਿਹੜਾ ਸਮੱਕਿਆ ਭਾਵ, ਕਿਸੇ ਪਦਾਰਥ ਦਾ ਕਿਸੇ ਵੇਲੇ ਉੱਥੇ ਨਾ ਹੋਣਾ। ਜਿਵੇਂ ਇੱਥੇ ਘੜਾ ਪਿਆ ਹੈ, ਘੜਾ ਚੱਕ ਕੇ ਲਿਜਾ ਕੇ ਤੁਸੀਂ ਇੱਥੇ ਬਾਹਰ ਰੱਖ ਦਿਓ, ਅਤੇ ਉਹ ਹੈ ਸਹੀ ਪਰ ਇੱਥੇ ਨਹੀਂ ਹੈ, ਇਹਨੂੰ ਸਮੇਂ ਦੇ ਨਾਲ ਇਹ ਸਮੱਕਿਆ ਭਾਵ ਕਹਿੰਦੇ ਨੇ। ਤੋ ਇਸ ਕਰਕੇ ਮਹਾਰਾਜ ਕਹਿੰਦੇ, ਹੇ ਮਹਾਰਾਜ ਵੀ ਆਪ ਮੂਰਤ ਕਹਿ ਦਿੰਦੇ, ਅਜੂਨੀ ਸ਼ਬਦ ਕਹਿਣ ਦੀ ਕੀ ਲੋੜ ਸੀ, ਤੁਸੀਂ ਇਹ ਕਹਿ ਦਿੱਤਾ। ਅਤੇ ਮਹਾਰਾਜ ਸਾਹਿਬ ਜੀ ਫਿਰ ਅੱਗੇ ਉੱਤਰ ਦਿੰਦੇ ਹਨ, ਅਜੂਨੀ ਸੈਭੰ। ਅਤੇ ਮਹਾਰਾਜ ਕਹਿੰਦੇ, ਸਿੱਧੋ ਅਮੂਰਤਾਂ ਪਰਮਾਣੂ ਵੀ ਇਹਨਾਂ ਅੱਖਾਂ ਨਾਲ ਨਹੀਂ ਦਿਖਦੇ, ਜੋਗੀ ਧਿਆਨ ਨਾਲ ਦੇਖਦੇ ਨੇ। ਨਿਆਇਕਾਂ ਦੇ ਮਤ ਅਨੁਸਾਰ 2 ਜੁੜ ਕੇ ਦੁਣਕਾ, 3 ਜੁੜ ਕੇ ਤਿਣਕਾ ਬਣਦਾ। ਇਹ ਤਰੀਕੇ ਦੇ ਨਾਲ ਮਿਲ ਕੇ ਸ੍ਰਿਸ਼ਟੀ ਬਣੀ ਹੈ। ਇਸ ਤਰ੍ਹਾਂ ਉਹ ਪਰਮਾਣੂਆਂ ਨੂੰ ਅਮੂਰਤ ਮੰਨਦੇ ਹੈ, ਪਰ ਅਜੂਨੀ ਨਹੀਂ ਹਨ। ਜੇਕਰ ਅਸੀਂ ਅਜੂਨੀ ਨਾ ਕਹਿੰਦੇ ਤਾਂ ਨਿਆਏ ਸ਼ਾਸਤਰ ਵਾਲਿਆਂ ਦਾ ਧਿਆਨ ਪਰਮਾਣੂਆਂ ਵੱਲ ਚਲੇ ਜਾਣਾ ਸੀ। ਇਸ ਕਰਕੇ ਅਸੀਂ ਮੂਰਤ ਦੇ ਮਗਰੋਂ ਅਜੂਨੀ ਪਦ ਕਿਹਾ ਹੈ। ਬ੍ਰਹਮ ਦਾ ਲੱਛਣ ਹੈ, ਕਿਉਂਕਿ ਬ੍ਰਹਮ ਅਜੂਨੀ ਹੈ। ਸੋ ਬ੍ਰਹਮ ਅਜੂਨੀ ਹੈ ਪੀ ਹੋਨੀ, ਘਟ ਪੀਤਰ ਦੇਖ ਮੁਰਾਰੀ ਜੀ, ਉਹ ਮਹਾਰਾਜ ਸਾਹਿਬ ਦਾ ਬਚਨ ਹੈ। ਫਿਰ ਉਹ ਪ੍ਰਸ਼ਨ ਅੱਗੇ ਕਰਦੇ ਨੇ, ਠੀਕ ਹੈ ਜੀ ਤੁਸੀਂ ਅਜੂਨੀ ਕਹਿ ਦਿੱਤਾ, ਇਸ ਤੋਂ ਅਗਲਾ ਪਦ ਕਿਉਂ ਕਿਹਾ ਹੈ? ਸੈਭੰ। ਤੇ ਤੁਸੀਂ ਅਜੂਨੀ ਕਹਿ ਦਿੰਦੇ, ਫਿਰ ਸਹਿਭੰਗ ਦੀ ਕੀ ਲੋੜ ਸੀ? ਤੁਸੀਂ ਤਾਂ ਸਹਿਭੰਗ ਵੀ ਕਿਹਾ ਨਾ। ਤਾਂ ਹਮਾਰੇ ਕਹਿੰਦੇ, ਸਿੱਧੋ ਅਜੂਨੀ ਅਜਨਮੀ ਤਾਂ ਫਿਰ ਮਾਇਆ ਵੀ ਹੈਗੀ। ਦੱਸੋ ਮਾਇਆ ਕਿਹੜੀ ਮਾਂ ਨੂੰ ਜੰਮੀ ਹੈ? ਕੋਈ ਦੱਸੂਗਾ ਵੀ ਮਾਇਆ ਦੀ ਮਾਂ ਕਿਹੜੀ ਹੈ, ਵੀ ਕਿੱਥੋਂ ਪੈਦਾ ਹੋਈ ਸੀ ਉਹ, ਕਿਹੜੀ ਦਾਈ ਨੇ ਪੈਦਾ ਕਰਵਾਈ ਸੀ? ਉਹ ਅਜਨਮੀ ਹੈ, ਉਹਦਾ ਪਤਾ ਹੀ ਨਹੀਂ ਕਿੱਥੋਂ ਆਈ, ਕਿਵੇਂ ਜੰਮੀ। ਇਹ ਮਾਇਆ ਦਾ ਲੱਖਣ ਹੋ ਜਾਣਾ ਸੀ। ਮਾਇਆ ਅਜਨਮੀ ਤਾਂ ਹੈ, ਪਰ ਸਹਿਭੰਗ ਨਹੀਂ ਹੈ। ਸਹਿਭੰਗ ਦਾ ਮਤਲਬ ਸੁਤੇ ਪ੍ਰਕਾਸ਼ ਨਹੀਂ ਹੈ। ਮਾਇਆ ਆਪਣੇ ਆਪ ਦੇ ਵਿੱਚ ਜੜ ਹੈ। ਇਸ ਕਰਕੇ ਤਾਂ ਅਸੀਂ ਸਹਿਭੰਗ ਸ਼ਬਦ ਕਿਹਾ ਹੈ। ਗੁਰ ਪ੍ਰਸਾਦ। ਕਹਿੰਦੇ ਜੀ ਫਿਰ ਸਹਿਭੰਗ ਸ਼ਬਦ ਹੀ ਰਹਿਣ ਦੇਣਾ ਸੀ, ਫਿਰ ਤੁਸੀਂ ਤਾਂ ਨਾਲ ਗੁਰ ਪ੍ਰਸਾਦ ਵੀ ਕਿਹਾ। ਗੁਰ ਤੇ ਪ੍ਰਸਾਦ ਅਲੱਗ-ਅਲੱਗ ਕਰਕੇ ਦੇ ਅਰਥ ਹੋਣਗੇ। ਇਹ ਤੁਸੀਂ ਗੁਰ ਸ਼ਬਦ ਕਿਉਂ ਕਿਹਾ? ਸਿੱਧਾਂ ਦਾ ਪ੍ਰਸ਼ਨ ਇਕੱਲਾ ਗੁਰ ਤੇ ਹੈ, ਪ੍ਰਸਾਦ ਤੇ ਨਹੀਂ ਅਜੇ ਪ੍ਰਸ਼ਾਦ ਉਹਨਾਂ ਦਾ ਆਇਆ ਪ੍ਰਸ਼ਨ। ਅਤੇ ਇਹ ਸ਼ਬਦ ਇਸ ਤਰ੍ਹਾਂ ਹੀ ਬੋਲਣਾ ਸੀ। ਮਹਾਰਾਜ ਕਹਿੰਦੇ, ਸਿੱਧੋ
ਸੁਤੇ ਪ੍ਰਕਾਸ਼ ਤਾਂ ਲੋਕ ਫਿਰ ਖੱਟ ਜੋਤੀਆਂ ਨੂੰ ਵੀ ਤਾਂ ਮੰਨਦੇ ਆ, ਬੁੱਧੀ ਬਿਜਲੀ ਚੰਦ ਸੂਰਜ ਤਾਰੇ ਇਹ ਵੀ ਤਾਂ ਸੁਤੇ ਪ੍ਰਕਾਸ਼ ਮੰਨ ਲਿਆ ਉਹਨਾਂ ਨੇ। ਫਿਰ ਤੁਸੀਂ ਇਹ ਜਿਹੜਾ ਲਕਸ਼ਣ ਅਸੀਂ ਕੀਤਾ ਸੀ, ਪਰ ਇਹ ਤਿੰਨੇ ਚਾਰੇ ਚੀਜ਼ਾਂ ਜਿਹੜੀਆਂ ਖੱਟ ਜੋਤੀਆਂ ਛੇ ਹੀ, ਇਹ ਪ੍ਰਕਾਸ਼ ਤਾਂ ਜ਼ਰੂਰ ਹੈ, ਸਹਿਪੰਗ ਸੁਤੇ ਪ੍ਰਕਾਸ਼ ਤਾਂ ਹੈਗਾ, ਪਰ ਇਹ ਸਹਿਪੰਗ ਗੁਰ, ਤੇ ਗੁਰ ਕੀ ਇਹ ਚੇਤਨ ਨਹੀਂ ਹੈ, ਜੜ ਨਹੀਂ ਹੈ, ਇਸ ਕਰਕੇ ਅਸੀਂ ਗੁਰਪਦ ਕਿਹਾ ਹੈ। ਤੇ ਇਸ ਕਰਕੇ ਗੁਰਪਦ ਸ਼ਬਦ ਦੇ ਉੱਤੇ ਗੁਰਬਾਣੀ ਦੇ ਵਿੱਚ ਕਈ ਉਦਾਹਰਨਾਂ ਵੀ ਆਉਂਦੀਆਂ ਹੈ। ਇਹ ਨੇਤਰ ਮੇਰੇ ਹਰ ਤੁਮੇ ਜੋਤ ਤੇਰੀ ਹਰ ਬਿਨ ਅਵਰ ਨਾ ਦੇਖੋ ਕੋਈ, ਸਭ ਮੈਂ ਜੋਤ ਹੈ ਸੋਏ। ਖੱਟ ਜੋਤੀਆਂ 'ਚ ਵੀ ਉਸੇ ਦੀ ਜੋਤ ਹੈ, ਤਾਂ ਪ੍ਰਕਾਸ਼ਮੈਨ ਹੈ, ਪਰ ਚੇਤਨ ਨਹੀਂ ਹੈ। ਇਸ ਕਰਕੇ ਅਸੀਂ ਗੁਰ ਸ਼ਬਦ ਕਿਹਾ ਹੈ। ਤੇ ਉਹ ਕਹਿੰਦੇ ਜੀ ਫਿਰ ਗੁਰ ਸ਼ਬਦ ਰਹਿਣ ਦੇ ਅਸੀਂ ਪ੍ਰਸਾਦ ਸ਼ਬਦ ਕਿਉਂ ਕਿਹਾ? ਮਰ ਕੇ ਸਿੱਧੋ ਗੁਰ ਸ਼ਬਦ ਇਸ ਕਰਕੇ ਪ੍ਰਸਾਦ ਸ਼ਬਦ ਨਾਲ ਤਾਂ ਕਿਹਾ, ਕੱਲਾ ਗੁਰ ਨਹੀਂ ਕਿਹਾ। ਗੁਰ ਤਾਂ ਵੱਡੇ ਦਾ ਨਾਮ ਹੁੰਦਾ ਹੈ, ਸਮੇਰ ਪਰਬਤ ਵੱਡਾ ਹੈ, ਬ੍ਰਹਮੰਡ ਆਦਿ ਵੱਡੇ ਨੇ, ਤੇ ਇਸ ਕਰਕੇ ਪਰ ਉਹ ਵੱਡੇ ਤਾਂ ਜ਼ਰੂਰ ਨੇ, ਤੇ ਪਰ ਪ੍ਰਸਾਦ ਕੀ ਹੈ, ਕਿਸੇ ਤੇ ਕਿਰਪਾ ਨਹੀਂ ਕਰ ਸਕਦਾ, ਪਹਾੜ ਪਰ ਕਿਰਪਾ ਕਰ ਦੂ, ਵੱਡਾ ਹੈਗਾ ਉਹ। ਤੋ ਇਸ ਕਰਕੇ ਪ੍ਰਸਾਦ ਉਹ ਆਨੰਦ ਸਰੂਪ ਨਹੀਂ ਤੇ ਕਿਰਪਾਲੂ ਨਹੀਂ ਹੈ। ਆਨੰਦ ਸਰੂਪ ਤੇ ਕਿਰਪਾਲੂ ਕੇਵਲ ਬ੍ਰਹਮ ਹੈ। ਇਸ ਕਰਕੇ ਅਸੀਂ ਗੁਰ ਸ਼ਬਦ ਤੋਂ ਬਾਅਦ ਪ੍ਰਸਾਦ ਸ਼ਬਦ ਲਿਖ ਕੇ ਬ੍ਰਹਮ ਦਾ ਲੱਖਣ ਕੀਤਾ ਹੈ। ਬ੍ਰਹਮ ਹੀ ਕੇਵਲ ਚੇਤਨ ਤੇ ਆਨੰਦ ਸਰੂਪ ਹੈ। ਜਪ ਸਿੱਧਾ ਨੇ ਕਿਹਾ ਜੀ ਪ੍ਰਸਾਦ ਸ਼ਬਦ ਤੋਂ ਬਾਅਦ ਤੁਸੀਂ ਇੱਕ ਹੋਰ ਸ਼ਬਦ ਜਪ ਕਹਿ ਦਿੱਤਾ, ਇਹਦੀ ਕੀ ਲੋੜ ਪੈ ਗਈ ਸੀ? ਜਪ ਕਿਉਂ ਕਿਹਾ? ਮਹਾਰਾਜ ਕਹਿੰਦੇ ਵੀ ਤਾਂ ਕਿਹਾ ਵੀ ਜਪ ਸ਼ਬਦ ਇਸ ਲਈ ਕਿਹਾ ਵੀ ਪ੍ਰਸਾਦ ਦਾ ਅਰਥ ਹੈ ਆਨੰਦ। ਠੀਕ ਹੈ ਵੀ ਉਹ ਆਨੰਦ ਸਰੂਪ ਕਹਿੰਦੇ ਹਾਂ। ਕਹਿੰਦੇ ਫਿਰ ਆਨੰਦ ਆਨੰਦ ਸਭ ਕੋ ਕਹਿਆ, ਆਨੰਦ ਗੁਰੂ ਤੇ ਜਾਣੇ। ਬਹੁਤ ਸਾਰੇ ਤੁਹਾਡੇ ਵਿੱਚੋਂ ਸਿੱਧੋ ਇਹੋ ਜਿਹੇ ਨੇ ਜਿਹੜੇ ਨਸ਼ੇ ਪੀਣ ਵਾਲੇ ਨੇ, ਮਹਾਰਾਜ ਨੂੰ ਪਤਾ ਸੀ ਇਸ ਗੱਲ ਦਾ। ਕਹਿੰਦੇ ਕੁਛ ਲੋਕ ਐਸੇ ਨੇ ਜਿਹੜੇ ਨਸ਼ੇ ਨੂੰ ਆਨੰਦ ਮੰਨਦੇ ਨੇ, ਤੇ ਕੁਛ ਲੋਕ ਇਹੋ ਜਿਹੇ ਜਿਹੜੇ ਵਿਸ਼ੇ ਨੂੰ ਆਨੰਦ ਮੰਨਦੇ ਨੇ, ਕਹਿੰਦੇ ਇਹਦੇ 'ਚ ਬੜਾ ਆਨੰਦ ਹੈ। ਤੋ ਇਸ ਕਰਕੇ ਆਨੰਦ ਕੱਲਾ ਸ਼ਬਦ ਜੇ ਅਸੀਂ ਰਹਿਣ ਦਿੰਦੇ ਨਾ, ਤਾਂ ਫਿਰ ਇਹਦੇ ਵਿੱਚ ਇਹ ਬੜਾ ਭਾਰੀ ਇੱਕ ਦੋਸ਼ ਆ ਜਾਣਾ ਸੀ। ਤੇ ਇਹਨੂੰ ਅਸੀਂ ਕਿਹਾ ਵੀ ਜਪ। ਜਪ ਸ਼ਬਦ ਇਸ ਕਰਕੇ ਕਿਹਾ, ਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਕੋਈ ਉਹਨੂੰ ਜਪੇਗਾ, ਵਿਸ਼ਿਆਂ ਨੂੰ ਜਪਣ ਦੇ ਨਾਲ ਆਨੰਦ ਨਹੀਂ ਹੋ ਸਕਦਾ, ਨਸ਼ਿਆਂ ਨੂੰ ਜਪਣ ਦੇ ਨਾਲ ਆਨੰਦ ਨਹੀਂ ਹੋ ਸਕਦਾ। ਵਾਹਿਗੁਰੂ ਨੂੰ ਜਪਣ ਦੇ ਨਾਲ ਉਹ ਆਨੰਦ ਪ੍ਰਾਪਤ ਹੋਏਗਾ ਜਿਹੜਾ ਇਹਨਾਂ ਸਾਰਿਆਂ ਦੇ ਵਿੱਚ ਨਹੀਂ। ਇਸ ਕਰਕੇ ਅਸੀਂ ਇਹਨੂੰ ਜਪ ਸ਼ਬਦ ਕਿਹਾ। ਜਪ ਦੇ ਅਰਥ ਇਹ ਜਿਹੜਾ ਜਪਣ ਯੋਗ, ਉਹਦੇ ਜਪਣ ਯੋਗ ਦੇ ਵਿੱਚੋਂ ਆਨੰਦ ਪ੍ਰਾਪਤ ਹੁੰਦਾ ਹੈ। ਆਦਿ ਸੱਚ। ਫਿਰ ਸਿੱਧਾ ਨੇ ਕਿਹਾ ਵੀ ਜਪ ਸ਼ਬਦ ਤੋਂ ਬਾਅਦ ਤੁਸੀਂ ਆਦਿ ਸੱਚ ਕਿਉਂ ਕਿਹਾ? ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਕਹਿੰਦੇ ਸਿੱਧੋ ਵੀ ਅਸੀਂ ਇਸ ਕਰਕੇ ਕਿਹਾ ਵੀ ਜਾਪ ਜਿਹੜਾ ਹੈ, ਜਪ ਉਹ ਜਾਪ ਤਾਂ ਦੇਵੀ ਦੇਵਤਿਆਂ ਦੇ ਮੰਤਰਾਂ ਦਾ ਵੀ ਹੈ, ਵੱਖਰੇ ਵੱਖਰੇ ਨੇ, ਪਰ ਉਹ ਆਦ ਮੁੱਢ ਤੋਂ ਸੱਚ ਸਰੂਪ ਨਹੀਂ ਹਨ, ਨਾ ਦੇਵੀ ਦੇਵਤੇ ਨਾ ਉਹਨਾਂ ਦਾ ਜਾਪ। ਤੇ ਇਸ ਕਰਕੇ ਆਦ ਸੱਚ ਇਸ ਲਈ ਕਹਿ ਦਿੱਤਾ ਵੀ ਪਰਮੇਸ਼ਰ ਦਾ ਜਾਪ ਹੀ ਆਦ ਸੱਚ ਹੈ, ਦੇਵੀ ਦੇਵਤਿਆਂ ਦਾ ਨਹੀਂ। ਤੇ ਇਸ ਕਰਕੇ ਉਹ ਸਾਰਿਆਂ ਦਾ ਆਦ ਮੁੱਢ ਸਰੂਪ ਹੈ, ਸਦੀਵ ਰਹਿਣ ਵਾਲਾ ਹੈ। ਤੇ ਇਹ ਤਾਂ ਅਸੀਂ ਇਹ ਪਦ ਵਰਤਿਆ ਹੈ, ਜੁਗਾਦ ਸੱਚ। ਉਹ ਕਹਿੰਦੇ ਜੀ ਆਦ ਸੱਚ ਕਹਿ ਦਿੱਤਾ ਸੀ, ਜੁਗਾਦ ਸੱਚ ਕਹਿਣ ਦੀ ਕੀ ਲੋੜ ਪੈ ਗਈ ਸੀ ਫਿਰ? ਮਹਾਰਾਜ ਕਹਿੰਦੇ ਸੋ ਆਦ ਸੱਚ। ਹਿੰਦੂ ਮਤ ਦੇ ਅੰਦਰ ਬਹੁਤ ਸਾਰੇ ਤੇ ਬ੍ਰਹਮਾ ਨੂੰ, ਵਿਸ਼ਨੂੰ ਨੂੰ, ਸ਼ਿਵ ਜੀ ਨੂੰ, ਇਹਨਾਂ ਦੇ ਜਿਹੜੇ ਉਪਾਸ਼ਕ ਨੇ ਇਹਨਾਂ ਨੂੰ ਸੱਚ ਮੰਨਦੇ ਆ, ਇਹਨਾਂ ਦੀ ਜਾਪ ਨੂੰ ਸੱਚ ਮੰਨਦੇ ਨੇ। ਪਰ ਇੱਕ ਅਜਿਹਾ ਸਮਾਂ ਆਉਂਦਾ ਜਦੋਂ ਯੁੱਗ ਆਦਿ ਬੀਤ ਜਾਂਦੇ ਨੇ, ਉਹ ਜਾਪ ਨਹੀਂ ਰਹਿੰਦਾ, ਤੇ ਪਰ ਪਰਮਾਤਮਾ ਦਾ ਨਾਮ ਜੁਗਾਦ ਯੁੱਗ ਆਦਿ ਦੇ ਸ਼ੁਰੂ ਹੋਣ ਤੋਂ ਵੀ ਹੈ। ਤੇ ਇਸ ਕਰਕੇ ਫਿਰ ਉਹਦਾ ਜਾਪ ਜਿਹੜਾ ਉਸ ਵੇਲੇ ਤੋਂ ਚੱਲਿਆ ਰਿਹਾ, ਸ਼ੁਰੂ ਤੋਂ ਹੈ, ਪਹਿਲਾਂ ਵੀ ਸੀ। ਫਿਰ ਇਸ ਯੁੱਗ ਆਦਿ ਤੋਂ ਪਹਿਲਾਂ ਸੱਚ ਸਰੂਪ ਸੀ, ਉਹ ਹੁਣ ਵੀ ਸੱਚ ਸਰੂਪ ਹੈ, ਆਦ ਸੱਚ ਜੁਗਾਦ ਸੱਚ। ਤੇ ਇਸ ਕਰਕੇ ਸਿੱਧੋ ਅਸੀਂ ਉਸ ਨੂੰ ਆਦ ਸੱਚ ਤਾਂ ਕਿਹਾ ਹੈ, ਤੇ ਉਸ ਨੂੰ ਯੁੱਗ ਆਦਿ ਹੋਣ ਕਰਕੇ ਜੁਗਾਦ ਸੱਚ। ਫਿਰ ਸਿੱਧਾ ਨੇ ਕਿਹਾ ਫਿਰ ਤੁਸੀਂ ਜੁਗਾਦ ਸੱਚ ਰਹਿਣ ਦਿੰਦੇ, ਤੁਸੀਂ ਤਾਂ ਨਾਲ ਹੈ ਵੀ ਸੱਚ ਵੀ ਕਿਹਾ, ਇਹ ਹੈ ਵੀ ਸੱਚ ਕਿਉਂ ਕਿਹਾ? ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ
ਇਹਦਾ ਉੱਤਰ ਦਿੰਦੇ ਨੇ, ਹਾਂ ਪਦ ਬੋਲੋ। ਹੈ ਵੀ ਸੱਚ। ਮਹਾਰਾਜ ਕਹਿੰਦੇ ਵੀ ਸਿੱਧੋ, ਜੁਗਾਦ ਜੁਗ ਆਦਿ ਵਿੱਚ ਬਾਕੀ ਦੇ ਦੇਵੀ ਦੇਵਤਿਆਂ ਦੇ ਮੰਤਰ ਕਈ ਹਠ ਧਰਮੀ ਉਹਨਾਂ ਨੂੰ ਸੱਚ ਮੰਨਦੇ ਆ, ਹੈ ਵੀ ਸੱਚ, ਪਰ ਉਹ ਹੈ ਵੀ ਸੱਚ ਨਹੀਂ ਮੰਨਦੇ ਨਾ ਉਹ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਰਹਿਣ ਵਾਲੇ ਨਹੀਂ ਹਨ, ਨਾਸਵਾਨ। ਜਿਵੇਂ ਦੇਵੀ ਦਾ ਮੰਤਰ ਜਪਣ ਵਾਲੇ ਪੀਪੇ ਭਗਤ ਦੀ ਗੱਲ ਲਓ, ਤੇ ਜਦੋਂ ਮੁਕਤੀ ਮੰਗੀ ਫਿਰ ਕੀ ਹੋਇਆ ਸੀ? ਤੂੰ ਕਹੀ ਅਤੀ ਆਦ ਭਵਾਨੀ ਮੁਕਤ ਕੀ ਬਰੀਆ ਕਹਾਂ ਛਪਾਨੀ, ਕਿਉਂ ਛਪ ਗਈ ਸੀ? ਇਸ ਲਈ ਹੈ ਵੀ ਸੱਚ ਆਖਿਆ, ਕਿਉਂਕਿ ਹੈ ਨਾਮ ਵਰਤਮਾਨ ਸਮੇਂ ਦਾ ਹੈ। ਜੋ ਵੀ ਵਰਤਮਾਨ ਸਮੇਂ ਦੇ ਵਿੱਚ ਇਸ ਮੰਤਰ ਦਾ ਜਾਪ ਕਰੇਗਾ ਉਹ ਮੁਕਤ ਹੋ ਕੇ ਸੱਚ ਸਰੂਪ ਵਿੱਚ ਅਭੇਦ ਹੋ ਜਾਏਗਾ। ਨਾਨਕ ਹੋਸੀ ਵੀ ਸੱਚ। ਤੇ ਸਿੱਧਾ ਨੇ ਇੱਕ ਪਦ ਰਹਿੰਦਾ ਹੈ ਅਰਥ ਤੋਂ, ਸਿੱਧਾ ਨੇ ਕਿਹਾ ਵੀ ਆਪ ਜੀ ਨੇ ਹੈ ਵੀ ਸੱਚ ਜਿਹੜਾ ਕਿਹਾ ਹੈ, ਫਿਰ ਇੰਨੇ ਹੀ ਰਹਿਣ ਦੇ ਹੋਸੀ ਵੀ ਸੱਚ ਕਿਉਂ ਗਿਆ? ਤੇ ਗੁਰੂ ਸਾਹਿਬ ਜੀ ਕਹਿੰਦੇ ਸਿੱਧੋ, ਹੈ ਵੀ ਸੱਚ ਤਾਂ ਭਰਮ ਦੀ ਭ੍ਰਾਂਤੀ ਕਰਕੇ ਰੱਸੀ ਪਈ ਹੈ, ਰੱਸੀ ਦੇ ਵਿੱਚ ਸੱਪ ਕਲਪਿਆ ਗਿਆ। ਉਹ ਹੈਤਾ ਕਰਕੇ ਤਾਂ ਦਿਖ ਰਿਹਾ ਨਾ ਵੀ ਸੱਪ ਪਿਆ, ਸਿੱਪੀ ਦੇ ਵਿੱਚ ਚਾਂਦੀ ਹੈਤਾ ਕਰਕੇ ਦਿਸ ਰਹੀ ਹੈ ਵੀ ਇਹਦੇ 'ਚ ਚਾਂਦੀ ਹੈ, ਰੱਸੀ 'ਚ ਸੱਪ ਦਿਸ ਰਿਹਾ ਹੈ। ਤੇ ਇਹ ਹੈ ਤਾਂ ਕਰਕੇ ਤਾਂ ਜਾਗਰਤ ਅਵਸਥਾ ਆਈ ਤੇ ਸੁਪਨੇ ਦੇ ਵਿੱਚ ਜਿਹੜਾ ਕੁਝ ਦੇਖਿਆ, ਸੁਪਨੇ ਦੇ 'ਚ ਉਸ ਵੇਲੇ ਹੈ ਤਾਂ ਕਰਕੇ ਦਿਸ ਰਿਹਾ, ਸੱਚ ਦਿਸ ਰਿਹਾ। ਸੁਪਨੇ 'ਚ ਇਹ ਥੋੜ੍ਹੀ ਦਿਖ ਲਿਆ ਵੀ ਇਹ ਝੂਠਾ ਦਿਸ ਰਿਹਾ, ਸੱਚ ਦਿਸ ਰਿਹਾ। ਪਰ ਜਦੋਂ ਜਾਗਰਤ ਆਈ ਫਿਰ ਹੈ ਵੀ ਸੱਚ ਤਾਂ ਸੀ, ਉਹ ਸੁਪਨਾ ਹੋਸੀ ਵੀ ਸੱਚ ਨਾ ਰਿਹਾ, ਖਤਮ ਹੋ ਗਿਆ। ਰੱਸੀ ਦਾ ਗਿਆਨ ਹੋਇਆ, ਉਹ ਹੈ ਵੀ ਸੱਚ ਜਿਹੜਾ ਸੀ ਸੱਤ ਸਮਾਪਤ ਹੋ ਗਿਆ, ਹੋਸੀ ਵੀ ਸੱਚ ਨਾ ਰਿਹਾ। ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਇਹ ਜਿਹੜਾ ਗਿਆਨ ਹੋਣ ਤੋਂ, ਜਿਵੇਂ ਰੱਸੀ ਦਾ ਜਿਹੜਾ ਹੈਤਾ ਦਾ ਗਿਆਨ ਸੀ, ਤੇ ਪਰ ਬ੍ਰਹਮ ਦਾ ਗਿਆਨ ਹੋਣ ਤੋਂ ਵੀ ਬ੍ਰਹਮ ਦੇ ਲੱਛਣ ਰਹਿੰਦੇ ਨੇ, ਉਹ ਹਮੇਸ਼ਾ ਰਹਿਣਗੇ। ਗਿਆਨ ਹੋਣ ਤੋਂ ਵੀ ਬ੍ਰਹਮ ਹੈ ਤੇ ਉਸ ਤੋਂ ਪਹਿਲਾਂ ਵੀ ਸੱਚ ਸਰੂਪ ਹੀ। ਇਸ ਕਰਕੇ ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ, ਹੁਣ ਵੀ ਸੱਚ ਹੈ। ਨਾਨਕ ਹੋਸੀ ਵੀ ਸੱਚ, ਉਹ ਹੋਸੀ ਵੀ ਸੱਚ ਨਹੀਂ ਹੈ। ਗਿਆਨ ਹੋਇਆ ਤੇ ਰੱਸੀ ਦਾ ਹੈ ਤਾਂ ਸੱਚ ਖਤਮ ਹੋ ਗਿਆ, ਸਿੱਪੀ ਦਾ ਹੈ ਤਾਂ ਸੱਚ ਖਤਮ ਹੋ ਗਿਆ, ਸੁਪਨੇ ਦੇ ਵਿੱਚ ਹੈ ਤਾਂ ਸੱਚ ਸੁਪਨਾ ਸੀ ਜਿਹੜਾ ਖਤਮ ਹੋ ਗਿਆ। ਹੋਸੀ ਵੀ ਸੱਚ ਕੇਵਲ ਪਰਮਾਤਮਾ ਵਾਹਿਗੁਰੂ ਹੈ। ਤੋ ਇਸ ਕਰਕੇ ਫਿਰ ਨਾਨਕ ਪਦ ਲਿਖ ਕੇ ਮਹਾਰਾਜ ਨੇ ਮੋਹਰ ਲਾ ਦਿੱਤੀ। ਇੱਥੇ ਸ਼ਬਦ ਜਿਹੜਾ ਸੰਪੂਰਨ ਮਹਾਰਾਜ ਸਾਹਿਬ ਨੇ ਕੀਤਾ, ਤੇ ਮੂਲ ਮੰਤਰ ਦੇ ਵਿੱਚ ਸੰਪੂਰਨ, ਤੇ ਮਹਾਰਾਜ ਨੇ ਅਤੀ ਵਿਆਪਤੀ, ਆਵਿਆਪਤੀ, ਅਸੰਭਵ, ਤੇ ਇਹ ਸਾਰੇ ਜਿਹੜੇ ਦੋਸ਼ ਸੀ, ਤਿੰਨੇ ਦੋਸ਼ਾਂ, ਇਹਨਾਂ ਤੋਂ ਰਹਿਤ ਮਹਾਰਾਜ ਨੇ ਦਰਸਾ ਦਿੱਤਾ ਹੈ। ਇਸ ਤੋਂ ਬਾਅਦ ਫਿਰ ਸਿੱਧਾ ਨੇ ਕੋਲ ਕੋਈ ਉੱਤਰ ਤਾਂ ਰਿਹਾ ਨਾ, ਪਰ ਉਹ ਜਾਂਦੇ ਜਾਂਦੇ ਫਿਰ ਜਿਵੇਂ ਕਹਿੰਦੇ ਵੀ ਚਲੋ ਆਹ ਵੀ ਗੱਲ ਕਰਕੇ ਦੇਖ ਲਓ। ਉਹਨੇ ਇੱਕ ਨਵੀਂ ਗੱਲ ਕੀਤੀ। ਸਿੱਧਾ ਨੇ ਪੁੱਛਿਆ, ਕਹਿੰਦੇ ਤਪਾ ਜੀ ਗ੍ਰੰਥਾਂ ਦੇ ਵਿੱਚ 4 ਅਨੁਬੰਧ ਹੁੰਦੇ ਨੇ, ਵੀ ਚਲੋ ਅਨੁਬੰਧਾਂ 'ਚ ਲਿਜਾ ਕੇ ਦੇਖ ਲਓ ਵੀ ਜੇ ਤੁਸੀਂ ਨਵਾਂ ਇਹ ਸ਼ਬਦ ਰਚਿਆ ਹੈ ਤਾਂ ਵੇਦਾਂ ਦੇ ਵਿੱਚ ਸ਼ਾਸਤਰਾਂ ਦੇ ਜੀ ਇੱਕ ਨਿਯਮ ਚੱਲਿਆ ਆ ਰਿਹਾ, ਤੇ ਤੁਹਾਡੇ ਅਨੁਬੰਧ ਹੈਗੇ। ਤੇ ਗੁਰੂ ਸਾਹਿਬ ਜੀ ਕਹਿੰਦੇ ਠੀਕ ਹੈ, ਮੈਂ ਅਨੁਬੰਧਾਂ ਬਾਰੇ ਜਾਣਦਾ। ਅਨੁਬੰਧ 4 ਕਿਸਮ ਦੇ ਹੁੰਦੇ ਨੇ। ਉਹਦੇ 'ਚ ਜਿਹੜੇ 4 ਅਨੁਬੰਧ ਨੇ, ਅਧਿਕਾਰੀ ਅਨੁਬੰਧ, ਵਿਖਿਆ ਅਨੁਬੰਧ, ਪ੍ਰਯੋਜਨ ਅਨੁਬੰਧ, ਸੰਬੰਧ ਅਨੁਬੰਧ, ਇਹ ਸਾਰੇ ਮੇਰੇ ਮੰਤਰ ਦੇ ਬਾਣੀ 'ਚ ਮੌਜੂਦ ਨੇ। ਕਿਉਂਕਿ ਵਿਚਾਰ ਸਾਗਰ ਵਾਲਾ ਕਹਿੰਦਾ ਹੈ ਪੰਡਿਤ ਨਿਹਚਲ ਦਾਸ, ਉਹ ਪਹਿਲੀ ਤਰੰਗ ਦੇ ਵਿੱਚ ਕਹਿੰਦਾ, ਨਹਿ ਅਨੁਬੰਧ ਪਛਾਨੈ ਜੋ ਲੋ, ਹੋਵੇ ਨਾ ਪ੍ਰਵਿਰਤ ਸੁਗਰ ਨਰ ਤੌਰ ਲੋ। ਕਹਿੰਦੇ ਸਿੱਧਾਂ ਦਾ ਪ੍ਰਸ਼ਨ ਤਾਂ ਇਹ ਮਾਰਕੇ ਦਾ। ਉਹ ਕਹਿੰਦੇ ਜਿੰਨਾ ਚਿਰ ਅਨੁਬੰਧਾਂ ਦਾ ਪਤਾ ਨਾ ਲੱਗੇ ਉਨੀ ਦੇਰ ਤੱਕ ਉਹ ਗ੍ਰੰਥ 'ਚ ਪ੍ਰਵਿਰਤੇ ਨਹੀਂ ਹੁੰਦਾ। ਤੇਰੇ ਸ਼ਬਦ ਨੂੰ ਅਸੀਂ ਤਾਂ ਸੱਤ ਮੰਨਾਂਗੇ ਵੀ ਇਹਦੇ 'ਚ ਅਨੁਬੰਧ ਦੱਸ। ਮਹਾਰਾਜ ਸਾਹਿਬ ਜੀ ਕਹਿੰਦੇ ਹਾਂ ਅਧਿਕਾਰੀ ਅਨੁਬੰਧ ਪਹਿਲਾਂ ਅਸੀਂ ਸਿੱਧ ਕਰਦੇ ਹਾਂ। ਇਹਦੇ 'ਚ ਇੱਕ ਓਅੰਕਾਰ, ਇਹ ਮੰਗਲ ਰੂਪ ਹੈ। ਸਤਨਾਮ, ਇਹ ਅਧਿਕਾਰੀ ਅਨੁਬੰਧ ਹੈ। ਸਿੱਧਾ ਨੇ ਪ੍ਰੇਸ਼ ਕੀਤਾ ਜੀ ਆਪ ਇਸ ਮੰਤਰ ਦਾ ਅਧਿਕਾਰੀ ਕੌਣ ਦੱਸਿਆ ਫਿਰ ਤੁਸੀਂ? ਮਹਾਰਾਜ ਸਾਹਿਬ ਕਹਿੰਦੇ ਜਿਹੜਾ 8 ਪਹਿਰ ਪ੍ਰਭੂ ਨੂੰ ਭੁੱਲਦਾ ਨਹੀਂ, ਸਤਨਾਮ ਮੰਤਰ ਨੂੰ ਜਾਂ ਬਾਣੀ ਨੂੰ ਅਭਿਆਸ ਕਰਦਾ ਹੈ। ਅਧਿਕਾਰੀ ਦੇ ਲੱਛਣ ਮਲ ਬਖੇਪ ਜਾਪੇ ਨਹੀਂ, ਕਿੰਤ ਏਕ ਅਗਿਆਨ ਹੋਵੇ ਚਬ ਸਾਧਨ ਸਹਿਤ ਸੋ ਅਵਧ ਕਿਰਤ ਤੂੰ ਮਾਨ। ਅਧਿਕਾਰੀ ਉਹ ਹੁੰਦਾ ਹੈ ਨਿਸ਼ਕਾਮ ਸੇਵਾ ਕਰਕੇ ਮਲ ਦੋਸ਼ ਦੀ ਨਿਵਰਤੀ ਕਰ ਲਈ, ਉਪਾਸਨਾ ਕਰਕੇ
ਬਖੇਪ ਦੋਸ਼ ਦੀ ਨਿਵਰਤੀ ਕਰ ਲਈ। ਕੇਵਲ ਇੱਕ ਅਗਿਆਨ ਬਾਕੀ ਰਹਿੰਦਾ ਹੈ, ਅਤੇ ਉਹ ਚਾਰੇ ਸਾਧਨਾਂ ਦੇ ਸਹਿਤ ਹੋਵੇ, ਅਤੇ ਉਸ ਨੂੰ ਕਹਿੰਦੇ ਨੇ ਵੀ ਇਹ ਅਧਿਕਾਰੀ ਹੈ, ਅਤੇ ਅੰਤਸ਼ਕਰਨ ਸ਼ੁੱਧ ਹੋਇਆ ਵਾ, ਅਤੇ ਉਪਾਸਨਾ ਕਰਦਾ ਹੈ। ਗਿਆਨ ਅਜੇ ਹੋਣੀ, ਅਗਿਆਨ ਹੈ। ਚਾਰ ਸਾਧਨ ਬੈਰਾਗ, ਵਿਵੇਕ, ਖਟ ਸੰਮਤੀ, ਮੋਖ, ਇਹਨਾਂ ਦੇ ਸੰਯੁਕਤ ਹੋਵੇ ਅਤੇ ਉਹਨੂੰ ਫਿਰ ਗਿਆਨ ਦਾ ਅਧਿਕਾਰੀ ਬਣੇ। ਅਤੇ ਬੈਰਾਗ ਤੋਂ ਬਾਅਦ ਇੱਥੇ ਵਿਵੇਕ ਨੂੰ ਪਹਿਲਾਂ ਰਿਹਾ। ਵਿਵੇਕ ਸਤ ਸਰੂਪ ਪਰਮੇਸ਼ਰ ਪਿੱਛੇ ਵੀ ਸੀ, ਹੁਣ ਵੀ ਹੈ, ਅੱਗੇ ਨੂੰ ਹੋਏਗਾ, ਜਿਵੇਂ ਮੂਲ ਮੰਤਰ ਜਿਹਾ ਹੈ। ਦੇਹ ਪ੍ਰਪੰਚ ਅਨਿਤ ਹੈ, ਆਤਮ ਨਿਤ ਬਖਾਨ, ਸਾਰ ਅਸਾਰੈ ਜਾਣਵੋ, ਯਹ ਵਿਵੇਕ ਪਹਿਚਾਨ। ਸਤ ਸਤ ਹੈ ਸਤ ਹੀ, ਨਾਮ ਰੂਪ ਹੈ ਉਸ ਨਾਮ ਰੂਪ ਸਭਾਨ, ਐਸੋ ਜੋ ਵਿਚਾਰ ਹੈ ਸੋ ਵਿਵੇਕ ਪਹਿਚਾਨ। ਤੋ ਇਸ ਕਰਕੇ ਧਰਮ ਸ਼ਾਸਤਰ ਦੇ ਵਿੱਚ ਵਿਵੇਕ ਨੂੰ ਸਾਰੇ ਸਾਧਨ ਦਾ ਮੁੱਢ ਦੱਸਿਆ। ਸਭ ਸਾਧਨ ਕੋ ਮੂਲ ਹੈ, ਸਭ ਸਾਧਨ ਕੋ ਮੂਲ ਜੋ ਹੈ ਵਿਵੇਕ ਪਵ ਮਾਹੇ, ਮੂਲ ਜਹਾਂ ਤੈ ਕਾਂਡ ਹੈ ਜਾਂ ਮੈਂ ਸੰਸੈ ਨਾਹੇ। ਤੇ ਇਹਦੇ ਵਿੱਚ ਕੋਈ ਸੰਸ਼ੇ ਵਾਲੀ ਬਾਤ ਨਹੀਂ। ਅਵਿਨਾਸੀ ਆਤਮ ਚਲ ਜਗ ਜਾ ਤਾਂ ਜਾਤੇ ਪ੍ਰਤਕੂਲ, ਜਹ ਗਿਆਨ ਵਿਵੇਕ ਹੈ ਸਭ ਸਾਧਨ ਕੋ ਮੂਲ। ਇਹਨੂੰ ਵਿਵੇਕ ਕਹਿੰਦੇ ਨੇ। ਜਿੱਥੇ ਮੁੱਢ ਹੁੰਦਾ ਹੈ ਟਾਹਣੀਆਂ ਤਾਂ ਆਪੇ ਆ ਜਾਂਦੀਆਂ ਨੇ, ਜਿੱਥੇ ਵਿਵੇਕ ਹੈ ਉੱਥੇ ਵਿਰਾਗ, ਖਟ ਸੰਮਤੀ, ਮੋਖ ਤਾਂ ਆਪੇ ਆ ਜਾਂਦੀਆਂ ਨੇ। ਅਧਿਕਾਰੀ ਪੁਰਸ਼ ਸਤਨਾਮ ਦਾ ਅਭਿਆਸ ਕਰੇ ਤੇ ਗੁਣ ਆਪੇ ਪੈਦਾ ਹੋ ਜਾਣਗੇ। ਉਹਦੇ ਅੰਦਰ ਵਿਵੇਕ ਦੇ ਨਾਲ ਵਿਰਾਗ, ਖਟ ਸੰਮਤੀ ਸਾਰੇ ਆ ਜਾਣਗੇ। ਵਿਰਾਗ ਕਿਹਨੂੰ ਕਹਿੰਦੇ ਨੇ? ਅਤੇ ਇੰਦਰ ਲੋਕ ਤੋਂ ਲੈ ਕੇ ਬ੍ਰਹਮਪੁਰੀ ਪਰ ਤੇ ਜਿੰਨੇ ਵੀ ਭੋਗ ਪਦਾਰਥ ਨੇ ਉਹਨਾਂ ਨੂੰ ਕਿਹਾ ਬ੍ਰਹਮਾ ਇੰਦਰ ਆਦਲੋ ਹੋਤ ਉਦੇ ਧਰ ਭੋਗ, ਕਾਕ ਬਿਸਟ ਸਮ ਜੇਗ ਨੈ ਬੀਤ ਰਾਗ ਤੇ ਲੋਕ। ਇੰਨੀ ਵਿਸ਼ਿਆਂ ਤੋਂ ਨਫ਼ਰਤ ਹੋ ਜਾਵੇ। ਖਟ ਸੰਮਤੀ ਤੀਸਰਾ ਸਾਧਨ ਹੈ। ਸਮਦਮ ਸ਼ਰਧਾ ਤੀਸਰੀ ਸਮਾਧਾਨ ਉਪਰਾਮ, ਛਟੀ ਤਿਤਿਕਸ਼ਾ ਜਾਨੀਐ ਬਿਹਨ ਬਿਹਨ ਜਹ ਨਾਮ। ਮਨ ਦੀਆਂ ਬਾਸ਼ਨਾਂ ਨੂੰ ਰੋਕਣਾ ਸਮ, ਇੰਦਰੀਆਂ ਦਾ ਦਮਨ ਕਰਨਾ, ਵਿਸ਼ਿਆਂ ਵੱਲ ਨਾ ਜਾਣ ਦੇਣਾ ਦਮ, ਬੇਕਾਰਾਂ ਵੱਲੋਂ ਰੋਕਣਾ। ਸ਼ਰਧਾ ਗੁਰੂ ਉੱਤੇ ਨਿਸ਼ਚਾ ਰੱਖਣਾ ਪੂਰਾ, ਜੋ ਗੁਰ ਦੀਆ ਸੋ ਮਨ ਕੇ ਕਾਮ। ਸਮਾਧਾਨ ਸ਼ੰਕਾ ਤੋਂ ਰਹਿਤ ਹੋਣਾ, ਉਪਰਾਮ ਵਿਸ਼ਿਆਂ ਤੋਂ ਉਪਰਾਮਤਾ ਹੋਣੀ। ਤਿਤਿਕਸ਼ਾ ਸੁਖ ਦੁੱਖ ਨੂੰ ਸਮ ਕਰਕੇ ਜਾਣਨਾ। ਆ ਗਿਆ ਮੈਂ ਭੂਖ ਸੋਈ ਕਰ ਸੂਖਾ, ਸੋਗ ਹਰਕ ਨਹੀਂ ਜਾਣਿਓ। ਜੇ ਸੁਖ ਦੇ ਤਾਂ ਤੁਝੇ ਰਾਦੀ, ਦੁੱਖ ਵੀ ਤੁਝੇ ਧਿਆਈ। ਦੁੱਖ ਸੁਖ ਪਿਆਰੇ ਤੁਧ ਧਿਆਈ, ਇਹ ਸਮਤ ਗੁਰੂ ਤੇ ਪਾਈ। ਖਟ ਸੰਮਤੀ ਦਾ ਉਹ ਸਵਈਆ ਅਧਿਆਤਮ ਪ੍ਰਕਾਸ਼। ਬਾਸਨਾ ਤਿਆਗ ਸਦਾ ਸਮ ਹੈ, ਬਾਸਨਾ ਦਾ ਤਿਆਗ ਕਰਨਾ। ਬਾਸਨਾ ਤਿਆਗ ਸਦਾ ਸਮ ਹੈ, ਦਾਮ ਬਾਹਰ ਬਿਰਤ ਕੋ ਨਿਗ੍ਰਹਿ ਠਾਨੋ। ਦੋਖਨ ਦੋਖ ਵਿਖੇ ਉਪਰਾਮ ਤਿਤਿਕਸ਼ਾ ਜਹ ਸੁਖ ਸੁਖ ਜੋ ਦੁਖ ਮਾਨੋ। ਸਾਸਨਾ ਵੇਦ ਆਚਾਰਿਆ ਕੀ ਜੋ ਪ੍ਰਮਾਨ ਹੀ ਸਰਦਾ ਸੋ ਬਖਾਨੋ। ਏਕ ਹੋਵੈ ਚਿਤ ਸਮਾਧ ਬਸੈ, ਇਹ ਭਾਂਤ ਸਮਾਧਾਨ ਸਾਧਨ ਜਾਨੋ। ਮੋਖ ਇੱਛਾ ਸਾਰੇ ਪਦਾਰਥਾਂ ਵੱਲੋਂ ਚਿੱਤ ਦਾ ਉਪਰਾਮ ਹੋ ਕੇ ਅਧਿਕਾਰੀ ਦੇ ਮਨ ਦੇ 'ਚ ਇੱਕ ਮੁਕਤੀ ਦੀ ਇੱਛਾ ਰਹਿਣੀ। ਅਤੇ ਉਸ ਕਰਕੇ ਮੂਲ ਆਦਿਕ ਜਮ ਹੈ ਸੋ ਅਧਿਕਾਰੀ ਮੀਤ। ਅਧਿਕਾਰੀ ਅਨੰਦ ਕੀ ਸੂਚਨ ਕਰੀ ਸੋ ਰੀਤ। ਇਹ ਰੀਤਮੰਦ ਕੀ ਹੈ? ਵਿਖੇ ਅਨੰਦ। ਸਿੱਧਾ ਨੇ ਪੁੱਛਿਆ ਫਿਰ ਆਪਦੇ ਮੰਤਰ ਵਿੱਚ ਵਿਖੇ ਅਨੰਦ ਕੀ ਹੈ? ਅਧਿਕਾਰੀ ਅਨੰਦ ਤਾਂ ਤੁਸੀਂ ਸਾਬਤ ਕਰ ਦਿੱਤਾ ਵੀ ਜਿਹੜਾ ਸਤਨਾਮ ਦਾ ਜਾਪ ਕੇ ਉਹ ਅਧਿਕਾਰੀ ਹੈ, ਜਿਹਦੇ ਮਲ ਵਿਖੇ ਦੋਸ਼ ਨਹੀਂ, ਨਿਸ਼ਕਾਮ ਸੇਵਾ ਕਰਦਾ ਹੈ। ਤਾਂ ਮਹਾਰਾਜ ਕਹਿੰਦੇ ਇਹਦੇ ਵਿੱਚ ਕਰਤਾ ਪੁਰਖ ਵਿਖੇ ਅਨੰਦ ਹੈ, ਜਿਹਦੇ 'ਚ ਕਰਤਾ ਜੀਵ, ਪੁਰਖ ਈਸ਼ਵਰ, ਇਹਨਾਂ ਦੋਨਾਂ ਦੀ ਏਕਤਾ, ਜੀਵੀ ਈਸ਼ ਦੀ ਏਕਤਾ ਜਿਹੜੀ ਕਰਨੀ ਹੈ, ਇਹਦਾ ਵਿਖੇ ਅਨੰਦ ਹੈ। ਤੋ ਇਸ ਕਰਕੇ ਕਰਤਾ ਕਹੇ ਜੀਵ ਕੋ, ਭਾਵ ਕਰਤਾ ਜੀਵ ਹੈ ਦਾ ਵਾਚਕ ਹੈ, ਜੋ ਕਰਮਾਂ ਦੇ ਕਰਨ ਵਾਲਾ ਹੈ। ਪੁਰਖ ਈਸ਼ਵਰ ਦਾ ਵਾਚਕ ਹੈ, ਜਿਹੜਾ ਮਾਇਆ ਸਬਲ ਹੋ ਕਰਕੇ ਸ੍ਰਿਸ਼ਟੀ ਰਚਦਾ, ਪਾਲਣਾ ਕਰਦਾ, ਨੇਤਾ ਕਰਦਾ। ਅਤੇ ਦੋਨਾਂ ਦਾ ਸੰਬੰਧ ਜਿਹੜਾ ਇਹ ਏਕਤਾ ਕਰਨੀ ਹੈ, ਅਤੇ ਉਹਨੂੰ ਜੀਵ ਅਤੇ ਈਸ਼ਵਰ ਦੀ, ਇਸ ਕਰਕੇ ਇਹਦਾ ਸੰਬੰਧ ਹੈ। ਸੋ ਪ੍ਰਭ ਦੂਰ ਨਹੀਂ ਪ੍ਰਭ ਤੂੰ ਹੈ, ਤੂੰ ਸਦਾ ਸਲਾਮਤ ਨਿਰੰਕਾਰ, ਐਸੇ ਭਾਵ। ਅਤੇ ਇਸ ਕਰਕੇ ਬਿਦ ਨਖੇਦ ਜੋ ਕਰਮ ਹੈ, ਤਾਂ ਕੋ ਕਰਤਾ ਜੋਏ, ਸੋ ਕਰਤਾ ਜਾਨੋ ਸਹੀ ਜੀਵ ਕਹਾਵੈ ਸੋਏ। ਪੂਰਨ ਇਕ ਰਸ ਸਰਬ ਮੈਂ, ਪੁਰਖ ਤਾਹੇ ਪਹਿਚਾਨ, ਬ੍ਰਹਮ ਤਾਹੇ ਕੋ ਨਾਮ ਹੈ, ਜਾਨੋ ਪ੍ਰਗਿਆਵਾਨ। ਜੀਵ ਬ੍ਰਹਮ ਕੀ ਏਕਤਾ ਹੈ ਜਾਵੇਂ ਉਲੇਖ, ਸੇ ਵਿਖੇ ਪਹਿਚਾਨੀਏ ਅਨੰਦ ਮੈਂ ਦੇਖ। ਇਹ ਅਨੰਦ ਹੈ। ਕਹਿੰਦੇ ਜੀ ਫਿਰ ਪ੍ਰਯੋਜਨ ਅਨੰਦ ਸਿੱਧ ਕਰੋ। ਸਿੱਧਾ ਨੇ ਕਿਹਾ ਪ੍ਰਯੋਜਨ ਕੀ ਹੈ? ਤਾਂ ਮਹਾਰਾਜ ਸਾਹਿਬ ਜੀ ਨੇ ਕਿਹਾ ਸਾਡੇ ਮਨ ਤੇ ਨਿਰਭਉ ਨਿਰਵੈਰ, ਇਹ ਪ੍ਰਯੋਜਨ ਆਨੰਦ ਹੈ। ਜਨਮ ਮਰਨ ਕੋ ਭਾਉ ਕਹਾ, ਨਿਰਵਿਰਤ ਯਾ ਮਾਹੇ, ਬੈਰ ਰਹਿਤ ਜੋ ਆਤਮਾ ਨਿਰਪ੍ਰਾਪਤ ਕਹਿਤਾ ਹੈ। ਜਿੱਥੇ ਜੰਮਣ ਮਰਨ ਦਾ ਡਰ ਹੈ, ਭੈ ਨਿਵਰਤ ਹੋ ਜਾਵੇ,
ਉਹ ਪ੍ਰਯੋਜਨ ਅਨਬੰਧ ਹੈ। न कुछ जन्मै न कुछ मरै, आपन चलता आप ही करै। अकाल मूर्त बारै पाया बनासी, ना कदे मरे न जाया। सो संसार दुख की निवृत्ति, परमानंद की प्राप्ति, ये जीव का परम प्रयोजन है। इस प्रकार सिद्धो साडे इस मंत्र विच निरभौ भै रहत, निर्वैर बैर रहत, इन्हां पदां दे विच प्रयोजन अनबंध कहा है। प्रयोजन आनंद का कहा स्वरूप मनाए, अनबंध संबंध बखान हो, सुनो संत मन लाए। कहते संबंध अनबंध चौथा प्रश्न है सिद्धां दा कि महाराज फिर आप ये मंत्र दे विच संबंध अनबंध दसो कि ये किहड़ा है। तो सतगुरु महाराज ने साडे मंत्र अकाल मूर्त अजूनी सैपंग, ये जिहड़े पद ने संबंध अनबंध है। काल रहत जो मूर्ति सो प्रतिपाद महान, अजूनी कहे वेद को संग प्रकाशे ज्ञान। सह ग्रंथ को नाम है पंग प्रकाश ज्ञान, जनक जने संबंधता ज्ञान ग्रंथ पहचान। अकाल जिहड़ा अजूनी सह पंग, जो अजमना सूर ब्रह्म है, जोना तो रहत है, वो ईश्वर, ਉਹਦੇ ਈਸ਼ਵਰ ਦੇ ਸਵਾਸ ਵੇਦ ਮੰਨਿਆ, ਵੇਦ ਨਾਮ ਗਿਆਨ ਦਾ ਹੈ। ਉਸ ਗਿਆਨ ਨੂੰ ਸਹਿਪੰਗ ਸੁਤੇ ਪ੍ਰਕਾਸ਼ਣ ਵਾਲੀ ਕੌਣ ਹੈ? ਗੁਰਬਾਣੀ, ਸਾਡੇ ਸ਼ਬਦ ਸਿੱਧੋ, ਉਹ ਬ੍ਰਹਮ ਦੀ ਪ੍ਰਤਿਪਾਦਕ ਹੈ। ਤੇ ਇਸ ਕਰਕੇ ਇਹ ਭਾਵ ਕੀ ਹੈ ਕਿ ਬ੍ਰਹਮ ਨੂੰ ਜਨਾਉਣ ਵਾਲੀ ਹੈ ਗੁਰਬਾਣੀ। ਅਕਾਲ ਮੂਰਤ, ਕਾਲ ਰਹਿਤ ਜੋ ਮੂਰਤੀ ਸੋ ਪ੍ਰਤਿਪਾਦ ਮਹਾਨ ਭਾਵੇ। ਬ੍ਰਹਮ ਜੋ ਅਕਾਲ ਕਾਲ ਤੋਂ ਰਹਿਤ ਮੂਰਤ ਕੀ ਇਹ ਸਰੂਪ ਹੈ, ਉਹਦਾ ਪ੍ਰਤਿਪਾਦ ਸਰੂਪ ਜਨਾਉਣ ਵਾਲੀ ਬਾਣੀ ਹੈ, ਸਾਡਾ ਸ਼ਬਦ ਹੈ। ਇਸ ਪ੍ਰਕਾਰ ਅਕਾਲ ਮੂਰਤ ਅਜੂਨੀ ਸਹਿਪੰਗ, ਇਹ ਬ੍ਰਹਮ ਦੇ ਵਿੱਚ ਇਹ ਮੰਤਰ ਦੇ ਆਪਸੀ ਸੰਬੰਧ ਜਣਾਇਆ ਹੈ। ਕਿਉਂਕਿ ਗ੍ਰੰਥ ਤੇ ਗੁਰ ਸ਼ਬਦ ਤੇ ਇਹਨਾਂ ਦਾ ਪਿਤਾ ਸਰੂਪ ਤੇ ਗਿਆਨ ਸਰੂਪ ਪੁੱਤਰ ਹੈ। ਗੁਰ ਸ਼ਬਦ ਹੈ ਜਿਹੜਾ ਪਿਤਾ ਹੈ, ਪਿਤਾ ਸਰੂਪ ਹੈ। ਗਿਆਨ ਹੈ ਜਿਹੜਾ ਪੁੱਤਰ ਰੂਪ ਹੈ। ਇਹਨੂੰ ਜਨਕ ਜਨਿਆ ਭਾਵ ਸੰਬੰਧ ਕਹਿੰਦੇ ਨੇ, ਜਿਵੇਂ ਪਿਤਾ ਦੇ ਪੁੱਤਰ ਦਾ ਸੰਬੰਧ। ਗ੍ਰੰਥ ਗਿਆਨ ਕੋ ਜਨਕ ਹੈ, ਜਨਕ ਗਿਆਨ ਪਹਿਚਾਨ, ਜਨਕ ਜਨਿਆ ਸੰਬੰਧਤ ਭਾਖਤ ਸਭ ਬੁੱਧਮਾਨ। ਭਾਵ ਇਹ ਕਿ ਗੁਰੂ ਗ੍ਰੰਥ ਸਾਹਿਬ ਜਨਕ ਪਿਤਾ, ਸ਼ਬਦ ਪਿਤਾ ਹੈ, ਗਿਆਨ ਪੁੱਤਰ ਹੈ। ਤੇ ਇਸ ਕਰਕੇ ਇਹ ਗਿਆਨ ਨੂੰ ਪੈਦਾ ਕਰਨ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਨੇ। ਇੱਥੇ ਤੱਕ ਅਨਬੰਧਾਂ ਦੀ ਗੱਲ ਸਾਰੀ ਸਮਾਪਤ ਹੋ ਗਈ। ਸਿੱਧਾਂ ਦੇ ਪ੍ਰਸ਼ਨ ਜਿਹੜੇ ਸੀ ਉਹ ਲਗਭਗ ਮੁੱਕ ਗਏ। ਹੁਣ ਸ਼ਬਦ ਸਮਾਪਤ ਹੋਣ ਤੇ ਹੈ। ਗੁਰਪ੍ਰਸਾਦ ਤੇ ਬੋਲੋ ਜੀ। ਗੁਰਪ੍ਰਸਾਦ। ਇਹੋ ਜਿਹੇ ਬ੍ਰਹਮ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ ਕਿ ਇਹ ਜਿਹੜੇ ਅਨਬੰਧਨ, ਇਹ ਅਰਥ ਅਨਬੰਧਾਂ ਨਾਲ ਚੱਲਣਾ। ਗੁਰਪ੍ਰਸਾਦ, ਗੁਰਾਂ ਦੀ ਕਿਰਪਾ ਦੁਆਰਾ ਸਾਰੇ ਅਨਬੰਧਾਂ ਦਾ ਗਿਆਨ ਹੁੰਦਾ ਹੈ। ਇਸ ਕਰਕੇ ਗੁਰਪ੍ਰਸਾਦ, ਗੁਰਾਂ ਦੀ ਕਿਰਪਾ ਕਰਕੇ ਅਨਬੰਧਾਂ 'ਚ ਇਹਨਾਂ 'ਚ ਲੋੜ ਹੈ ਅਧਿਕਾਰੀ ਤੇ ਅਧਿਕਾਰਤਾ ਦੀ, ਤੇ ਗੁਰੂ ਤੋਂ ਬਿਨਾਂ ਨਹੀਂ ਹੁੰਦੀ। ਇਸ ਪ੍ਰਕਾਰ ਸਾਰੇ ਅਨਬੰਧਾਂ 'ਚ ਗੁਰੂ ਦੀ ਕਿਰਪਾ ਬਹੁਤ ਜ਼ਰੂਰੀ ਹੈ। ਇਹ ਸਾਰੀ ਅਨਬੰਧਾਂ ਦੀ ਵਿਚਾਰ ਦੀ ਭਾਵ ਇਹੀ ਹੈ ਕਿ ਉਸ ਦਾ ਜਪ ਤੇ ਉਹਦਾ ਜਾਪ ਕਰਨਾ ਚਾਹੀਦਾ ਹੈ। ਉਹਦੇ ਨਾਲ ਜੁੜੇ, ਜਪ ਨਾਲ ਤੇ ਜੁੜਨਾ ਹੀ ਹੈ, ਕਿਉਂਕਿ ਉਹ ਪਰਮਾਤਮਾ ਸਦਾ ਹੀ ਆਦ ਸੱਚ, ਆਦ ਮੁੱਢ ਤੋਂ ਸੱਚ ਸਰੂਪ ਹੈ। ਜੁਗਾਦ ਸੱਚ, ਜੁਗ ਆਦ ਦੇ ਵਿੱਚ ਵੀ ਉਹ ਸੱਚ ਸਰੂਪ ਹੈ। ਜਦੋਂ ਜੁਗ ਆਦਿਕਾਂ ਦਾ ਮੁੱਢ ਨਹੀਂ ਸੀ ਬੱਝਿਆ, ਹੈ ਪੀ ਸੱਚ, ਹੁਣ ਵੀ ਸੱਚ ਸਰੂਪ ਹੈ। ਨਾਨਕ ਹੋਸੀ ਪੀ ਸੱਚ। ਮਹਾਰਾਜ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਸੱਚ ਸਰੂਪ ਹੋਊਗਾ। ਤੇ ਇਸ ਤੋਂ ਬਾਅਦ ਵੀ ਹੇਤਕ ਅਰਥ ਹੈ। ਸਿੱਧਾਂ ਦੀ ਤਾਂ ਗੱਲ ਹੋ ਗਈ ਇੱਥੇ ਸਮਾਪਤ। ਹੁਣ ਸੌਖਾ ਜਿਹਾ ਅੱਗੇ ਅਰਥ ਹੈ, ਇਹਦੇ ਨਾਲ ਅੱਜ ਦੀ ਕਥਾ ਸਮਾਪਤ ਹੁੰਦੀ ਹੈ। ਤੇ ਮਹਾਰਾਜ ਸਿੱਧਾਂ ਨੇ ਜਾਂਦਿਆਂ ਜਾਂਦਿਆਂ ਸਵਾਲ ਕੀਤਾ, ਪਰ ਉਹਦੇ ਨਾਲ ਸੌਖਾ ਸਮਝ ਆ ਜਾਂਦੀ ਹੈ। ਤੇ ਉੱਤਰ ਉਹਨਾਂ ਦੇ ਤਸੱਲੀ ਬਖਸ਼ ਗੁਰੂ ਸਾਹਿਬ ਦੇ ਦਿੱਤੇ ਹੋਏ ਨਿਰੁੱਤਰ ਤਾਂ ਹੋ ਗਏ, ਪਰ ਜਾਂਦੇ ਜਾਂਦੇ ਪੁੱਛਦੇ ਮਹਾਰਾਜ ਜੀ ਤੇ ਹੁਣ ਸਾਨੂੰ ਦੁਬਾਰੇ ਜਿਹੜੀਆਂ ਗੂੜ ਗੱਲਾਂ ਸੀ ਤੁਹਾਡੀਆਂ, ਵੀ ਸਾਨੂੰ ਤਾਂ ਭੁੱਲ ਗਈਆਂ ਸਾਰੀਆਂ ਗੱਲਾਂ, ਸਾਨੂੰ ਦਾ ਚੇਤਾ ਨਹੀਂ। ਤੁਸੀਂ ਇਹ ਆ ਵੀ ਅਸੀਂ ਸਵਾਲ ਕਰੇ ਜਾਵਾਂਗੇ, ਤੁਸੀਂ ਉੱਤਰ ਦਿਓ। ਮਹਾਰਾਜ ਕਹਿੰਦੇ ਦੱਸੋ। ਕਹਿੰਦੇ ਜੀ ਸਵਾਲ ਹੈ ਕਿ ਬ੍ਰਹਮ ਇੱਕ ਕਿਵੇਂ ਹੈ, ਉਹ ਕਿਵੇਂ ਹੈ? ਮਹਾਰਾਜ ਕਹਿੰਦੇ ਅਦਵੈਤ ਸਰੂਪ ਹੋਣ ਕਰਕੇ, ਉਹ ਅਦਵੈਤ ਸਰੂਪ ਹੈ ਸਾਰਿਆਂ ਦਾ। ਓੰਕਾਰ ਰੂਪ ਹੋਣ ਕਰਕੇ, ਓੰਕਾਰ ਪ੍ਰਕਾਸ਼ ਰੂਪ ਹੈ ਨਾ, ਤੇ ਓੰਕਾਰ ਰੂਪ ਕਹੇ ਪ੍ਰਕਾਸ਼ ਰੂਪ ਹੋਣ ਕਰਕੇ ਇੱਕ ਹੈ, ਉਹਨੂੰ ਕਿਹਾ ਹੈ। ਤੇ ਨਹੀਂ ਤਾਂ ਚੰਦ ਸੂਰਜ ਤਾਰੇ ਖਟ ਜੋਤੀਆਂ ਪ੍ਰਕਾਸ਼ ਰੂਪ ਨਾ, ਇਸ ਕਰਕੇ ਵੀ ਉਹ ਸੁਤੇ ਪ੍ਰਕਾਸ਼ ਹੈ। ਤੇ ਐਸਾ ਪਰਤੇ ਪ੍ਰਕਾਸ਼, ਇਹਨਾਂ ਤੇ ਪਰਤੇ ਪ੍ਰਕਾਸ਼ ਹੈ। ਤੇ ਓੰਕਾਰ ਸਾਰਿਆਂ ਦਾ ਪ੍ਰਕਾਸ਼ ਰੂਪ ਹੋਣ ਕਰਕੇ ਅਸੀਂ ਇੱਕ ਕਿਹਾ, ਤੇ ਓੰਕਾਰ ਹੋਣ ਕਰਕੇ ਇੱਕ ਕਿਹਾ ਉਹਨੂੰ। ਤੇ ਮਹਾਰਾਜ ਸਾਹਿਬ ਨੇ ਉਹਦਾ ਉੱਤਰ ਦੇ ਦਿੱਤਾ। ਉੱਤਰ ਦੇਣ ਤੋਂ ਬਾਅਦ ਫਿਰ ਉਹਨੂੰ ਓੰਕਾਰ ਸਾਰਿਆਂ ਦਾ ਪ੍ਰਕਾਸ਼ ਕਿਵੇਂ ਹੈ ਕਹਿੰਦੇ।
ਇਹ ਸਵਾਲ ਕਰ ਉਹੀ ਸਵਾਲ ਪੜ੍ਹਦੇ। ਤੇ ਮਹਾਰਾਜ ਸਾਹਿਬ ਕਹਿੰਦੇ ਤ੍ਰੈ ਕਾਲ ਨਾਸ ਹੋਣ ਕਰਕੇ, ਤ੍ਰੈ ਕਾਲ ਆਬਾਦ ਰੂਪ ਹੋਣ ਕਰਕੇ ਉਹ ਪ੍ਰਕਾਸ਼ ਰੂਪ ਹੈ। ਇੱਕ ਓੰਕਾਰ ਸਤ, ਯਾਨੀ ਸਤ ਰੂਪ ਹੋਣ ਕਰਕੇ ਹੈ। ਤੇ ਹੁਣ ਕਹਿੰਦੇ ਮਹਾਰਾਜ ਜੀ ਵੀ ਸਤ ਕਿਵੇਂ ਹੈ ਦੱਸਦੇ ਹਨ। ਨਾਮ ਤੇ ਮਹਾਰਾਜ ਕਹਿੰਦੇ ਪ੍ਰਸਿੱਧ ਹੋਣ ਕਰਕੇ, ਨੇਤ ਕਰਕੇ ਵੇਦ ਨੂੰ ਕਹਿੰਦੇ ਨੇ, ਇਸ ਕਰਕੇ ਉਹ ਨਾਮ ਸਤ ਹੋਣ ਕਰਕੇ ਨਾਮ ਹੈ, ਵੀ ਉਹ ਪ੍ਰਸਿੱਧ ਹੋਣ ਕਰਕੇ। ਫਿਰ ਉਹ ਕਹਿੰਦੇ ਮਹਾਰਾਜ ਜੀ ਫਿਰ ਜਿਹੜਾ ਨਾਮ ਪ੍ਰਸਿੱਧ ਕਿਵੇਂ ਹੈ, ਉਹ ਕਿਰਪਾ ਕਰੋ ਕਿ ਦੱਸੋ। ਕਰਤਾ ਪੁਰਖ ਮਹਾਰਾਜ ਕਹਿੰਦੇ ਸੰਸਾਰ ਦੀ ਰਚਨਾ ਕਰਨ ਕਰਕੇ, ਉਹ ਸੰਸਾਰ ਦਾ ਕਰਤਾ ਰੂਪ ਹੋਣ ਕਰਕੇ ਉਹਦਾ ਨਾਮ ਪ੍ਰਸਿੱਧ ਹੈ। ਤਾਂ ਉਹਦਾ ਨਾਮ ਜਿਹੜਾ ਪ੍ਰਸਿੱਧ ਕਿਹਾ ਨਾਮ, ਉਹ ਕਹਿੰਦੇ ਜੀ ਫਿਰ ਕਰਤਾ ਹੋਣ ਕਰਕੇ ਤੁਸੀਂ ਕਿਹਾ ਵੀ ਹੋ, ਤੇ ਕਰਤਾ ਕਿਸ ਤਰ੍ਹਾਂ ਇਹ ਸਿੱਧ ਕਰੋ। ਮਹਾਰਾਜ ਸਾਹਿਬ ਜੀ ਉਸੇ ਕਹਿੰਦੇ ਸ੍ਰਿਸ਼ਟੀ ਦੇ ਵਿੱਚ ਵਿਆਪਕ ਪੁਰਖ ਹੋਣ ਕਰਕੇ ਕਰਤਾ, ਪੁਰਖ ਵਿਆਪਕ ਹੋਣ ਕਰਕੇ ਉਹ ਵਿਆਪਕ ਹੈ, ਇਸ ਕਰਕੇ ਹੈ। ਤੇ ਸਤਿਗੁਰੂ ਮਹਾਰਾਜ ਆਪਣੇ ਕਾਰਜ ਮੈਂ ਆਪ ਸਮਾਇਆ, ਉਹ ਵਿੱਚ ਸਮਾਇਆ ਹੋਇਆ ਹੈ, ਤੇ ਇਸ ਕਰਕੇ ਉਹ ਪੁਰਖ ਹੋਣ ਕਰਕੇ ਕਰਤਾ ਹੈ। ਨਿਰਭਉ ਨਿਰਵੈਰ ਕਹਿੰਦੇ ਜੀ ਪੁਰਖ ਕਿਸ ਤਰ੍ਹਾਂ, ਮਹਾਰਾਜ ਕਹਿੰਦੇ ਨਿਰਭਉ ਹੋਣ ਕਰਕੇ। ਪੁਰਖ ਪੂਰਨ ਹੈ, ਵਿਆਪਕ ਹੈ, ਤੇ ਫਿਰ ਭੈ ਵਾਲਾ ਕਦੇ ਨਹੀਂ ਹੈ, ਪੂਰਨ ਨਹੀਂ ਹੋ ਸਕਦਾ ਜਿਹੜਾ ਭੈ ਵਾਲਾ ਹੈ, ਤੇ ਨਿਰਭਉ ਹੈ। ਉਹ ਨਿਰਭਉ ਹੋਣ ਕਰਕੇ। ਤੇ ਅੱਗੇ ਫਿਰ ਉਹ ਕਹਿੰਦੇ ਨਿਰਭਉ ਕਿਵੇਂ ਹੈ। ਮਹਾਰਾਜ ਕਹਿੰਦੇ ਨਿਰਵੈਰ ਹੋਣ ਕਰਕੇ, ਬੈਰ ਤੋਂ ਰਹਿਤ ਹੋਣ ਕਰਕੇ, ਕਿਉਂਕਿ ਉਹ ਕਿਸੇ ਨਾਲ ਬੈਰ ਨਹੀਂ ਕਰਦਾ ਹੈ, ਬ੍ਰਹਮ ਆਤਮਾ ਹੋਣ ਕਰਕੇ। ਅਕਾਲ ਮੂਰਤ ਮਹਾਰਾਜ ਕਹਿੰਦੇ, ਉਹ ਕਹਿੰਦੇ ਜੀ ਨਿਰਵੈਰ ਕਿਵੇਂ ਹੈ। ਮਹਾਰਾਜ ਕਹਿੰਦੇ ਅਕਾਲ ਮੂਰਤ, ਕਾਲ ਤੋਂ ਰਹਿਤ ਸਰੂਪ ਹੋਣ ਕਰਕੇ, ਉਹ ਕਾਲ ਵਾਲਾ ਨਹੀਂ ਹੈ, ਇਸ ਕਰਕੇ ਬੈਰ ਨਹੀਂ ਕਰਦਾ ਕਿਸੇ ਨਾਲ। ਪ੍ਰੇਸ਼ਨ ਨਿਰਵੈਰ ਅਕਾਲ ਰੂਪ ਹੈ। ਅਜੂਨੀ ਸੈਭੰ ਲੈ ਮਹਾਰਾਜ ਅਕਾਲ ਮੂਰਤ ਕਿਵੇਂ ਹੈ। ਮਹਾਰਾਜ ਕਹਿੰਦੇ ਅਜੂਨੀ, ਅਜਨਮਾ ਹੋਣ ਕਰਕੇ, ਨਾ ਤਿਸ ਬਾਪ ਨਾ ਮਾਇ ਕਿਨੂੰ ਤੂੰ ਜਾਇਆ। ਤੇ ਜੋ ਕਿਸੇ ਦਾ ਕਾਰਨ ਕਰਕੇ ਪੈਦਾ ਨਹੀਂ ਹੋਇਆ, ਅਜਨਮਾ ਹੋਣ ਕਰਕੇ, ਉਹ ਅਕਾਲ ਮੂਰਤ ਹੈ। ਜੋ ਜੂਨੀਆਂ ਦੇ ਵਿੱਚ ਨਹੀਂ ਹੁੰਦਾ, ਉਹ ਅਕਾਲ ਮੂਰਤ ਹੈ, ਅਜੂਨੀ ਹੋਣ ਕਰਕੇ ਹੈ। ਤੇ ਇਸ ਕਰਕੇ ਉਹ ਜੰਮਦਾ ਮਰਦਾ ਨਹੀਂ। ਜਿਹੜਾ ਜੰਮਦਾ ਮਰਦਾ ਹੈ ਤੇ ਉਹ ਅਜੂਨੀ ਨਹੀਂ ਕਹਿ ਸਕਦਾ। ਜੋ ਜਨਮੇ ਸੋ ਜਾਨੋ ਮੂਆ। ਤੇ ਫਿਰ ਕਰਕੇ ਉਹ ਅਜੂਨੀ ਕਿਵੇਂ ਹੈ। ਤੇ ਮਹਾਰਾਜ ਕਹਿੰਦੇ ਸਹਿਪੰਗ ਸੁਤੇ ਪ੍ਰਕਾਸ਼ ਹੋਣ ਕਰਕੇ ਅਜੂਨੀ ਹੈ। ਤੇ ਉਹ ਅਜੂਨੀ ਜਨਮ ਹੈ, ਕਿਉਂਕਿ ਉਹ ਪਰਤੇ ਪ੍ਰਕਾਸ਼ ਇਹਨਾਂ ਚੀਜ਼ਾਂ ਦਾ, ਪਰ ਉਹ ਅਜਨਮਾ ਹੋਣ ਕਰਕੇ ਅਜੂਨੀ ਹੈ। ਤੇ ਜਿਹਦਾ ਪਰਤੇ ਪ੍ਰਕਾਸ਼ ਹੈ ਅਜੂਨੀ ਨਹੀਂ ਹੋ ਸਕਦਾ। ਇਸ ਕਰਕੇ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੋਣ ਕਰਕੇ ਅਜੂਨੀ ਹੈ। ਤੇ ਅਜੂਨੀ ਇਸ ਕਰਕੇ ਸਹਿਭੰਗ ਸੁਤੇ ਪ੍ਰਕਾਸ਼ ਹੋਣ ਕਰਕੇ ਉਹ ਅਜੂਨੀ ਕਿਹਾ ਹੈ। ਗੁਰ ਪ੍ਰਸਾਦ ਕਹਿੰਦੇ ਅਜੂਨੀ ਕਿਸ ਤਰ੍ਹਾਂ। ਮਹਾਰਾਜ ਕਹਿੰਦੇ ਗੁਰ ਚੇਤਨ ਹੋਣ ਕਰਕੇ ਸਹਿਭੰਗ ਹੈ, ਉਹ ਸਾਰਿਆਂ ਦਾ ਚੇਤਨ ਸੱਤਾ ਦੇਣ ਕਰਕੇ ਸਹਿਭੰਗ ਸੁਤੇ ਪ੍ਰਕਾਸ਼ ਹੈ ਕਰਕੇ। ਤੇ ਉਹ ਗੁਰੂ ਸਾਰਿਆਂ ਦਾ ਗਿਆਨ ਸਰੂਪ ਹੋਣ ਕਰਕੇ, ਜੈਸੇ ਗੁਰੂਰ ਬ੍ਰਹਮਾ ਗੁਰੂਰ ਵਿਸ਼ਨੂੰ ਗੁਰੂਰ ਦੇਵ ਮਹੇਸ਼ਵਰਾ ਗੁਰੂਰ ਸਾਖਾਤ ਤਮਈ ਸ੍ਰੀ ਗੁਰੂ ਵੇ ਨਮः। ਇਹ ਭਵਿੱਖਤ ਪੁਰਾਣ ਦੀ ਸੁਰਤੀ ਹੈ। ਤੇ ਪ੍ਰਸ਼ਨ ਕਹਿੰਦੇ ਉਹ ਗੁਰੂ ਕਿਵੇਂ ਹੈ। ਮਹਾਰਾਜ ਕਹਿੰਦੇ ਪ੍ਰਸਾਦ ਆਨੰਦ ਸਰੂਪ ਹੋਣ ਕਰਕੇ, ਜਿਹਦੇ 'ਚ ਦੁੱਖ ਕਲੇਸ਼ ਹੋਣ ਉਹ ਗੁਰੂ ਨਹੀਂ ਹੁੰਦਾ। ਗੁਰੂ ਚੇਤਨ ਸਰੂਪ ਹੈ, ਪ੍ਰਸਾਦ ਕਿਰਪਾ ਦ੍ਰਿਸ਼ਟੀ ਕਰਨ ਵਾਲਾ ਹੈ, ਉਹ ਪ੍ਰਸਾਦ ਸਰੂਪ ਹੋਣ ਕਰਕੇ। ਤੇ ਕਹਿੰਦੇ ਫਿਰ ਇਹ ਪ੍ਰਸਾਦ ਸਰੂਪ ਦੱਸੋ ਵੀ ਪ੍ਰਸਾਦ ਸਰੂਪ ਕਿਵੇਂ ਹੈ। ਜਪ ਮਹਾਰਾਜ ਕਹਿੰਦੇ ਜਪਣ ਯੋਗ ਹੋਣ ਕਰਕੇ ਉਹ ਪ੍ਰਸਾਦ ਆਨੰਦ ਸਰੂਪ ਹੈ, ਜਪ ਸਰੂਪ ਹੈ। ਉਹ ਕਹਿੰਦੇ ਜਪ ਸਰੂਪ ਕਿਵੇਂ ਹੈ। ਆਦਿ ਸੱਚ ਇਹ ਉੱਤਰ ਆ ਜਾਂਦਾ ਹੈ ਆਦਿ ਸੱਚ ਹੋਣ ਕਰਕੇ। ਜਗ ਦੇ ਆਦਿ ਵੀ ਸੱਚ ਸਰੂਪ ਹੈ ਤੇ ਹੁਣ ਵੀ ਸੱਚ ਸਰੂਪ ਹੈ। ਜਪਣ ਯੋਗ ਹੋਣ ਕਰਕੇ ਆਦਿ ਸੱਚ। ਕਹਿੰਦੇ ਫਿਰ ਆਦਿ ਸੱਚ ਕਿਵੇਂ ਕਿਹਾ ਤੁਸੀਂ ਉਹ ਦੱਸੋ। ਜੁਗਾਦ ਸੱਚ ਕਹਿੰਦੇ ਜੁਗਾਂ ਆਦਿ ਵਿੱਚ ਸੱਚ ਸਰੂਪ ਹੋਣ ਕਰਕੇ ਤਾਂ ਅਸੀਂ ਆਦਿ ਸੱਚ ਕਿਹਾ। ਤੇ ਇਸ ਕਰਕੇ ਕਹਿੰਦੇ ਫਿਰ ਜੁਗਾਦ ਸੱਚ ਕਿਵੇਂ ਹੈ ਇਹ ਦੱਸੋ। ਹੈ ਪੀ ਸੱਚ ਮਹਾਰਾਜ ਕਹਿੰਦੇ ਹੈ ਵੀ ਸੱਚ ਹੋਣ ਕਰਕੇ ਸਮੇਂ ਵਿੱਚ ਹੁਣ ਵੀ ਸੱਚ ਹੈ। ਅੱਗੇ ਜੁਗਾਦ ਸੱਚ ਤੇ ਜੁਗ ਆਦਿ ਸੱਚ, ਜੁਗਾਂ ਆਦਿ ਦੇ ਵਿੱਚ ਵੀ ਸੱਚ ਹੋਏਗਾ। ਨਾਨਕ ਹੋਸੀ ਪੀ ਸੱਚ ਹੈ ਵੀ ਸੱਚ। ਕਹਿੰਦੇ ਵੀ ਇਹ ਕਿਸ ਤਰ੍ਹਾਂ ਹੈ ਵੀ ਸੱਚ ਕਿਵੇਂ ਹੈ। ਮਹਾਰਾਜ ਕਹਿੰਦੇ ਹੋਸੀ ਵੀ ਸੱਚ ਹੋਣ ਕਰਕੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਹੋਸੀ ਵੀ ਸੱਚ, ਉਹ ਪਰਮਾਤਮਾ ਭਵਿੱਖਤ ਕਾਲ ਵਿੱਚ ਵੀ ਸਤ ਸਰੂਪ, ਤਿੰਨਾਂ ਕਾਲਾਂ ਦੇ ਵਿੱਚ ਨਾਸ ਤੋਂ ਰਹਿਤ ਹੈ। ਤ੍ਰੀ ਕਾਲ ਅਵਤਿ ਸਤਿ, ਉਹ ਤਿੰਨਾਂ ਕਾਲਾਂ ਦੇ ਵਿੱਚ ਪ੍ਰਸਿੱਧ ਹੈ। ਇਸ ਕਰਕੇ ਸਿੱਧਾਂ ਨੂੰ ਨਿਰੁੱਤਰ ਕਰ ਦਿੱਤਾ। ਮੂਲ ਮੰਤਰ ਦੇ ਅਰਥ ਸੁਣਾ ਕੇ ਮਹਾਰਾਜ ਅਗਿਆਨ ਦੇ ਵਿੱਚੋਂ ਕੱਢੇ। ਤੇ ਇਸ ਤੋਂ ਬਾਅਦ ਸਾਧ ਸੰਗਤ ਜੀ ਹੁਣ 5-7 ਮਿੰਟਾਂ ਦੇ ਵਿੱਚ ਸਮਾਪਤੀ ਹੈ। ਇਹਦੇ 'ਚ ਕੁਛ ਗੱਲਾਂ ਜਿਹੜੀਆਂ ਵੀ ਜਪ ਹੈ ਜਿਹੜਾ
ਇਹਦੇ ਕੁਛ ਸਮਝਣ ਵਾਲੀ ਗੱਲ ਹੈ। ਜਪਣਯੋਗ ਹੋਣ ਕਰਕੇ ਜੈਸਾ ਨਾਨਕ ਜਾਪੀ ਜਪ ਜਾਪ, ਜਪ ਨਾਮ ਵੇਦ ਦਾ, ਵੇਦ ਨਾਮ ਗਿਆਨ ਦਾ ਹੈ, ਅਤੇ ਭਾਵ ਸਤਿਗੁਰੂ ਜੀ ਗਿਆਨ ਦਾ ਕਥਨ ਕਰਦੇ ਨੇ ਜਪ ਸ਼ਬਦ ਇਸ ਕਰਕੇ ਕਿਹਾ ਹੈ। ਜਪ ਪਾਪਾਂ ਨੂੰ, ਜਿਹੜਾ ਮੂਲ ਮੰਤਰ ਨੂੰ ਜਪੂਗਾ ਕੀ ਹੋਊਗਾ? ਜਪ ਪਾਪਾਂ ਨੂੰ ਜ਼ਬਤ ਕਰਨ ਵਾਲਾ ਹੈ ਇਹ ਜਾਪ, ਉਹਦੇ ਪਾਪ ਜ਼ਬਤ ਹੋ ਜਾਣਗੇ। ਕਹਿੰਦੇ ਫਲਾਣੇ ਨੇ, ਪੁਲਿਸ ਨੇ ਵੀ ਫਲਾਣੀ ਆਹ ਚੀਜ਼ ਜ਼ਬਤ ਕਰ ਲਈ, ਪਾਪ ਜ਼ਬਤ ਕਰ ਲੂਗਾ ਮੂਲ ਮੰਤਰ। ਅਤੇ ਜਪ ਪਵਿੱਤਰ ਦਾ ਨਾਮ ਹੈ। ਜਿੰਨੀ ਮਰਜ਼ੀ ਪਾਪਾਂ ਦੀ ਮੈਲ ਜਨਮਾਂ ਜਨਮਾਂਤਰਾਂ ਲੱਗੀ ਹੈ, ਕਹਿੰਦੇ ਇਹ ਜਾਪ ਕਰਕੇ ਪਵਿੱਤਰ ਹੋ ਜਾਊਗਾ। ਜਪ ਜਾਣਨ ਯੋਗ ਹੈ। ਅਤੇ ਸੰਸਕ੍ਰਿਤ ਗ੍ਰੰਥਾਂ ਦੇ ਵੀ 3 ਪ੍ਰਕਾਰ ਦਾ ਜਾਪ ਰਿਹਾ ਹੈ, ਵਾਚਕ, ਉਪਾਂਸ, ਮਾਨਸ। ਵਾਚਕ ਜਿਹੜਾ ਸਪਸ਼ਟ ਅੱਖਰਾਂ 'ਚ ਕਿਹਾ ਜਾਏ ਅਤੇ ਉਹ ਹੁੰਦਾ ਹੈ। ਉਪਾਂਸ ਜਿਹੜਾ ਬੁੱਲ੍ਹ ਹਿੱਲਦੇ ਨੇ ਮੰਤਰ ਦਾ ਜਾਪ ਕਰੇ। ਮਾਨਸ ਜਿਹੜਾ ਮਨ ਦੁਆਰੇ ਜਪਿਆ ਜਾਂਦਾ। ਜਪ ਕਰਨ ਵਾਸਤੇ ਜਿਹਨੇ ਵੀ ਸਾਧਨ ਕਰਨੀ ਆ ਮੂਲ ਮੰਤਰ ਦੀ, ਉਹਦੇ 'ਚ ਕੁਛ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਪੈਂਦੀ ਹੈ ਕਿ ਮਨ ਦੀ ਇਕਾਗਰਤਾ, ਸਰੀਰ ਦੀ ਪਵਿੱਤਰਤਾ, ਅਤੇ ਬੋਲਣ ਤੋਂ ਚੁੱਪ ਕਰਕੇ ਬਾਣੀ ਦੀ ਮੌਨਤਾ, ਸੰਜਮ ਰੱਖਣਾ, ਸੰਤੋਖ ਰੱਖਣਾ, ਖਾਣ ਪੀਣ ਦਾ, ਪਹਿਨਣ ਦਾ ਲਾਲਚ ਨਾ ਹੋ, ਇਸ ਨੂੰ ਹਾਜ਼ਰ ਜਾਣਨਾ, ਜਿੰਨਾ ਚਿਰ ਇਕਾਂਤ ਵਿੱਚ ਰਹਿਣਾ, ਹੰਗਤਾ ਦਾ ਤਿਆਗ ਕਰਨਾ, ਇਸ਼ਟ ਸਤਿਗੁਰੂ ਨੂੰ ਪੂਰਨ ਨਿਸ਼ਚਾ ਰੱਖਣਾ, ਅਤੇ ਕਾਮਨਾ ਰਹਿਤ ਅਭਿਆਸ ਕਰਨਾ। ਦੁੱਧ ਪੁੱਤ ਆਦਿ ਕੋਈ ਨਹੀਂ ਮੰਗਣਾ, ਪਰਮਾਤਮਾ ਦੀ ਚਿੰਤਨ ਕਰਨੀ। ਇਸ ਕਰਕੇ ਇਹ ਜਾਪ ਦੀਆਂ ਕੁਛ ਇਹਦੇ ਵਿੱਚ ਪਹਿਲੀ ਵਾਰ ਨਾਨਕ ਪਦ ਆਇਆ ਹੈ। ਹੁਣ ਜਿਸ ਗੁਰੂ ਨੇ ਐਡਾ ਵੱਡਾ ਖਜ਼ਾਨਾ ਸਾਨੂੰ ਬਖਸ਼ਿਆ ਹੈ, ਜੇ ਹੁਣ ਆਪਾਂ ਇੰਨੇ ਅਰਥ ਗੂੜ ਤੋਂ ਗੂੜ ਤਾਂ ਅਰਥ ਸਮਝਾਉਣ ਦੀ ਕੋਸ਼ਿਸ਼ ਕਰ ਲਈ ਹੈ, ਜੇ ਨਾਨਕ ਪਦ ਨੂੰ ਨਾ ਸਮਝਿਆ ਫਿਰ ਮੂਲ ਮੰਤਰ ਦੀ ਵਿਆਖਿਆ ਮੈਂ ਸਮਝਾਂ ਅਧੂਰੀ ਹੋਊਗੀ। ਨਾਨਕ ਸ਼ਬਦ ਜਿਹੜਾ ਹੈ, ਅਤੇ ਨਾਨਕ ਸ਼ਬਦ ਦੇ ਜਿਹੜੇ ਪਦ ਅਰਥ ਨੇ ਉਹ ਕੀ ਨੇ? ਕਿਉਂਕਿ ਪਹਿਲੀ ਵਾਰ ਹੈ ਨਾ ਗੁਰੂ ਸਾਹਿਬ ਦਾ। ਹੁਣ 2 ਨੰਨੇ ਲੱਗੇ ਹੋਏ ਨੇ, ਇੱਕ ਕੰਨਾ ਲੱਗਿਆ ਵਿਚਾਲੇ, ਇੱਕ ਕੱਕਾ ਹੈ, ਜਾਣੀ 3 ਅੱਖਰ ਅਤੇ 1 ਮਾਤਰਾ ਲੱਗੀ ਹੈ, ਦੀਰਘ ਮਾਤਰਾ। ਪਹਿਲਾ ਨੰਨਾ ਅੱਖਰ ਨਾ ਜਮਾ ਅਨਕ, ਇਹਦਾ ਅਰਥ ਬਣੂਗਾ ਜੋ ਅਨਕਤਾ ਅਨੇਕਤਾ ਤੋਂ ਰਹਿਤ ਹੈ, ਅਦਵੈਤ ਸਰੂਪ ਹੈ, ਉਸ ਨੂੰ ਪਰਮੇਸ਼ਰ ਦਾ ਸਾਖਸ਼ਾਤ ਸਰਗੁਣ ਸਰੂਪ ਗੁਰੂ ਨਾਨਕ ਹੈ। ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਜਾਂ ਅਨਕ ਰਹਿਤ ਪਰਮਾਤਮ ਜੋਈ, ਨਾਨਕ ਨਾਮ ਕਹਾਵੈ ਸੋਈ। ਅਨਕਨ ਨ ਵਿਤਤੇ ਜਸ ਮਨਸਾ ਸਾ ਨਾਨਕਾ। ਦੂਜਾ ਅਰਥ ਨਾ ਜਮਾ ਅਨਕ, ਅਨਕ ਨਾਮ ਢੋਲ ਦਾ ਹੁੰਦਾ ਹੈ। ਦੁਨੀਆ ਢੋਲ ਦੀ ਨਿਆਈਆਂ ਦੁਮੀ ਹੀ। ਫਰੀਦ ਸਾਹਿਬ ਨੇ ਕੀ ਕਿਹਾ? ਫਰੀਦਾ ਦੁਨੀ ਬਜਾਈ ਬੱਜਦੇ, ਤੂੰ ਪੀ ਬੱਜਹਿ ਨਾਲ, ਸੋਈ ਜਿਉ ਨਾ ਬੱਜਦਾ, ਜਿਸ ਅੱਲਾਹੋ ਕਰਦਾ ਸਾਰ। ਢੋਲ ਦੀ ਨਿਆਹੀ ਦਮੂਹੀ ਦਵੈਤ ਵਾਲੀ ਬੱਜਣ ਵਾਲੀ ਦੁਨੀਆ। ਅਤੇ ਇਸ ਕਰਕੇ ਇੱਕ ਰਸ ਰਹਿਣ ਵਾਲਾ ਅਦਵੈਤ ਸਰੂਪ ਪਰਮੇਸ਼ਰ ਕੌਣ ਹੈ? ਨਾਨਕ। ਹੁਣ ਇਹਦੇ ਅਰਥ ਤੇ ਫਾਰਸੀ ਦੇ ਵਿੱਚ ਭਾਈ ਨੰਦ ਲਾਲ ਜੀ ਨੇ ਕੋਸ਼ਾਂ ਅਨੁਸਾਰ ਕੀਤੇ ਨੇ। ਨਾ ਦਾ ਅਰਥ ਹੈ ਨੂਨ, ਨੂਨ ਦਾ ਅਰਥ ਹੈ ਸਾਰਿਆਂ ਨੂੰ ਨਿਯੰਤਾ ਪ੍ਰੇਰਨਾ ਕਰਨ ਵਾਲਾ। ਅਤੇ ਆੜੇ ਦੇ ਵਿੱਚ, ਕਿਉਂਕਿ ਨੰਨੇ ਦੇ ਵਿੱਚ ਜਿਹੜਾ ਕੰਨਾ ਲੱਗਿਆ ਉਹਦੇ ਵਿੱਚ ਆੜਾ ਲੈ ਲਿਆ। ਆੜਾ ਨਾਮ ਅਲਫ ਦਾ ਵਾਚਕ ਹੈ ਜੋ ਇੱਕ ਰਸ ਹੈ। ਫਿਰ ਨੰਨਾ, ਫਿਰ ਉਹ ਨੂਨ ਸਭ ਨੂੰ ਨਿਹਾਲ ਕਰਨ ਵਾਲਾ, ਕਾ ਕਾਫ ਕਾਇਨਾਤ ਸੰਤੋਖ ਦੇਣ ਵਾਲਾ ਅਤੇ ਕਲਿਆਣ ਕਰਨ ਵਾਲਾ। ਇਹ ਫਾਰਸੀ ਕੋਸ਼ਾਂ ਦੇ ਅਨੁਸਾਰ ਭਾਈ ਨੰਦ ਲਾਲ ਜੀ ਨੇ ਤੋਸੀਫੋ ਸੁਨਾਹ ਦੇ ਵਿੱਚ ਇਹ ਅਰਥ ਗੁਰੂ ਨਾਨਕ ਸਾਹਿਬ ਦੇ ਕੀਤੇ ਹੈ। ਅਤੇ ਅੱਗੇ ਦੇ ਨੇ ਨਾਨਕ, ਨਾ ਆ ਨ ਕ, ਕੰਨੇ ਨੂੰ ਆਪਾਂ ਆੜਾ ਮੰਨ ਲਿਆ ਨਾ, ਨਾ ਆ ਨਾ ਕ, ਨਾ ਨੂਨ ਭਾਵ ਨੇਕੀ ਦੇਣ ਵਾਲਾ ਹੋਵੇ। ਪਹਿਲਾ ਨੰਨਾ ਕੀ ਕਹਿੰਦਾ ਹੈ? ਨੇਕੀ ਦੇਣ ਵਾਲਾ। ਗੁਰੂ ਨਾਨਕ ਸਾਹਿਬ ਨੇਕੀ ਦਿੰਦੇ ਆ। ਆੜਾ ਅਲਪ ਭਾਵ ਅੱਲਾ ਦਾ ਰੂਪ ਹੈ। ਨਾ ਨੂਨ ਭਾਵ ਨਿਯੰਤਾ ਦੇਣ ਵਾਲਾ ਹੈ। ਕਾ ਕਾਹ ਭਾਵ ਕਲਿਆਣ ਕਰਨ ਵਾਲਾ ਹੈ। ਅਤੇ ਜੈ ਕਾਇਨਾਤ ਸੰਤੋਖ ਦੇਣ ਵਾਲਾ ਹੈ, ਉਹ ਪਰਮੇਸ਼ਰ ਐਸਾ ਹੈ। ਨਾ ਅਨ ਅਕ, ਨਾਨਕ ਨਾ ਪੁਰਖ ਦਾ ਵਾਚਕ ਹੈ ਅਤੇ ਪੁਰਖ ਪੂਰਨ ਪਰਮੇਸ਼ਰ ਦਾ ਵਾਚਕ ਨਾਮ। ਅਤੇ ਅਨ ਨਾਮ ਹੈ ਰਹਿਤ ਦਾ, ਅਕ ਨਾਮ ਹੈ ਦੁੱਖ ਦਾ। ਜਿਹੜਾ ਦੁੱਖਾਂ ਤੋਂ ਰਹਿਤ ਹੈ ਸੋ ਕੋਈ ਹੈ ਨਾਨਕ। ਭਾਈ ਸੰਤੋਖ ਸਿੰਘ ਨੇ ਇੱਕ ਸਵਈਏ ਦੇ ਵਿੱਚ, ਕਵਿੱਤ ਦੇ ਵਿੱਚ ਇਹ ਸਾਰਾ ਲਿਖਿਆ ਹੈ। ਕਹਿੰਦੇ ਪ੍ਰਾਕ ਜੋ ਨਕਾਰ ਨਾ ਪਮਾਨ, ਆਦਿ ਕਾਨ ਜਾਨ ਤਾਹੁ ਤੇ ਆਕਾਰ ਲੈ, ਅਨਕ ਪੁਨ ਤੀਨ ਹੈ। ਦੂਸਰੇ ਨਕਾਰ ਤੇ ਨਿਕਾਰ ਕੇ ਆਕਾਰ ਕਰ, ਭਇਓ ਅਨ ਅਕ ਚਾਰ ਵਰਨ, ਸੋ ਜੋ ਸ਼ੌਕੀਨ ਹੈ। ਅਕ ਨਾਮ ਦੁਖ ਕੋ ਬਿਦਤ ਹੈ ਜਗਤ ਮਦ, ਜਾ ਨਰ ਕੋ ਨਹੀਂ ਦੁਖ ਸਦਾ ਸੁਖ ਲੀਨ ਹੈ। ਐਸੋ ਹੈ ਨਾਨਕ ਕੇ ਨਾਮ ਕੋ ਅਰਥ ਚੀਨ।
ਸਤ ਚਿਦ ਆਨੰਦ ਨਿਤ ਭਗਤ ਅਧੀਨ ਹੈ। ਇਹ ਹੈ ਨਾਨਕ ਪਾਦੀ ਗੱਲ। ਸ਼੍ਰਿੰਖਲਾ ਸਿਧਾਂਤ ਕਹਿੰਦੇ ਨੇ ਵੀ ਇਸ ਮੂਲ ਮੰਤਰ ਦਾ ਜੋ ਤੁਸੀਂ ਇੰਨੀ ਖੇਚਲ ਕਰਕੇ ਚੱਲ ਕੇ ਵੀ ਆਇਓ, ਬੈਠਣ ਦੀ ਵੀ ਅੱਜ ਖੇਚਲ ਵੱਧ ਹੋਈ ਆ ਉਹਦੇ ਨਾਲੋਂ, ਇਹਦਾ ਸਮੁੱਚਾ ਭਾਵ ਕੀ ਹੈ? ਸਮੁੱਚਾ ਭਾਵ ਕਿ ਗੁਰੂ ਨਾਨਕ ਦੇ ਮੂਲ ਮੰਤਰ ਦਾ ਇਹਦੇ 'ਚ ਵਿਸ਼ੇਸ਼ਣ ਇੱਕ ਅਦਵੈਤ ਸਰੂਪ, ਓੰਕਾਰ ਪ੍ਰਕਾਸ਼ਕ ਸਾਰਿਆਂ ਦਾ, ਸਤ ਨਾਸ ਤੋਂ ਰਹਿਤ, ਨਾਮ ਪ੍ਰਸਿੱਧ, ਕਰਤਾ ਸ੍ਰਿਸ਼ਟੀ ਦੇ ਰਚਣ ਵਾਲਾ, ਪੁਰਖ ਪੂਰਨ ਵਿਆਪਕ, ਨਿਰਭਉ ਭੈ ਤੋਂ ਰਹਿਤ, ਨਿਰਵੈਰ ਵੈਰ ਤੋਂ ਰਹਿਤ, ਅਕਾਲ ਮੂਰਤ ਕਾਲ ਤੋਂ ਰਹਿਤ ਸਰੂਪ, ਅਜੂਨੀ ਜੂਨਾਂ ਤੋਂ ਰਹਿਤ, ਸਹਿਬ ਅੰਗ ਸੁਤੇ ਪ੍ਰਕਾਸ਼, ਗੁਰ ਪ੍ਰਸਾਦ, ਗੁਰ ਚੇਤਨ ਪ੍ਰਸਾਦ ਆਨੰਦ ਸਰੂਪ। ਗੁਰੂ ਦੀ ਕਿਰਪਾ ਦੇ ਨਾਲ ਗੁਰ ਪ੍ਰਸਾਦ ਕੀ, ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੋਣ ਵਾਲਾ, ਜਪ ਜਪਣ ਯੋਗ, ਪਵਿੱਤਰ ਭਾਵ ਸੁੱਧ ਸਰੂਪ। ਉਸ ਸਰੂਪ ਨੂੰ ਆਦਿ ਵਿੱਚ ਸੱਚ ਨਿਸ਼ਚੈ ਕਰਕੇ, ਸਰਦਾ ਕਰਕੇ, ਜੁਗਾਦ ਚਾਰ ਸਾਧਨ, ਬੈਰਾਗ ਵਿਵੇਕ ਖਟ ਸੰਮਤੀ ਮੋਖ ਇੱਛਾ ਦੇ ਸਹਿਤ ਹੋ ਕੇ ਜਿਨ੍ਹਾਂ ਨੇ ਸੱਚ ਦਾ ਸਰਵਣ ਕੀਤਾ ਹੈ, ਮੰਨਣ ਕੀਤਾ ਹੈ, ਭੀ ਨਿਧਿਆਸਨ ਕੀਤਾ ਹੈ, ਤੇ ਉਹਨਾਂ ਨੂੰ ਹੋਸੀ ਭੀ ਤਤ ਤੋਂ ਸੰਸ਼ੋਧਨ ਕਰਕੇ ਸੱਚ ਸਰੂਪ ਦੀ ਸਿਖਿਆਤਤਾ ਹੋਈ ਹੈ। ਨਾਨਕ ਹੋਸੀ ਭੀ ਸੱਚ, ਉਹ ਭੀ ਉਸ ਬ੍ਰਹਮ ਦਾ ਰੂਪ ਹੁਣ ਹਨ, ਪਿੱਛੇ ਸਨ, ਅੱਗੇ ਨੇ ਵੀ ਹੁੰਦੇ ਰਹਿਣਗੇ, ਉਹ ਬ੍ਰਹਮ ਦਾ ਸਰੂਪ ਹੋ ਜਾਣਗੇ। ਇੱਕ ਓੰਕਾਰ ਤੋਂ ਨਾਨਕ ਹੋਸੀ ਭੀ ਸੱਚ ਤੱਕ ਸੰਪੂਰਨ ਮੂਲ ਮੰਤਰ। ਇਹਦੇ ਵਿੱਚ ਆਏ ਜਪ ਪਦ, ਇਸ ਪਦ ਨੂੰ ਲੈ ਕੇ ਮਹਾਰਾਜ ਸਾਹਿਬ ਨੇ ਆਪਣੇ ਸਿੱਖਾਂ ਦੇ ਵਿੱਚ ਇਹਦਾ ਜਪ ਬਾਣੀ ਪ੍ਰਚਲਿਤ ਹੋਈ ਹੈ। ਜੀ ਤੇ ਸਾਹਿਬ, ਜਪ ਜੀ ਸਾਹਿਬ, ਸਾਹਿਬ ਤੇ ਜੀ ਇਹ ਸਤਿਕਾਰ ਵਜੋਂ ਪਦ ਲਾਏ ਨੇ। ਤੇ ਜਿਵੇਂ ਰਹਿ ਰਾਸ ਦੇ ਵਿੱਚ ਤੇ ਰਹਿ ਰਾਸ ਸ਼ਬਦ ਚੌਥੇ ਪਾਤਸ਼ਾਹ ਨੇ ਆਪਣੀ ਰਚਿਤ ਬਾਣੀ ਦੇ ਵਿੱਚ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ, ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤਿ ਨਾਮ ਮੇਰਾ ਪ੍ਰਾਣ ਸਕਾਈ, ਹਰ ਕੀਰਤ ਹਮਰੀ। ਅੱਗੇ ਪਦ ਕੀ ਹੈ? ਰਹਿ ਰਾਸ। ਇੱਥੋਂ ਲੈ ਕੇ ਰਹਿ ਰਾਸ ਪਦ ਪ੍ਰਚਲਿਤ ਹੋਇਆ ਆਪਣੇ ਵਿੱਚ। ਹੁਣ ਜੇ ਕੋਈ ਕਹੇ ਵੀ ਇੱਥੋਂ ਜਪਜੀ ਸਾਹਿਬ ਸ਼ੁਰੂ ਹੁੰਦਾ, ਫਿਰ ਤਾਂ ਰਹਿ ਰਾਸ ਵੀ ਇੱਥੋਂ ਸ਼ੁਰੂ ਹੋਣੀ ਚਾਹੀਦੀ ਹੈ। ਇਹ ਉਤਰਨ ਤੁਹਾਡੇ ਕੋਲ ਜੇ ਕੋਈ ਹੈ, ਇਸ ਕਰਕੇ ਇੱਥੋਂ ਜਪਜੀ ਦੀ ਬਾਣੀ ਦਾ ਨਾਮ ਪ੍ਰਚਲਿਤ ਜ਼ਰੂਰ ਹੋਇਆ। ਜਿਵੇਂ ਰਹਿ ਰਾਸ ਨਾਮ ਪ੍ਰਚਲਿਤ ਉਸ ਸ਼ਬਦ ਦੇ ਵਿੱਚੋਂ ਹੋਇਆ, ਤੇ ਰਹਿ ਰਾਸ ਸ਼ੁਰੂ ਦੁੱਖ ਦਾਰੂ ਸੋਗ ਰੋਗ ਭਇਆ ਤੋਂ ਸ਼ੁਰੂ ਹੋ ਜਾਂਦੀ ਹੈ, ਜਾਂ ਸੋਦਰ ਸ਼੍ਰੋਮਣੀ ਕਮੇਟੀ ਵਾਲੇ ਇੱਥੋਂ ਮੰਨ ਲਈ ਸੋਦਰ ਤੋਂ ਸ਼ੁਰੂ ਹੋ ਜਾਂਦੀ ਹੈ, ਸੋਦਰ ਬਾਣੀ ਕਹਿੰਦੇ ਨੇ। ਸੋ ਇਸ ਕਰਕੇ ਇੱਥੋਂ ਤੱਕ ਇਹ ਜਪਜੀ ਸਾਹਿਬ ਦਾ ਜਿਹੜਾ ਪਹਿਲਾ ਸ਼ਬਦ ਹੈ, ਇੱਕ ਓੰਕਾਰ ਤੋਂ ਨਾਨਕ ਹੋਸੀ ਭੀ ਸੱਚ ਤੱਕ ਮੂਲ ਮੰਤਰ ਸੰਪੂਰਨ, ਇਹ 60 ਅੱਖਰ ਰੱਖੇ ਨੇ। ਇਹਦੇ 'ਚ 60 ਅੱਖਰਾਂ ਦੇ ਵਿੱਚ ਬ੍ਰਹਮ ਦੇ ਵਿਸ਼ੇਸ਼ਣ ਤੇ ਬ੍ਰਹਮ ਦੀ ਪ੍ਰਾਪਤੀ ਦੇ ਲੱਛਣ, ਇਹ ਗੂੜ ਗਿਆਨ ਸੀ। ਮੈਂ ਸਮਝਦਾ ਕਿ ਜੇ ਤੁਸੀਂ ਇਹ ਭਾਰੀ ਤਪੱਸਿਆ ਕਰ ਲਈ ਹੈ ਤੇ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਇੱਥੇ ਸਮਾਪਤੀ ਭੁੱਲਾਂ ਚੁੱਕਾਂ ਦੀ ਸਾਥ ਜੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।